ਇਹ ਰਹੋ ਇੱਥੇ ਤੱਕ ਰਹੋ ਹੈ। ਅਸ਼ਪਦੀ ਸ਼ੁਰੂ ਹੋ ਗਈ ਸੁਖਮਨੀ ਸਾਹਿਬ ਦੀ ਬਾਣੀ। ਇੰਨੇ ਪਦੇ ਦੇ ਰਹੋ ਦੇ ਅੰਦਰ ਅੰਦਰ ਜਿਹੜਾ ਪਦਾ ਹੈ ਮਤਲਬ ਹੈ ਰਹੋ ਇੰਨਾ ਹੀ ਹੈ। ਉਹ ਰਹੋ ਦੇ ਆਲੇ ਦੁਆਲੇ ਘੁੰਮਣੀ ਹੈ ਸਾਰੀ। ਜਿੱਥੇ ਰਹੋ ਆ ਜਾਂਦਾ ਨਾ ਮੂਲ ਹੁੰਦਾ ਉਹ ਸਾਰੀ ਗੁਰਬਾਣੀ ਦਾ। ਹਾਂ, ਕਿਣਕਾ ਏਕ ਜੀ ਵਸਾਵੇ। ਇੱਕ ਕਿਣਕਾ ਜੇ ਮਨ ਦੇ ਵਿੱਚ ਬਸ ਜਵੇ ਗਿਆਨ ਦਾ, ਬ੍ਰਹਮ ਗਿਆਨ ਦਾ, ਆਤਮ ਗਿਆਨ ਦਾ ਕਿਣਕਾ। ਇਹ ਕਣਕੇ ਮਾਤਰ ਹੈ ਸਾਰਾ ਗਿਆਨ, ਟੋਟਲ ਗਿਆਨ ਦਾ। ਥੋੜਾ ਜਿਹਾ ਵੀ ਮਤਲਬ ਹੈ ਸਮਝ ਆ ਜਾਏ ਸਾਰਾ ਹੀ ਸਮਝ ਆ ਜਾਂਦਾ ਹੈ। ਇੱਕ ਪੱਖ ਤੋਂ ਸਮਝ ਆਏ ਸਾਰਾ ਸਮਝ ਆਏ, ਬਿਨਾਂ ਪੱਖ ਕੋਈ ਵੀ ਨਹੀਂ ਸਮਝ ਆਉਂਦਾ। ਕਿਣਕਾ ਇੱਕ ਜੇ ਜੀਵ ਵਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ। ਜਿਹਦਾ ਇੱਕ ਕਣਕਾ ਵੀ ਆ ਗਿਆ ਨਾ, ਜੀ ਚ ਬਸ ਗਿਆ, ਮਨ ਵਿੱਚ ਬਸ ਗਿਆ, ਉਹ ਮਨ ਜਿਹੜਾ ਹੈਗਾ ਪਟਿਆ ਜਾਂਦਾ ਇੱਥੋਂ ਸੰਸਾਰ ਚੋਂ। ਸੰਸਾਰ ਚ ਰਹਿੰਦਾ ਹੀ ਨਹੀਂ। ਜਿਹੜਾ ਸੰਸਾਰ ਚ ਰਹਿੰਦਾ ਹੀ ਨਹੀਂ, ਉਹਦੀ ਫਿਰ ਮਹਿਮਾ ਜਿਹੜੀ ਉਹਦੀ ਵਡਿਆਈ ਹੈ ਉਹ ਸਰਵਿਆਪੀ ਵਰਗਾ ਹੀ ਹੋ ਜਾਂਦਾ। ਸਮੁੰਦਰ ਦੇ ਵਿੱਚ ਜਿਹੜੀ ਬੂੰਦ ਰਲ ਗਈ ਉਹ ਸਮੁੰਦਰ ਦਾ ਰੂਪ ਹੋ ਜਾਂਦੀ ਹੈ। ਉਹਦੀ ਮਹਿਮਾ ਕਿੰਨੀ ਹੈ, ਜਿੰਨੀ ਉਹ ਮਹਿਮਾ ਕਰ ਸਕਦਾ ਹੈ, ਜਿੰਨਾ ਉਹਦੇ ਕੋਲ ਗਿਆਨ ਹੈ। ਉਹ ਕਥ ਕਥਾ ਦਾ ਗਿਆਤਾ ਹੋ ਜਾਂਦਾ। ਉਹ ਜਿਹੜੀ ਕਥਾ ਕਰਦਾ ਫਿਰ ਉਹ ਮੁੱਕਦੀ ਨਹੀਂ ਹੈ, ਮੁਕਾਈ ਨਹੀਂ ਜਾ ਸਕਦੀ। ਜਿਹੜੀਆਂ ਦੂਜੀਆਂ ਕਥਾਵਾਂ ਨੇ, ਸੰਸਾਰੀ ਗਾਥਾ ਜਿਹਨੂੰ ਕਹਿੰਦੇ ਨੇ, ਉਹ ਮੁੱਕ ਜਾਂਦੀਆਂ ਨੇ, ਉਹ ਲਿਮਟਿਡ ਹੁੰਦੀਆਂ ਨੇ। ਅਨਲਿਮਟਿਡ ਕਥਾ ਹੈ ਤਾਂ ਕਿ ਮਹਿਮਾ ਗਣੀ ਨਾ ਆਵੇ। ਉਹਦੀ ਵਡਿਆਈ ਨੂੰ ਗਣਾਇਆ, ਉਹਦੇ ਗੁਣਾਂ ਨੂੰ ਨਹੀਂ ਗਣਾਇਆ ਜਾ ਸਕਦਾ। ਕਾਂਖੀ ਇੱਕ ਦਰਸ ਤੁਹਾਰੋ। ਕਾਂਖੀ ਹੁੰਦਾ ਆਕਾਂਖੀ ਲਫ਼ਜ਼ ਹੈ ਇੱਕ ਹਿੰਦੀ ਦਾ। ਆਕਾਂਖੀ ਪਿਆਸਾ, ਪਿਆਸ ਨੂੰ ਵੀ ਕਹਿੰਦੇ ਨੇ ਆਕਾਂਖੀ। ਜਿਹੜੀ ਆਪਾਂ ਕਹਿੰਦੇ ਏਕ ਆਸ ਰੱਖੋ ਮਨ ਮਾਹੇ, ਉਹਦਾ ਨਾਮ ਵੀ ਕਾਂਖੀ ਹੈ। ਏਕ ਆਸ ਰੱਖੋ ਮਨ ਮਾਹੇ ਹੈ ਨਾ, ਜਿਹੜੀ ਪਿਆਸ ਲੈ ਕੇ ਆਇਆ ਸੀ ਨਾਮ ਦੀ, ਤ੍ਰਿਸ਼ਨਾ ਬੁਝਾਉਣ ਵਾਸਤੇ ਜਿਹੜੀ ਚੀਜ਼ ਦੀ ਇੱਥੇ ਲੋੜ ਸੀ, ਅੰਮ੍ਰਿਤ ਦੀ ਲੈਣ ਆਇਆ ਸੀ, ਉਸੇ ਦੀ ਕਹਿੰਦੇ ਪਿਆਸ ਹੈ। ਕਾਂਖੀ ਇੱਕ ਹੈ ਦਰਸ ਤੁਹਾਰੋ, ਉਸੇ ਦੇ ਦਰਸ਼ਨ ਦੀ ਪਿਆਸ ਹੈ। ਆਕਾਂक्षा ਇੱਛਾ ਹੈ, ਔਰ ਇੱਛਾ ਹੀ ਨਹੀਂ ਕੋਈ। ਜਿਨ੍ਹਾਂ ਨੂੰ ਇਹ ਇੱਛਾ ਹੈ, ਜਿਨ੍ਹਾਂ ਦੀ ਇਹ ਇੱਛਾ ਰਹੀ ਹੈ ਭਗਤਾਂ ਦੀ, ਸਿਰਫ ਇੱਕੋ ਹੀ ਗੱਲ ਉਹਨਾਂ ਦੀ ਸੀ, ਨਾਮ ਦੀ ਇੱਛਾ। ਜਿਹਨਾਂ ਤ੍ਰਿਸ਼ਨਾ ਬੁੱਝ ਜਾਂਦੀ ਹੈ ਹਮੇਸ਼ਾ ਵਾਸਤੇ ਹੀ, ਜਿਨ੍ਹਾਂ ਨੂੰ ਇੱਕ ਕਣਕਾਂ ਮਿਲ ਜਾਂਦਾ, ਜੀ ਚ ਬਸ ਜਾਂਦਾ, ਉਹ ਫਿਰ ਕਾਂਖੀ ਇੱਕ ਦਸ ਤਿਹਾਰੋ ਬਣ ਜਾਂਦੇ ਨੇ। ਉਹ ਨਹੀਂ ਇੱਛਾ ਰਹਿੰਦੀ ਉਹਨਾਂ ਦੀ ਕੋਈ। ਉਹਨਾਂ ਦੇ ਨਾਲ ਮੇਰਾ ਵੀ ਉਧਾਰ ਕਰੋ, ਇਹੋ ਜਿਹੇ ਬੰਦਿਆਂ ਦੇ ਨਾਲ। ਕਿਉਂ? ਪਿੱਛੇ ਵੀ ਹੋਏ ਨੇ ਚਾਰ, ਇਹਨਾਂ ਤੇ ਪਹਿਲਾਂ ਹੀ ਹੋਏ ਨੇ। ਪਹਿਲਾਂ ਭਗਤ ਵੀ ਹੋਏ ਨੇ, ਉਹ ਸਾਰਿਆਂ ਦੀ ਲਿਸਟ ਦੇ ਨਾਲ ਉਹਨ ਸੰਗ, ਉਹਨਾਂ ਦੇ ਸੰਗ ਮੇਰਾ ਵੀ, ਉਹਨਾਂ ਦਾ ਆਧਾਰ ਹੋਇਆ, ਮੇਰਾ ਵੀ ਉਵੇਂ ਕਰ ਦੋ ਜਿਵੇਂ ਉਹਨਾਂ ਦਾ ਹੋਇਆ। ਉਹ ਚੇਨ ਦੇ ਵਿੱਚ ਜੁੜ ਗਏ ਆਪ, ਮੈਂ ਵੀ ਉਸ ਚੇਨ ਚ ਜੁੜ ਜਾ। ਉਹ ਦਾਸਾਂ ਦਾ ਦਾਸ ਮੈਂ ਵੀ ਬਣ ਜਾ, ਜਿਹੜੀ ਉਹਨਾਂ ਨੇ ਸੇਵਾ ਕੀਤੀ ਉਹੀ ਸੇਵਾ ਮੈਂ ਕਰਾਂ। ਉਹਨ ਸੰਗ ਮੋਹੇ ਉਧਾਰ, ਉਹਨਾਂ ਦੀ ਸੰਗਤ ਵਿੱਚ ਉਹ ਕਿੱਥੇ ਨੇ? ਸੱਚਖੰਡ ਚ ਸੰਗਤ ਹੈ ਉਹਨਾਂ ਦੀ ਸਾਰਿਆਂ ਦੀ। ਜਿੰਨੇ ਸੱਚਖੰਡ ਵਾਲੇ ਨੇ ਸਾਰੇ ਕਾਂਖੀ ਇੱਕ ਦਰਤੇ ਹਰ ਵਾਲੇ ਹੀ ਨੇ। ਉਹਨਾਂ ਨੂੰ ਹੋਰ ਕੋਈ ਇੱਛਾ ਹੀ ਨਹੀਂ। ਉਹ ਪਰਪਕਾਰ ਦੀ ਇੱਛਾ ਹੈ, ਪਰਪਕਾਰੀ ਉਹ ਹੁੰਦੇ ਨੇ। ਫਿਰ ਉਹ ਜੇ ਇੱਛਾ ਹੈ ਤਾਂ ਪਰਪਕਾਰ ਦੀ ਹੈ, ਇਹਨਾਂ ਦੀ ਵੀ ਪਰਪਕਾਰ ਦੀ ਇੱਛਾ ਹੈ। ਸੁਖਮਨੀ ਦੀ ਬਾਣੀ ਬਣਾਉਣ ਦਾ ਕੀ ਮਤਲਬ ਹੈ? ਰਚਣ ਦਾ ਕੀ ਮਤਲਬ ਹੈ? ਲਿਖਣ ਦਾ ਕੀ ਮਤਲਬ ਹੈ? ਪਰਪਕਾਰ ਕਰਕੇ ਦੂਜਿਆਂ ਵਾਸਤੇ। ਉਹਨਾਂ ਨੂੰ ਕੀ ਲੋੜ ਤੀ? ਨਹੀਂ, ਉਹ ਤਾਂ ਹੋਏ ਗਏ ਸੀ ਪਾਰ ਭਾਵ ਸਾਗਰੋਂ।
ਇੰਨਾ ਕੁਛ ਕੀਤਾ। ਪੋਥੀ ਸਾਹਿਬ ਦੀ ਸੰਪਾਦਨਾ ਕੀਤੀ ਔਰ ਉਹਦੀ ਕਿੰਨੀ ਸਜ਼ਾ ਕੱਟੀ। ਕਿੰਨਾ ਹਿੰਦੂ ਬੁਰਾ ਮਨਾਉਂਦੇ ਸੀ, ਕਿੰਨਾ ਮੁਸਲਮਾਨਾਂ ਨੇ ਵੀ ਖਤਰਾ ਮੰਨਿਆ ਵੀ ਇਸਲਾਮ ਵੀ ਖਤਰੇ 'ਚ ਪੈ ਜੂ ਜੇ ਗ੍ਰੰਥ ਮਤਲਬ ਇਹ ਪੋਥੀ ਆ ਗਈ ਵਜੂਦ ਵਿੱਚ। ਕਿੰਨਾ ਉਹਨਾਂ ਨੇ ਬ੍ਰਾਹਮਣਾਂ ਨੇ ਬੁਰਾ ਮਨਾਇਆ ਵੀ ਸਾਡੀ ਮਨੋਪਲੀ ਜਾਂਦੀ ਰਹੀ ਧਰਮ ਚੋਂ, ਤੇ ਛਤਰੀ ਹੋਈ ਲਾਗੇ ਧਰਮ ਦਾ ਪ੍ਰਚਾਰ ਕਰਨ, ਗੁਰੂ ਬਣ ਗਏ। ਹਾਲਾਂਕਿ ਛਤਰੀ ਰਾਜ ਜ਼ਰੂਰ ਕਰਦੇ ਰਹੇ ਨੇ, ਪਰ ਗੁਰੂ ਨਹੀਂ ਛਤਰੀ ਕੋਈ ਬਣਿਆ। ਗੁਰੂ ਬ੍ਰਾਹਮਣੇ ਰਿਹਾ ਛਤਰੀਆਂ ਦਾ। ਰਾਮ ਜਨਰਲ ਦਾ ਗੁਰੂ ਬ੍ਰਾਹਮਣ ਨਹੀਂ, ਉਹਨੇ ਵਿਸ਼ੇਸ਼ਤਾ ਹੈ ਗੁਰੂ ਦਾ। ਗੁਰੂ ਆਗੇ ਰਹੇ ਨੇ, ਕਿਉਂਕਿ ਰਾਜੇ ਤੋਂ ਵੱਡਾ ਹੁੰਦਾ ਗੁਰੂ। ਰਾਜਾ ਗੁਰੂ ਦਾ ਕਹਿਣਾ ਨਹੀਂ ਮੋੜ ਸਕਦਾ, ਫਿਰ ਰਾਜ ਤਾਂ ਅਸਲ 'ਚ ਗੁਰੂ ਦਾ ਹੀ ਹੋਇਆ। ਛਤਰੀ ਨਾਂ ਦੇ ਰਾਜੇ ਸੀ, ਹੁਕਮ ਉਹਨਾਂ ਦਾ ਹੀ ਚੱਲਦਾ ਸੀ। ਸਿੱਧੇ ਤਰੀਕੇ ਨਾਲ ਰਾਜ ਕਰਦਾ ਸੀ ਬ੍ਰਾਹਮਣ, ਸਿੱਧੇ ਤਰੀਕੇ ਨਾਲ। ਸਿੱਧੇ ਤਰੀਕੇ ਨਾਲ ਛਤਰੀ ਤੋਂ ਕਰਾਉਂਦਾ ਸੀ। ਜਿੱਥੇ ਲੜਨ ਕਰਨ ਦੀ ਲੋੜ ਹੈ ਛਤਰੀ ਜਾਊਗਾ, ਕਿਹਨੂੰ ਸਜ਼ਾ ਦੇਣ ਦੀ ਲੋੜ ਹੈ ਛਤਰੀ ਜਾਊਗਾ। ਰਾਜ ਆਪਣਾ ਕਰਨਾ ਸਿੱਧੇ ਤਰੀਕੇ ਨਾਲ। ਹਾਂਜੀ, ਨਾਨਕ ਉਨ ਸੰਗ ਮੋਹਿ ਉਧਾਰੋ, ਮੈਨੂੰ ਵੀ ਮੇਰਾ ਵੀ ਉਧਾਰ ਕਰ ਲਓ ਉਹਨਾਂ ਦੀ ਸੰਗਤ, ਉਹਨਾਂ ਨਾਲ ਜੋੜ ਕੇ। ਹੁਣ ਕਹਿ ਕਿਹਨੂੰ ਰਹੇ ਨੇ, ਕੌਣ ਕਹਿ ਰਿਹਾ? ਮਨ ਬੁੱਧੀ ਕਹਿ ਰਹੇ ਨੇ ਵੀ ਇੱਥੋਂ ਜਿਹੜਾ ਅਸੀਂ ਕਲਪਨਾ ਕਰਦੇ ਹਾਂ ਆਪਣੇ ਲੈਵਲ ਦੀ, ਇੱਥੇ ਦੁੱਖ ਹੈ ਚ ਜਿਹੜਾ ਸ਼ਬਦ ਗੁਰੂ ਹੈ ਸਾਨੂੰ ਉਹਦੇ ਨਾਲ ਮਿਲਾ ਦੇ। ਜਿਹੜਾ ਤੇਰਾ ਭਾਣਾ, ਤੇਰਾ ਭਾਣਾ ਮੇਰਾ ਭਾਣਾ ਬਣ ਜਾਵੇ, ਮੈਂ ਆਪਣਾ ਭਾਣਾ ਛੱਡਦਾ। ਜਿਹੜਾ ਆਪਣੀਆਂ ਇੱਛਾਵਾਂ ਛੱਡ ਕੇ ਸਾਰੀਆਂ, ਜਿਹੜੀ ਪਰਮੇਸ਼ਰ ਦੀ ਇੱਛਾ ਜਿਹਨੂੰ ਅਸੀਂ ਕਹਿੰਦੇ ਹਾਂ ਰਜ਼ਾ, ਰਜ਼ਾਈ ਹੁਕਮ ਰਜ਼ਾਈ ਚੱਲਣਾ, ਉਹਦੇ ਵਿੱਚ ਮੈਂ ਵੀ ਰਲ ਜਾਵਾਂ। ਚਾਹੇ ਇਸ ਤਰੀਕੇ ਨਾਲ ਰਲਿਆ, ਜੇ ਤੂੰ ਚਲਾਏ ਤੇ ਮੈਂ ਚੱਲਾਂ ਸਵਾਮੀ। ਹਾਲੇ ਮੈਂ ਤੁਹਾਡੇ ਬੁਲਾਇਆ ਹੀ ਬੋਲਾਂ, ਤੁਸੀਂ ਜੋ ਕਹਿੰਦੇ ਹੋ ਕਰਾਉਣੇ ਉਹੀ ਕਰਾਂ, ਪਰ ਹਿੱਸੇਦਾਰੀ ਤਾਂ ਪੈ ਗਈ ਨਾ ਹੁਣ ਤੇ ਵਿੱਚ। ਪ੍ਰਗਟ ਰੂਪ ਵਿੱਚ ਤਾਂ ਮੈਂ ਕਰਨ ਵਾਲਾ ਬਣ ਗਿਆ। ਪ੍ਰਗਟ ਰੂਪ ਜਿਹੜੇ ਕਰਦੇ ਨੇ ਉਹੀ ਸਜ਼ਾ ਭੁਗਤਦੇ ਨੇ, ਕਿ ਉਹਨਾਂ ਦਾ ਪਰਮੇਸ਼ਰ ਹੋਰ ਹੁੰਦਾ ਹੈ, ਇਹ ਪਰਮੇਸ਼ਰ ਕੁਛ ਹੋਰ ਕਹਿੰਦੇ ਨੇ, ਹੋਰ ਹੁੰਦਾ। ਉਹਨਾਂ ਦੀਆਂ ਮੱਤਾਂ ਦਾ ਵਿਰੋਧ ਹੁੰਦਾ, ਉਹਦਾ ਖਮਿਆਜ਼ਾ ਫਿਰ ਭਗਤਾਂ ਨੂੰ ਭੁਗਤਣਾ ਪੈਂਦਾ। ਫਿਰ ਵੀ ਨਾਨਕ ਉਧਾਰ ਭਗਤਾਂ ਦਾ ਹੁੰਦਾ, ਦੋਹਾਂ ਦਾ ਨਹੀਂ ਹੁੰਦਾ ਉਧਾਰ। ਸਾਖਤ ਮਰਿਆ ਸੰਤ ਸਭ ਜੀਵ ਹੈ, ਇਹਨਾਂ ਨੂੰ ਸਜੀਵਨ ਮਿਲਦਾ। ਦੁਨਿਆਵੀ ਸਜ਼ਾ ਤਾਂ ਸਾਖਤ ਦਿੰਦੇ ਨੇ ਸੰਤਾਂ ਨੂੰ, ਲੋਕਾਂ ਨੂੰ ਦੀਂਦੇ ਨੇ ਅੱਖਾਂ ਦੇ ਸਾਹਮਣੇ ਸਰੀਰਕ ਤੌਰ ਤੇ ਹੀ। ਆਤਮਿਕ ਤੌਰ ਤੇ ਜਿਹੜੀ ਸਜ਼ਾ ਮਿਲਦੀ ਹੈ ਨਾ ਹਮੇਸ਼ਾ ਵਾਸਤੇ ਬਹੁਤ ਲੰਬੀ, ਉਹ ਸਾਖਤਾਂ ਨੂੰ ਮਿਲਦੀ ਹੈ ਇਹਦੇ ਵਿਧਾਨੇ ਦੇ ਵਿੱਚ। ਇੱਥੋਂ ਐ ਕਾਂਖੀ ਇੱਕ ਹੈ ਦਸ ਤੇ ਹਾਰੋ, ਨਾਨਕ ਉਨ ਸੰਗ ਮੋਹਿ ਉਧਾਰੋ। ਜਿਹਨੂੰ ਇੱਕੋ ਹੀ ਗੱਲ ਦੀ ਆਕਾਂਖਿਆ ਰਹੇਗੀ, ਸਿਰਫ ਦਰਸ਼ ਦੀ, ਆਤਮ ਦਰਸ਼ਨ ਦੀ। ਜਿਨ੍ਹਾਂ ਨੇ ਆਤਮ ਦਰਸ਼ਨ ਕੀਤਾ ਜਾਂ ਜਿਨ੍ਹਾਂ ਨੂੰ ਇੱਛਾ ਹੈ, ਉਹਨਾਂ ਦੇ ਸੰਗਤ ਦੇ ਨਾਲ, ਉਹਨਾਂ ਨਾਲ ਮਿਲ ਕੇ ਉਧਾਰ ਆਪਣਾ ਕਰਨ ਦੀ, ਉਹਦਾ ਜਿਹੜਾ ਮਨ ਹੈ ਉਹ 'ਚ ਸ਼ਾਂਤੀ ਆ ਜਾਂਦੀ ਹੈ, ਸੁੱਖ ਆ ਜਾਂਦਾ ਹੈ, ਸਹਿਜ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਸਹਿਜ ਸੁੱਖ ਦੀ ਪ੍ਰਾਪਤੀ ਵਾਲੀ ਗੱਲ ਮੰਗੀ ਗਿਆ ਆਖਰੀ ਉਹਦੇ ਵਿੱਚ, ਕਿਣਕਾਏ ਜਿਸ ਜੀਵ ਵਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ। ਕਿਣਕਾ ਵੀ ਜੇ ਕਿਸੇ ਨੇ ਜੀਜ ਵਸਾ ਲਿਆ ਇਸ ਬਾਣੀ ਦਾ, ਇਸ ਬਾਣੀ ਦੇ ਅਰਥਾਂ ਦਾ, ਉਹਦੇ ਕਪਾਟ ਖੁੱਲ ਜਾਣਗੇ। ਉਹਦੀ ਫਿਰ ਮਹਿਮਾ ਜਿਹੜੀ ਆ ਉਹ ਫਿਰ ਸੰਸਾਰ ਦੇ ਵਿੱਚ ਕੋਈ ਉਹਦੀ ਤੁਲਨਾ ਨਹੀਂ ਹੈ। ਗੜੀ ਨਾ ਸੰਸਾਰ 'ਚ ਕੋਈ ਤੁਲਨਾ ਨਹੀਂ ਉਹਦੀ ਮਹਿਮਾ ਦੀ, ਉਹਦੀ ਵਡਿਆਈ ਦੀ। ਉਹ ਭਗਤ ਹੋ ਗਿਆ।
ਸੰਸਾਰ 'ਚ ਕੌਣ ਨੇ? ਸੰਸਾਰ ਦੇ ਪੰਡਤ ਦੀ ਵਡਿਆਈ ਹੈ। ਪੰਡਤ ਜਿਹੜੇ ਸੀਗੇ ਗੁਰੂ ਬਣੇ ਹੋਏ ਪੰਡਤ ਸੀ, ਬ੍ਰਾਹਮਣ ਨਹੀਂ ਸੀ। ਉਹ ਪੰਡਤ ਸੀ। ਬ੍ਰਾਹਮਣ ਤਾਂ ਇਹ ਹੈ, ਭਗਤ ਹੈ ਬ੍ਰਾਹਮਣ। ਤਾਂ ਭਗਤ ਬ੍ਰਾਹਮਣ ਹੈ। ਕਬੀਰ ਕਹਿੰਦਾ ਹੈ, ਕਈ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਤ ਹੈ ਹਮਾਰੇ। ਜਿਹੜੇ ਬ੍ਰਹਮ ਵਿਚਾਰ ਕਰਦੇ ਨੇ, ਹਮਾਰਾ ਦਾ ਮਤਲਬ ਸੱਚਖੰਡ, ਹਮਾਰੀ ਭਾਸ਼ਾ 'ਚ, ਗੁਰਮੁਖਾਂ ਦੀ ਭਾਸ਼ਾ 'ਚ ਉਹਨੂੰ ਬ੍ਰਾਹਮਣ ਮੰਨਿਆ ਗਿਆ। ਦੂਏ ਪੰਡਤ ਨੇ, ਬ੍ਰਾਹਮਣ ਨਹੀਂ ਹੈ। ਉਹ ਵੀ ਪੰਡਤ ਤਾਂ ਨੇ, ਸੋ ਪੰਡਤ ਜੋ ਮਨ ਪ੍ਰਬੋਧਾ ਹੈ, ਜਿਹੜਾ ਮਨ ਨੂੰ ਪ੍ਰਬੋਧ ਕਰੇ ਉਹ ਪੰਡਤ ਹੈ। ਕਿ ਰਾਮ ਨਾਮ ਆਤਮ ਸੋਧ। ਪੰਡਤ ਦੀ ਵੀ ਡੈਫੀਨੇਸ਼ਨ ਦਿੱਤੀ ਅੱਗੇ, ਇਹਦੇ ਵਿੱਚ ਹੀ ਦਿੱਤੀ ਹੈ। ਬ੍ਰਾਹਮਣ ਨਹੀਂ ਹੈ ਉਹ, ਬ੍ਰਾਹਮਣ ਭਗਤ ਨੇ। ਇਸ ਕਰਕੇ ਉਹਨੇ ਪੰਡਤ ਸੂਰ, ਇੱਕ ਪੰਡਤ ਹੈ, ਇੱਕ ਸੂਰਮਾ। ਪੰਡਤ ਕੌਣ ਹੈ? ਪੰਡਤ ਹੈ ਵਿਸ਼ਿਸ਼ਟ। ਸੂਰਮਾ ਕੌਣ ਹੈ? ਸੂਰਮਾ ਰਾਮਚੰਦਰ ਲੜਦਾ ਹੋ ਪੂਰੇ ਹੋ ਕੇ। ਜਿਹੜਾ ਲੜਦਾ ਸੂਰਮਾ ਹੈ। ਪੰਡਤ ਹੈ ਉਹ ਪਿੱਛੇ ਬੈਠਾ। ਉਹ ਪੰਡਤਾਂ ਤਾਂ ਹੈ ਜੇ ਤਿੰਨਾਂ ਗੁਣਾਂ ਦੀ ਪੰਡ ਉਤਾਰੇ ਸਿਰ ਤੋਂ, ਜੋ ਤੁਮ ਸਤੋ ਦੀ ਲੋਕਾਂ ਦੇ, ਤਾਂ ਪੰਡਤ ਹੈ। ਇਹ ਤਾਂ ਆਪਣੇ ਸੱਤੇ ਚੱਕੀ ਫਿਰਦੇ ਨੇ। ਸਭ ਕੁਛ ਆਊਗਾ, ਗੁਰਬਾਣੀ 'ਚ ਆਊਗਾ। ਸਿਰਫ ਚੇਨ ਦੇ ਵਿੱਚ ਆਉਣਾ ਚਾਹੀਦਾ। ਇੱਕ ਇੱਕ ਖੋੜੀ ਅਸੀਂ ਦੇਖੀ ਹੈ, ਚੇਨ ਨਹੀਂ ਬਣਾ ਸਕੇ। ਪਤਾ ਨਹੀਂ ਕਿਹੜੀ ਖੋੜੀ ਕਿੱਥੇ ਹੋਊਗੀ। ਪਰ ਜੇ ਸਾਰੇ ਪਏ ਨੇ, ਸਾਨੂੰ ਨਹੀਂ ਪਤਾ ਇੰਜਣ ਕਿਵੇਂ ਬੰਨ ਹੋਊਗਾ ਇਹਦਾ। ਸਭ ਕੁਛ ਪਿਆ ਗੁਰਬਾਣੀ 'ਚ। ਜਿਵੇਂ ਕਿ ਇੰਜਣ ਬੰਨ ਕੇ ਚਲਾਉਣਾ ਹੁੰਦਾ ਹੈ, ਉਹ ਕੰਮ ਕਰਨਾ ਹੁੰਦਾ। ਗੁਰਮੁਖ ਨੇ ਖੋਜ ਕੇ ਕਿਹੜਾ ਨਟ ਕਿੱਥੇ ਆਉਂਦਾ ਹੈ, ਕਿਵੇਂ ਚੱਲਦਾ ਹੈ। ਸਾਰੀ ਗੱਲ ਇੰਜਣ ਚਲਾਉਣ ਵਾਲੀ ਮਾਸਟਰੀ ਹੈ ਇੱਥੇ ਸਿੱਖਣੀ। ਜਿਹੜਾ ਉਹਨਾਂ ਨੂੰ ਜੋੜ ਸਕਦਾ ਸਾਰਿਆਂ ਨੂੰ, ਜਿਹਦਾ ਇੰਨਾ ਚੇਤਾ ਹੈ, ਉਹ ਗੁਰਬਾਣੀ ਨੂੰ ਸਮਝ ਸਕਦਾ। ਜੇ ਤਰੀਕੇ ਨਾਲ ਅਸੀਂ ਪੜ੍ਹਦੇ ਹਾਂ ਗੁਰਬਾਣੀ ਨੂੰ, ਜਾਂ ਪੜ੍ਹਦੇ ਰਹੇ ਹਾਂ ਕਾਲਜਾਂ 'ਚ ਪੜ੍ਹਦੇ, ਉਹ ਨਹੀਂ ਸਮਝ ਸਕਦੇ। ਉਹ ਤਾਂ ਉਹਨਾਂ ਦਾ ਵਿਸ਼ਾ ਹੀ ਨਹੀਂ ਹੈਗਾ। ਇਹ ਹੋਰ ਤਰ੍ਹਾਂ ਦਾ ਵਿਸ਼ਾ। ਇੰਜਣ ਸਟਾਰਟ ਕਰਕੇ ਦੇਣਾ, ਚਲਾ ਕੇ ਦੇਣਾ। ਉਹ ਤਾਂ ਕੱਲੇ ਕੱਲੇ ਪੁਰਜਿਆਂ ਦਾ ਨਾਮ ਜਾਣਦੇ ਨੇ। ਸਿਰਫ ਅਰਥ ਕਰਨੇ, ਇੱਕ ਇੱਕ ਲਫ਼ਜ਼ ਦੇ ਅਰਥ ਜਾਣਨੇ, ਪੁਰਜਿਆਂ ਦਾ ਨਾਮ ਜਾਣਨਾ ਹੀ ਹੈ ਸਿਰਫ, ਹੋਰ ਕੁਝ ਨਹੀਂ ਹੈ। ਪਿਆ ਜੀ ਨਟ ਹੈ, ਬੋਲਟ ਹੈ, ਸਟੱਡ ਹੈ, ਕ੍ਰਿੰਕਾ, ਫਲਾਨਾ, ਟਿਮਕਾ, ਲੱਖ ਲੱਖ ਪਾਰਟਾਂ ਦੇ ਨਾਮ ਹੀ ਜਾਣਦੇ ਨੇ ਸਿਰਫ। ਇਹ ਬੋਲੀ ਤਾਂ ਇੱਕ ਪਾਰਟ ਹੈ ਉਹਦੇ। ਇਹਨਾਂ ਨੂੰ ਜੋੜ ਕੇ ਕੁਝ ਜਿਹੜਾ ਬਣਦਾ ਹੈ, ਉਹਦੇ ਜਿਹੜੀ ਫਿਰ ਸ਼ਕਤੀ ਹੈ ਗਿਆਨ ਦੀ, ਉਹ ਪ੍ਰਗਟ ਕਰਨੀ ਹੈ। ਅੱਖਰਾਂ 'ਚ ਖੋਜਣਾ। ਅੱਖਰਾਂ ਮੇ ਕੋ ਗੁਰਮੁਖ ਖੋਜਾ, ਅੱਖਰਾਂ ਦੀ ਖੋਜ ਹੈ। ਹਾਂਜੀ, ਹੁਣ ਅੱਗੇ ਚੱਲ ਗਿਆ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਚਲ, ਮਨਾਂ ਵਿੱਚ ਜੇ ਸੁਖ ਪੈਦਾ ਕਰਨਾ ਚਾਹੁੰਦੇ ਹੋ ਤੁਸੀਂ, ਇੱਥੋਂ ਸ਼ੁਰੂ ਹੋਈ ਆ ਅਸਲ 'ਚ ਬਾਣੀ। ਸੁਖਮਨੀ, ਮਨਾਂ ਵਿੱਚ ਸੁਖ ਪੈਦਾ ਕਰਨਾ, ਇੱਥੋਂ ਨਾਮ ਰੱਖਿਆ ਇਹਦਾ। ਸੁਖਮਨੀ ਕਹਿੰਦੇ ਅਸੀਂ, ਸ਼ੁਰੂ ਤਾਂ ਇੱਥੋਂ ਹੁੰਦੀ ਹੈ। ਪਿੱਛੇ ਕੁਛ ਹੋਰ ਹੈ। ਉਹ ਜਿਹੜਾ ਪਿੱਛੇ ਕੁਛ ਹੋਰ ਸੀ, ਉਹਦੇ ਤੇ 3-4 ਦਿਨ ਲੱਗੇ ਨੇ। ਉਹ ਹੋਰੇ ਕੁਛ ਹੈ, ਉਹੀ ਕੁਛ ਹੈ ਜਿਹੜਾ 3-4 ਦਿਨ 'ਚ ਹੋਇਆ ਪਿੱਛੇ। ਹੁਣ ਵਿਸ਼ਾ ਸੁਖਮਨੀ ਦਾ ਸ਼ੁਰੂ ਹੋਇਆ। ਹੁਣ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਪਤਾ ਪਿੱਛੇ ਜਿਹੜਾ ਨਾਮ ਅੰਮ੍ਰਿਤ ਹੈ, ਇਹ ਤੇ ਬਿਨਾਂ ਮਨ 'ਚ ਸੁਖ ਨਹੀਂ ਪੈਦਾ ਹੋ ਸਕਦਾ। ਨਾਮ ਹੀ ਸੁਖਮਨੀ ਹੈ, ਮਨਾਂ ਸੁਖ ਪੈਦਾ ਕਰਨ ਵਾਲਾ। ਕਿਵੇਂ ਪਤਾ ਲੱਗਿਆ? ਕਿਵੇਂ ਕਹਿ ਸਕਦੇ ਅਸੀਂ ਇਹ ਗੱਲ ਠੀਕ ਹੈ? ਕਿਉਂਕਿ ਭਗਤ ਜਨਾਂ ਕੈ ਮਨ ਵਿਸਰਾਮ। ਸਾਰੇ ਭਗਤਾਂ ਦਾ ਮਨ ਇਹਦੇ ਕਰਕੇ ਟਿਕਿਆ। ਗੁਰਬਾਣੀ ਸਬੂਤ ਹੈ ਸਾਡੇ ਕੋਲ, ਸਾਰਿਆਂ ਦਾ ਸਬੂਤ ਇਹੀ ਹੈ ਪਿੱਛੇ ਭਗਤਾਂ ਦਾ। ਪੰਜਵੇਂ ਨਾਨਕ ਇਹ ਨੇ ਆਪ, ਇਹਨਾਂ ਨਾਲ ਭੱਟ ਵੀ ਆ ਗਏ, ਉੱਥੇ ਹੀ ਆ ਗਏ। ਸੁੰਦਰ ਵੀ ਆ ਗਿਆ ਉੱਥੇ, ਉਸੇ ਵੇਲੇ ਪ੍ਰਗਟ ਹੋ ਚੁੱਕਿਆ।
ਉਦੋਂ ਪਹਿਲਾਂ ਹੀ, ਬਲਕਿ ਘੱਟ ਵੀ ਪਹਿਲਾਂ ਹੀ ਨੇ, ਤਾਂ ਹੀ ਬਾਣੀ ਦਰਜ ਹੋਈ ਆ। ਸਾਰੇ ਕੋਈ ਗੱਲ ਕਹਿੰਦੇ ਨੇ, ਸਾਰਿਆਂ ਦੇ ਨਾਂ ਟਿਕਿਆ। ਨਹੀਂ ਤਾਂ ਪੰਡਤ ਸੂਰ ਛਤਰਪਤੀ ਰਾਜਾ ਭਗਤ ਬਰਾਬਰ ਨਾ ਕੋਈ, ਇਹਦੇ ਬਰਾਬਰ ਕੋਈ ਹੈ ਹੀ ਨਹੀਂ। ਇਹਦੀ ਮਹਿਮਾ ਸੋਭਾ ਸਭ ਤੋਂ ਬੜੀ ਤਾਂ ਹੈ। ਸੰਸਾਰ 'ਚ ਇਹਨਾਂ ਦੀ ਸੋਭਾ ਪੰਡਤ ਦੀ ਹੈ, ਸੂਰਮੇ ਦੀ ਹੈ, ਛਤਰਪਤੀ ਰਾਜੇ ਦੀ ਹੈ। ਉਹ ਕਹਿੰਦੇ ਭਗਤ ਬਰਾਬਰ ਚ ਕੋਈ ਵੀ ਨਹੀਂ, ਤਾਂ ਕਿ ਮਹਿਮਾ ਗੜੀ ਨਾ ਹੋਵੇ। ਮਤਲਬ ਇਹ ਹੈ, ਭਗਤ ਹੋ ਗਿਆ ਉਹਦੀ ਮਹਿਮਾ ਕੌਣ ਦੱਸ ਦੂਗਾ। ਉਹ ਅਸਲ ਦੇ ਵਿੱਚ ਪਰਮੇਸ਼ਰ ਦੀ ਆਪਣੀ ਮਹਿਮਾ ਹੀ ਭਗਤ ਹੈ। ਭਗਤ ਤਾਂ ਪਰਮੇਸ਼ਰ ਦੀ ਮਹਿਮਾ, ਉਹ ਸੋਭਾ ਹੀ ਉਹਦੇ ਰੂਪ ਚ ਪ੍ਰਗਟ ਹੋਈ ਹੈ। ਉਹ ਗੁਣੇ ਪ੍ਰਗਟ ਨੇ, ਗੁਣਾ ਕਰਕੇ ਸੋਭਾ ਹੁੰਦੀ ਹੈ। ਔਗੁਣਾਂ ਦੀ ਨਿੰਦਿਆ ਹੁੰਦੀ ਹੈ, ਗੁਣਾਂ ਦੀ ਸੋਭਾ ਹੁੰਦੀ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਜਿਹੜਾ ਅੰਮ੍ਰਿਤ ਨਾਮ ਹੈ। ਅੰਮ੍ਰਿਤ ਕਿਹਨੂੰ ਕਹਿੰਦੇ? ਜਿਹੜਾ ਮਰਦਾ ਨਹੀਂ, ਸੱਚਾ ਨਾਮ, ਸਤਨਾਮ ਜਿਹਨੂੰ ਕਹਿੰਦੇ ਅੰਮ੍ਰਿਤ ਨਾਮ ਹੈ। ਸਤਨਾਮ ਹੈ ਅੰਮ੍ਰਿਤ ਨਾਮ, ਵਾਹਿਗੁਰੂ ਨਾਮ ਨਹੀਂ ਹੈ। ਵਾਹਿਗੁਰੂ ਗੁਰਮੰਤਰ ਹੈ, ਸਤਨਾਮ ਨਾਮ ਲੱਗਿਆ ਹੋਇਆ, ਵਾਹਿਗੁਰੂ ਦਾ ਨਾਮ ਨਹੀਂ ਲੱਗਿਆ ਹੋਇਆ। ਵਾਹਿਗੁਰੂ ਨਾਮ ਜਹਾਜ ਹੈ, ਉਹ ਇਹਨਾਂ ਨੇ ਬਣਾਇਆ ਹੋਇਆ। ਉੱਥੋਂ ਨਾਮ ਨਹੀਂ ਬਣਦਾ, ਨਹੀਂ ਸੀ ਨਾਮ। ਇਹ ਚੜੇ ਸੋ ਤੇਰੇ ਪਾਰੋ ਸ਼ਲੋਕ ਬਣਾਇਆ ਇੱਕ ਹੋਰ, ਅੱਜ ਕੱਲ ਨਹੀਂ ਉਹਨੂੰ ਪੜ੍ਹਦੇ, ਪਹਿਲਾਂ ਬਣਾਇਆ ਸੀ ਇਹਨਾਂ ਨੇ। ਜਦੋਂ ਧਰਮ ਬਣਾਇਆ ਜਾਂ ਸ਼ਲੋਕ ਬਣਾਇਆ ਸੀ ਇੱਕ, ਵਾਹਿਗੁਰੂ ਨਾਮ ਬਣਾਉਣ ਵਾਸਤੇ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ, ਜੋ ਸਰਦਾ ਕਰ ਸਿਮ ਦੇ ਪਾਰ ਉਤਾਰਨਹਾਰ। ਔਰ ਸ਼ਰਧਾ ਹੀ ਹੈ, ਭਰੋਸਾ ਨਹੀਂ। ਉੱਥੇ ਸ਼ਰਧਾ ਕਰ ਸਿਮ ਦੇ ਲਿਖਿਆ, ਭਰੋਸਾ ਨਹੀਂ ਹੈ। ਉਹਨਾਂ ਨੇ ਕੀ ਕੀਤਾ ਸੀ ਸਭ ਪਤਾ ਸੀ, ਹੁਣ ਵੀ ਪਤਾ। ਪਬਲਿਕ ਨੂੰ ਨਹੀਂ ਪਤਾ ਕੁਝ ਵੀ ਕੀ ਹੋਇਆ ਪਿੱਛੇ। ਪਬਲਿਕ ਨੂੰ ਦੱਸਣਾ ਸੀ ਵੀ ਕੀ ਹੋਇਆ। ਜਿਹੜੇ ਜਾਗਦੇ ਤੇ ਉਹਨਾਂ ਨੂੰ ਪਤਾ, ਸੁੱਤਿਆਂ ਨੂੰ ਕੀ ਪਤਾ। ਉਹਨਾਂ ਨੇ ਕੀਤਾ ਜੋ ਇਹਨੇ ਸ਼ਰਾਰਤੀਆਂ। ਵਾਹਿਗੁਰੂ ਨਾਮ ਨਹੀਂ ਆ ਕਿਤੇ ਲਿਖਿਆ, ਵਾਹਿਗੁਰੂ ਦਾ ਨਾਮ ਸਤਨਾਮ ਹੈ। ਸਤਨਾਮ ਪ੍ਰਭ ਕਾ ਸੁਖਦਾਈ ਆਊਗਾ, ਸੁਖਮਨੀ ਸਾਹਿਬ ਦੇ ਵਿੱਚ ਹੀ ਆਊਗਾ। ਤੁਸੀਂ ਵਾਹਿਗੁਰੂ ਨਾਮ ਕਿਵੇਂ ਮੰਨ ਲਿਆ? ਸਤਨਾਮ ਦਾ ਮਤਲਬ ਕੀ ਹੈ? ਉਹ ਨਾਮ, ਉਹ ਜਸ ਜਾਂ ਉਹ ਗਿਆਨ। ਜਸ ਔਰ ਗਿਆਨ ਦੋ ਨਹੀਂ ਹੁੰਦੇ। ਗਿਆਨ ਦੇ ਬਿਨਾਂ ਕਿਸੇ ਦਾ ਜਸ ਨਹੀਂ ਹੁੰਦਾ। ਜੇ ਕਿਸੇ ਦਾ ਜਸ ਕਰਨਾ, ਜੇ ਉਹਦਾ ਗਿਆਨ ਹੈ ਤਾਂ ਹੀ ਕਰੋਗੇ। ਗੁਣ ਦੱਸੋਗੇ ਉਹਦੇ, ਜੇ ਗਿਆਨ ਦੇ ਬਿਨਾਂ ਕਿਵੇਂ ਗੁਣ ਦੱਸ ਦੋਗੇ? ਜਿਹਦਾ ਤੁਹਾਨੂੰ ਗਿਆਨ ਹੈ ਉਹਦੇ ਗੁਣ ਔਗਣਾਂ ਦਾ ਪਤਾ ਤੁਹਾਨੂੰ। ਗਿਆਨ ਕੀ ਹੁੰਦਾ? ਗੁਣ ਔਗਣਾਂ ਦੀ ਜਾਣਕਾਰੀ, ਕਿਸੇ ਬਾਰੇ ਜਾਣਕਾਰੀ ਹੈ ਜਿਹੜੀ, ਉਹਦੇ ਗੁਣ ਔਗਣ ਦੀ ਜਾਣਕਾਰੀ ਹੈ। ਉਹ ਜਾਣਕਾਰੀ ਕੀ ਹੁੰਦੀ ਹੈ? ਉਹਦੀਆਂ ਖੂਬੀਆਂ ਆ, ਉਹਦੀਆਂ ਬੁਰਾਈਆਂ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਅੰਮ੍ਰਿਤ ਨਾਮ ਹੈ ਇਹ ਬਦਲਦਾ ਨਹੀਂ ਹੈ। ਦੂਆ ਗਿਆਨ ਸਾਰਾ ਬਦਲੀ ਜਾਂਦਾ। ਅੱਗੇ ਅੱਗੇ ਖੋਜ, ਮਾਇਆ ਦਾ ਗਿਆਨ ਬਦਲਦਾ ਰਹਿੰਦਾ, ਹਰ ਵਕਤ ਚੇਂਜ ਹੁੰਦਾ ਰਹਿੰਦਾ। ਇਹ ਨਹੀਂ ਚੇਂਜ ਹੁੰਦਾ। ਸਿਰਫ ਇੱਕ ਗਿਆਨ ਹੈ ਦੁਨੀਆ ਵਿੱਚ ਜਿਹੜਾ ਸਿਰੇ ਪਹੁੰਚਿਆ ਹੋਇਆ। ਸਿਰੇ ਉਹ ਆਤਮ ਗਿਆਨ ਹੈ। ਆਤਮਾ ਦੀ ਪੂਰੀ ਜਾਣਕਾਰੀ ਉਹਦੇ ਵਿੱਚ ਹੈ। ਬਾਕੀ ਸਭ ਗਿਆਨ ਅਧੂਰੇ ਨੇ। ਖੋਜ ਚੱਲਦੀ ਹੈ ਮਾਇਆ ਦੇ ਜਿੰਨੇ ਵੀ ਨੇ। ਕਰੋਨਾ ਨਹੀਂ ਬਚ ਆਉਂਦਾ ਇਹਨਾਂ ਦੇ, ਹੋਰ ਪਤਾ ਨਹੀਂ ਕੀ ਕੀ ਆਉਣਾ। ਕਿਹੜਾ ਵਿਸ਼ਾ ਜਿਹੜਾ ਤੁਸੀਂ ਐਂਡ ਕਰਤਾ ਮਾਇਆ ਦਾ, ਜਿਹਦੇ ਮਗਰ ਗਿਆਨ ਦੇ ਦੁਨੀਆ ਭਜਦੀ ਹੈ। ਇਹੀ ਸੋਨੇ ਦਾ ਮਿਰਗਾ, ਇਹਨੇ ਡਾ ਦੇਣੀ। ਸੀਤਾ ਗਵਾ ਲੈਣੀ, ਬੁੱਧੀ ਗਵਾ ਲੈਣੀ ਆ ਤੁਸੀਂ। ਹੁਣੇ ਸਾਰਿਆਂ ਦੀ ਬੁੱਧੀ ਜਵਾਬ ਨਹੀਂ ਫਿਰਦੀ ਹੈ।
ਚੈਲੰਜ ਐਡੇ ਐਡੇ ਚੈਲੰਜ ਖੜੇ ਹੋ ਗਏ ਸਾਡੇ ਸਾਹਮਣੇ, ਕੁਦਰਤ ਨਾਲ ਛੇੜਛਾੜ ਕਰਕੇ, ਕਿ ਅਕਲ ਜਵਾਬ ਨਹੀਂ ਬੈਠੀ ਹੈ ਸਾਰਿਆਂ ਦੀ। ਕਿਉਂ? ਇਹ ਅਕਲ ਉਹ ਹੈ ਜਿਹੜੀ ਮਾਇਆ ਦੀ ਖੋਜ ਕਰਦੀ ਸੀ, ਉਲਟੇ ਰਾਹ ਤੇ ਗਈ ਹੋਈ ਸੀ। ਇਹ ਉਲਟੇ ਰਾਹ ਵਾਲੀ ਅਕਲ ਹੈ। ਇਹ ਤਾਂ ਵਿਵੇਕ ਬੁੱਧੀ ਦੀ ਕਿਰਤਾ ਹੈ। ਇਹ ਸਾਰੀ ਸ੍ਰਿਸ਼ਟੀ ਇਹ ਉਹੀ ਜਾਣ ਲੈਂਦੀ। ਤੁਸੀਂ ਵਿਵੇਕ ਬੁੱਧੀ ਹਾਸਲ ਕਰਦੇ, ਫਿਰ ਜਾਣ ਲੈਂਦੇ ਸਭ ਕੁਛ। ਤੁਸੀਂ ਆਪਣੀ ਬੁੱਧੀ ਨਾਲ ਜਾਣ ਦੀ ਕੋਸ਼ਿਸ਼ ਕੀਤੀ, ਫਸ ਗਏ। ਮੰਨਦੇ ਨਹੀਂ ਹੁੰਦੇ। ਮੰਨਦੇ ਜਦ ਨੇ ਜਦ ਮੱਛੀ ਪੱਥਰ ਚੱਟ ਲੈਂਦੀ ਹੈ, ਫਿਰ ਪਤਾ ਲੱਗਦਾ ਵੀ ਆਹ ਜਗ੍ਹਾ ਹੈ ਨਹੀਂ ਹੁਣ ਜਾਣ ਨੂੰ। ਉਹ ਜਦ ਵਿਕਾਸ ਦੇ ਵਿੱਚੋਂ ਸਾਹਮਣੇ ਆ ਗਿਆ ਪਿਓ ਨਿਕਲ ਕੇ ਵਿਨਾਸ਼, ਫਿਰ ਮੰਨੇ ਨੇ। ਅਗਨ ਸਾਗਰ ਹੈ, ਤੁਸੀਂ ਅਗਨ ਸਾਗਰ ਦੇ ਵਿੱਚ ਗਾਹਾਂ ਗਾਹਾਂ ਵਧੀ ਜਾਂਦੇ ਹੋ, ਤੇ ਮਰਨਾ ਹੀ ਹੈ ਫਿਰ ਤੇ ਬਚਣਾ ਕਿੱਥੇ। ਅਗਰ ਸਾਗਰ ਤੋਂ ਬਾਹਰ ਨਿਕਲੀਦਾ ਹੁੰਦਾ ਸਮਾਂ, ਕੁਝ ਚਿਰ ਵਾਸਤੇ ਅਸੀਂ ਲੋਹਾ ਪਾਉਂਦੇ ਹਾਂ ਭੱਠੀ 'ਚ, ਫਿਰ ਉਹਨੂੰ ਕੁੱਟਦੇ ਆ, ਬਣਾਉਂਦੇ ਆ, ਉਹਦੀ ਕੋਈ ਚੀਜ਼ ਬਣਾਉਂਦੇ ਆ। ਜੇ ਭੱਠੀ 'ਚ ਰੱਖੇ ਸਾਰਾ ਹੀ ਜਲ ਜਾਂਦਾ, ਬਣਦਾ ਕੁਝ ਵੀ ਨਹੀਂ। ਤੁਸੀਂ ਤਾਂ ਭੱਠੀ 'ਚ ਪਾ ਦਿੱਤਾ ਮਨ ਆਪਣਾ। ਬਣਾਇਆ ਕੀ ਇਹਦਾ? ਕੀ ਬਣਾਇਆ? ਸਾੜ ਤਾਂ ਅੰਦਰ ਮਨੂਰ ਬਣ ਗਿਆ। ਉਹ ਤੁਸੀਂ ਮਨੂਰ ਬਣਾ ਲਿਆ, ਉਹਨਾਂ ਨੇ ਕੰਚਨ ਬਣਾ ਲਿਆ ਮਨ ਨੂੰ। ਉਹਨਾਂ ਦਾ ਮਨ ਕੰਚਨ ਹੋ ਗਿਆ। ਕੰਚਨ ਕਿਵੇਂ ਹੋ ਗਿਆ? ਉਹਨਾਂ ਦੇ ਅੰਦਰ ਕੱਚ ਸੀ, ਜਿਹੜਾ ਨਾ ਕਮੀ ਸੀ ਮਨ 'ਚ, ਉਹ ਕੱਢਤੀ ਬ੍ਰਹਮਗਨ ਦੇ ਵਿੱਚ ਪਾ ਕੇ। ਕੱਚ ਜਿੱਥੇ ਨਹੀਂ ਹੋਵੇ, ਝੂਠ ਜਿੱਥੇ ਨਹੀਂ ਹੁੰਦਾ, ਉਹਨੂੰ ਕੱਚ ਨਾ, ਕੱਚ ਨਹੀਂ ਦਾ ਨਾਮ ਕੰਚਨ ਹੈ। ਜਿੱਥੇ ਕੱਚ ਨਾ ਹੋਵੇ, ਖੋਟ ਨਾ ਹੋਵੇ, ਖੋਟ ਰਹਿਤ ਚੀਜ਼ ਦਾ ਨਾਮ ਕੱਚ ਨਹੀਂ। ਕੱਚ ਨਹੀਂ, ਕੰਚਨ। ਕੱਚ ਨਹੀਂ। ਕੋਈ ਸੋਨਾ ਨਹੀਂ ਹੁੰਦਾ ਕੰਚਨ ਦਾ ਨਾਮ। ਸੋਨਾ ਦੇ ਵਿੱਚ ਗੁਣ ਹੈ ਕਿ 100 ਵਾਰ ਅੱਗ 'ਚ ਪਾ ਲਈਏ ਸੋਨਾ ਘਟਦਾ ਨਹੀਂ, ਉਹ 'ਚ ਕੱਚ ਹੁੰਦਾ ਨਹੀਂ। ਜਿਸ ਚੀਜ਼ ਕੱਚ ਹੈ, ਮੈਲ ਹੈ, ਮਿੱਟੀ ਹੈ, ਸਭ ਸੜਦੀ ਰਹਿੰਦੀ ਅੱਗ 'ਚ ਪਾਈ ਤੇ। ਉਹ ਨਹੀਂ ਘਟਦਾ ਨਹੀਂ ਹੈ ਸੋਨਾ, ਤਾਂ ਉਹਨੂੰ ਕੰਚਨ ਕਹਿੰਦੇ ਨੇ। ਦੇਹੀ ਕੰਚਨ ਕਿਹਾ, ਉਹ ਦੇਹੀ ਸੋਨੇ ਦੀ ਹੁੰਦੀ ਹੈ। ਉਹ ਸੋਨੇ ਦੀ ਲੰਕਾ ਨਹੀਂ ਸੀ। सोना शब्द है, सोने की सुई, रूपे का धागा। ਇਹ ਸ਼ਬਦ ਹੋਰ ਕੁਛ ਨੇ, ਅੱਜ ਅਸੀਂ ਸੋਨਾ ਹੀ ਸਮਝਣ ਲੱਗ ਗਏ ਉਹਨੂੰ। ਸਾਡੇ ਕੋਲ ਇਹੋ ਜਿਹੀ ਚੀਜ਼ ਸੀ, ਉਹਨੂੰ ਕਹਿ ਦਿੱਤਾ ਵੀ ਇਹਨੂੰ ਕਹਿ ਦੋ, ਚੱਲ ਕੰਜਨ ਕਹਿ ਦੋ ਇਹਨੂੰ। ਉਹਦੀ ਮਿਸਾਲ ਦੇ ਦਿੱਤੀ ਚੱਕ ਕੇ। ਥੋੜਾ ਬਹੁਤ ਗੁਣ ਸੀ ਉਹਦੇ ਨਾਲ ਮਿਲਦਾ ਜੁਲਦਾ, ਹੋਰ ਕਿਸੇ ਦੀ ਗੁਣ ਹੈ ਨਹੀਂ ਸੀ, ਉਹਦੀ ਉਹ ਮਿਸਾਲ ਦੇ ਦਿੱਤੀ ਚੱਕ ਕੇ। ਉਹ ਤਾਂ ਪ੍ਰਮਾਣ ਖਾਤਰ ਨਾਂ ਰੱਖੇ ਨੇ ਨਾ ਚੀਜ਼ਾਂ ਦੇ, ਪ੍ਰਮਾਣ ਦੇਣ ਵਾਸਤੇ ਉਹ ਜਿਹੜੇ ਵੇਦ ਵਾਲੇ ਨਾਂ ਤੇ ਇਹਨਾਂ ਨੂੰ ਦੇ ਦਿੱਤੇ। ਕਿਆ ਚੀਜ਼ ਹੈ ਉਹ ਜੀ? ਭਗਤ ਜਨਾਂ ਕੇ ਮਨ ਵਿਸਰਾਮ। ਇਹ ਕੱਚ ਨਹੀਂ ਹੈ ਇਹਦੇ ਵਿੱਚ, ਸਤਨਾਮ ਦੇ ਵਿੱਚ ਝੂਠ ਨਹੀਂ ਹੈ ਕੁਝ ਵੀ, ਮਾਇਆ ਨਹੀਂ ਹੈ। ਮਾਇਆ ਦਾ ਗਿਆਨ ਹਵਾ ਸਮਾਨ ਬਣੀ ਹੈ ਇਹਦੇ ਚ। ਉਹ ਪਿੱਛੇ ਆ ਕੇ ਗੁਰਬਾਣੀ ਦੇ ਆਖਰ ਦੇ ਵਿੱਚ ਹੀ ਉਹਨਾਂ ਨੇ ਦੱਸਿਆ, ਕਹਿੰਦਾ ਕੁੱਲ ਗੁਰਬਾਣੀ ਦੇ ਵਿੱਚ ਕੀ ਹੈ? ਤੇਰਾ ਕੀਤਾ ਜਾਤੋ ਨਹੀਂ। ਜਿਹੜੀ ਤੇਰੀ ਕਿਰਤਾ ਉਹਦੀ ਜਾਣਕਾਰੀ ਬਿਲਕੁਲ ਅਸੀਂ ਲੈ ਨਹੀਂ, ਉਧਰੋਂ ਗਏ ਨਹੀਂ ਹਾਂ, ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਕਿਰਤ ਨੂੰ ਕੋਈ ਕਿਰਤ ਦੀ ਖੋਜ ਨਹੀਂ ਹੈ ਗੁਰਬਾਣੀ ਚ। ਕਿਰਤ ਵੱਲ ਨੂੰ ਜਾਣਾ ਮਨਾ, ਕਿਰਤ ਦੀ ਖੋਜ ਵੱਲ ਜਾਣਾ। ਇਤਿਹਾਸ ਵੀ ਕਰਤਾ, ਉਹਦੇ ਵੱਲ ਜਾਣਾ ਮਨਾ। ਇਤਿਹਾਸ ਦਾ ਪੱਖ ਅਸੀਂ ਕੀ ਲੈਣਾ ਵੀ ਧਰਮ ਨੂੰ ਕਿਵੇਂ ਕਿਵੇਂ ਕਿਹਨਾਂ ਨੇ ਆਤਮਾਵਾਂ ਨੇ ਕੀ ਕੀਤਾ। ਉਹ ਆਤਮਾ ਦੀ ਖੋਜ ਹੈ, ਉੱਥੇ ਵੀ ਆਤਮਾ ਦੀ ਮਲੀਨਤਾ ਦੀ ਗੱਲ ਕਰਦੇ ਹਾਂ ਅਸੀਂ।
ਉਹ ਮਲੀਨ ਆਤਮਾਵਾਂ ਹੁਣ ਵੀ ਮਲੀਨ ਨੇ, ਹੁਣ ਵੀ ਸੱਚ ਦਾ ਵਿਰੋਧ ਕਰਦੀਆਂ ਨੇ, ਉਦੋਂ ਵੀ ਕਰਦੀਆਂ ਸੀਗੀਆਂ। ਇੱਥੇ ਵੀ ਆਤਮਾ ਦੀ ਉਹ ਗੱਲ ਕਰ ਰਹੇ ਹਾਂ ਅਸੀਂ ਗੁਰਬਾਣੀ ਚ। ਆਤਮਾ ਦੀ ਉਹ ਖੇਡ ਹੈ ਸਾਰੀ। ਸਰੀਰ ਦਾ ਕੀ ਹੈ? ਚੰਗੀ ਬੁਰੀ ਆਤਮਾ ਹੈ, ਔਗਣ ਆਤਮਾ ਚ ਨੇ। ਆਤਮਾ ਦੀ ਬਿਮਾਰੀਆਂ ਨੇ, ਆਤਮਕ ਬਿਮਾਰੀਆਂ ਦਾ ਹੀ ਇਲਾਜ ਹੈ। ਸੰਸਾਰ ਰੋਗੀ ਨਾਮ ਦਾਰੂ। ਹੁਣ ਕੋਈ ਕਹਿੰਦਾ ਸੰਸਾਰ ਰੋਗੀ ਹੈ, ਬਾਹਰ ਸੰਸਾਰ ਸਾਰੇ ਰੋਗ ਨੇ ਹਸਪਤਾਲ ਭਰੇ ਪਏ ਨੇ, ਉਹ ਬਾਹਲਾ ਅਰਥ ਲੈ ਲੂਗਾ, ਸਰੀਰ ਦੇ ਰੋਗਾਂ ਦਾ ਲੈ ਲੂ। ਜਿਹਨੇ ਗੱਲ ਕਹੀ ਆ ਹੁੰਦਾ ਸਰੀਰ ਦੀ ਗੱਲ ਕਰਦਾ। ਦੂਜਾ ਸੰਸਾਰੀ ਆਦਮੀ ਬਾਹਲੇ ਅਰਥ ਲੈ ਲੂ। ਸੰਸਾਰ ਰੋਗੀ ਆ ਬਈ, ਨਾਮ ਦਾਰੂ ਆ। ਨਾਮ ਨਾਲ ਇਲਾਜ ਕਰਨ ਲੱਗੇ, ਇੱਥੇ ਬਥੇਰੇ ਬਣੇ ਹੋਏ ਨੇ। ਹੁਣ ਕਿੱਥੇ ਗਏ ਕਰੋਨਾ ਦਾ ਇਲਾਜ ਕਰ ਲੈਣ? ਸਸਤੇ ਗਿਆਨ ਵਾਲੇ ਪਖੰਡੀ ਲੋਕ ਸੀਗੇ, ਨਾਮ ਦਾਰੂ ਵਾਲੇ, ਇਹ ਕਰਨੇ ਵਾਲੇ ਸਭ ਇਹੀ ਨੇ, ਜਿਹੜੇ ਧਰਮ ਨੂੰ ਧੰਦਾ ਬਣਾਉਣ ਵਾਲੇ ਨੇ ਨਾ, ਉਹ ਇਹੋ ਜਿਹੇ ਕੰਮ ਕਰਦੇ ਹੁੰਦੇ ਨੇ। ਜਾਂ ਧੰਦਾ ਨਾ ਵੀ ਹੋਵੇ, ਕਈ ਵਾਰ ਨਹੀਂ ਵੀ ਧੰਦਾ ਬਣਾਉਂਦੇ, ਪ੍ਰਸਿੱਧੀ ਸਸਤੀ। ਸਾਨੂੰ ਲੋਕਾਂ ਨੂੰ ਬ੍ਰਹਮ ਗਿਆਨੀ ਨੇ, ਇਹ ਹੈ ਉਹ ਹੈ, ਅਸੀਂ ਜਿਵੇਂ ਕਰਦੇ ਹਾਂ ਜੀ, ਅਸੀਂ ਉਹ ਕਰਦੇ ਹਾਂ, ਫੂਕ ਮਾਰ ਕੇ ਕਰ ਦਿੰਦੇ ਹਾਂ। ਇਹ ਪ੍ਰਸਿੱਧੀਆਂ ਵਾਲੇ ਲੋਕ ਨੇ, ਇਹ ਵੀ ਰਾਹ ਰੋਕਣ ਵਾਲੇ ਨੇ। ਅਸਲੀ ਧਰਮ ਦੀ ਕੋਈ ਖੋਜ ਨਾ ਕਰ ਲਵੇ, ਉਧਰ ਨੂੰ ਜਾਣ ਤੇ ਰੋਕਣ ਵਾਲੇ ਇਹ ਵੀ ਉਹੀ ਨੇ। ਛਾਤਰ ਆਦਮੀ ਹੁੰਦੇ ਨੇ, ਸਭ ਛਾਤਰ ਨੇ, ਸਭ ਉਹੀ ਜਿਹੜਾ ਹੈਗਾ ਪਖੰਡਵਾਦ, ਉਹਦਾ ਰੂਪ ਹੈ, ਹੋਰ ਕੀ। ਅੰਮ੍ਰਿਤ ਪ੍ਰਭ ਨਾਮ ਜਿਹੜਾ ਹੈਗਾ, ਉਹ ਆਤਮਕ ਬਿਮਾਰੀ ਹੰਕਾਰ ਦਾ ਹੀ ਵੈਸੇ ਇਲਾਜ ਹੈ। ਹੰਕਾਰ ਕੀ ਦਾ ਕਰਨਾ? ਹੰਕਾਰ ਦਾ ਵੀ ਇਲਾਜ ਨਹੀਂ ਹੈ ਅਸਲ ਚ। ਹੰਕਾਰ ਦਾ ਵਿਰੋਧ ਕਰਦਾ, ਹੰਕਾਰ ਇਹਦਾ ਵਿਰੋਧ ਕਰਦਾ। ਅੰਮ੍ਰਿਤ ਨਾਮ ਦਾ ਹੰਕਾਰ ਹੋਵੇ ਨਾਵੇਂ ਨਾਲ ਵਿਰੋਧ ਹੈ। ਹੰਕਾਰੀ ਮਾਨੇ ਦਾ ਵਿਰੋਧ ਕਰਦਾ। ਉਹ ਜਿਹੜਾ ਅੰਦਰ ਉਹਦੇ ਵਿਰੋਧ ਹੈ, ਉਹਨਾਂ ਨੂੰ ਹੰਕਾਰ ਹੈ। ਵਿਰੋਧ ਕਰਨ ਦਾ ਜਿਹੜਾ ਉਹਦਾ ਹੌਸਲਾ ਹੈ, ਜਿਹੜਾ ਵਿਰੋਧ ਕਰਨ ਦਾ ਹੌਸਲਾ, ਉਹਦਾ ਨਾਮ ਹੰਕਾਰ ਹੈ। ਜਿਹੜੀ ਉਹਨੂੰ ਐਨਰਜੀ ਅੰਦਰ ਉਹਦੇ ਵਿਰੋਧ ਕਰਨ ਦੀ, ਉਹਦਾ ਨਾਮ ਹੰਕਾਰ ਹੈ। ਉਹਦਾ ਕੋਈ ਇਲਾਜ ਨਹੀਂ, ਉਹਦੀ ਦਾਰੂ ਕੋਈ ਨਹੀਂ ਹੈ। ਨਾਮ ਦਾਰੂ ਹੈ, ਨਾਮ ਉਹਦਾ ਵਿਰੋਧ ਕਰਦਾ, ਉਹਦੀ ਦਾਰੂ ਕਿੱਥੇ ਹੋਣੀ ਹੈ? ਇਲਾਜ ਕਿਹਦਾ? ਇਲਾਜ ਉਹ ਚੀਜ਼ ਦਾ ਕਹਿੰਦੇ ਹੋਮੇ ਕਿੱਥੋਂ ਉਪਜਾ। ਇਹਦੀ ਜੜ, ਇਹਦੀ ਮਾਂ ਮਾਰਤੀ ਹੰਕਾਰ ਦੀ। ਹੰਕਾਰ ਦੀ ਜੜ ਤੇ ਹਮਲਾ ਕੀਤਾ ਜਿੱਥੋਂ ਪੈਦਾ ਹੁੰਦਾ। ਹੰਕਾਰ ਪੈਦਾ ਕਿੱਥੋਂ ਹੁੰਦਾ? ਭਰਮ ਤੋਂ। ਅਸਲ ਦੇ ਵਿੱਚ ਜਿਹੜੀ ਪਹਿਲੀ ਗੱਲ ਹੋਈ ਹੈ ਭਗਤਾਂ ਦੇ ਵਿੱਚ, ਪਹਿਲਾਂ ਲੋਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜਾਂ ਨੂੰ ਮੰਨਦੇ ਨੇ, ਤੇ ਕਬੀਰ ਨੇ 6 ਖੋਜ ਲਏ। ਇੱਕ ਮਨ ਤੇ 2 ਮੂਏ, 2 ਮਨ ਤੇ 4, 4 ਮਨ ਤੇ 6 ਮੂਏ, 4 ਪੁਰਖ 2 ਨਾਰ। 6ਵਾਂ ਸੀ ਭਰਮ। ਭਰਮੇ ਭੂਲਾ ਦਾ ਦਸਤਾਵਾ ਫਿਰ ਇਹਦਾ ਹੋਇਆ। ਹੋਵੇਂ ਕਿੱਥੋਂ ਪੁਜੇ, ਤਾਂ ਹੀ ਗੁਰੂ ਨਾਨਕ ਨੇ ਕਿਹਾ ਕਿ ਸੰਜਮੇ ਜਾਏ। ਹੁਣ ਭਰਮ ਦੂਰ ਕਰਨਾ ਕਿਵੇਂ ਜਾਊਗੀ? ਹੋਵੇਂ ਜਿੱਥੋਂ ਪੈਦਾ ਹੁੰਦੀ ਹੈ ਉੱਥੋਂ ਹੀ ਜਾਊਗੀ। ਹੁਣ ਗੁਰਪ੍ਰਸਾਦ ਭਰਮ ਕਾ ਨਾਸ, ਹੋਵੇਂ ਦਾ ਨਾਸ ਕਿਤੇ ਨਹੀਂ ਲਿਖਿਆ ਹੋਇਆ। ਸਿਰਫ ਮਾਰਨਾ ਭਰਮ ਨੂੰ ਹੈ। ਗਿਆਨ ਜਿਹੜਾ ਨਾਮ ਹੈ, ਭਰਮ ਦੀ ਦਵਾਈ ਹੈ। ਭਰਮ ਘਟਿਆ ਜਾਣਾ, ਚਾਨਣ ਹੋ ਜਾਣਾ। ਜਿਹੜੇ ਹਿੱਸੇ 'ਚ ਹਨੇਰਾ ਹੈ, ਉਹ ਹਨੇਰਾ ਚੱਕਿਆ ਜਾਣਾ ਅੰਦਰ ਨਾਲ। ਹਨੇਰਾ ਚੱਕਿਆ ਗਿਆ, ਇੱਕੋ ਹੀ ਰਹਿ ਜਾਂਦਾ, ਦੂਆ ਹੀ ਨਹੀਂ। ਉਹ ਦੂਆ ਤਾਂ ਹਨੇਰੇ ਦਾ ਨਾਂ ਹੈ, ਭਰਮ ਤਾਂ ਹਨੇਰੇ ਦਾ ਹੀ ਨਾਂ ਹੈ। ਅੰਦਰ ਹਨੇਰਾ ਉਹਨਾਂ ਦੇ, ਅਗਿਆਨਤਾ। ਅਗਿਆਨਤਾ ਹੀ ਭਰਮ ਬਣ ਕੇ ਖੜੀ ਹੈ ਉਹਨਾਂ ਦੀ। ਅਗਿਆਨਤਾ ਮਨ ਨੇ ਲੈ ਲਈ, ਮਨ ਕੋਲ ਨਹੀਂ ਛੱਡਦਾ ਆਪਣੀ ਅਗਿਆਨਤਾ। ਅਗਿਆਨਤਾ ਛੁੱਟੇ ਤਾਂ ਜੇ ਗੁਰਬਾਣੀ ਮੰਨੇ। ਗੁਰਬਾਣੀ ਉਹ ਮੰਨਦਾ ਨਹੀਂ, ਅਗਿਆਨਤਾ ਉਹਦੀ ਦੂਰ ਹੁੰਦੀ ਨਹੀਂ। ਜਦੋਂ ਗੁਰਬਾਣੀ ਨਹੀਂ ਮੰਨਦਾ ਤਾਂ ਅਗਿਆਨਤਾ ਦੂਰ ਨਹੀਂ ਹੁੰਦੀ।
ਜਾਂ ਰੋਸ਼ਨੀ ਅੰਦਰ ਬਣਨੇ ਨਹੀਂ ਦਿੰਦਾ, ਆਪਣੇ ਮੋਮਬੱਤੀ ਨੂੰ ਜਗਣੇ ਨਹੀਂ ਦਿੰਦਾ, ਦੀਵਾ ਗਿਆਨ ਨਾਲ ਜਗਣੇ ਨਹੀਂ ਦਿੰਦਾ, ਫੂਕ ਮਾਰ ਦਿੰਦਾ, ਉਹ ਤਾਂ ਆਉਂਦੀ ਹੈ ਦੀਵਾ ਜਗਾਉਣ। ਗੁਰਬਾਣੀ ਤੇਰੇ ਅੰਦਰ ਚੈਨਲ ਕਰਨ, ਤੂੰ ਦਰਵਾਜ਼ਾ ਭੇਟ ਦਿੰਦਾ ਵੀ ਮੈਂ ਨਹੀਂ ਅੰਦਰ ਬਣ ਦੇਣਾ। ਤੇਰੀ ਅਗਿਆਨਤਾ ਦੂਰ ਕਿਵੇਂ ਹੋ ਜੂ ਬਈ? ਅਗਿਆਨਤਾ ਨਾ ਦੂਰ ਹੋਣ ਦਾ ਕਾਰਨ ਇਹ ਹੈ, ਵੱਡੇ ਵੱਡੇ ਹੰਕਾਰੀ ਨੇ ਜਿਹੜੇ ਕੁਝ ਬੋਲ ਬੈਠੇ, ਪ੍ਰਚਾਰ ਕਰ ਬੈਠੇ, ਹੁਣ ਉਹ ਬਦਲਣਾ ਨਹੀਂ ਚਾਹੁੰਦੇ। ਜੇ ਬਦਲਦੇ ਨੇ ਬੇਇੱਜ਼ਤੀ ਸਮਝਦੇ ਨੇ। ਇੰਨੀ ਗੱਲ ਦੇ ਮਾਰੇ ਹੀ ਹਰਕ ਦੇ ਨਰਕ ਚ ਚਲੇ ਜਾਣਾ ਉਹਨਾਂ ਨੇ। ਨਰਕ ਕਬੂਲ ਕਰ ਲਿਆ ਪਰ ਗੱਲ ਨਹੀਂ ਮੰਨਣੀ। ਇਹ ਮੂਰਖਤਾ ਹੈ। ਜਿੱਡਾ ਵੱਡਾ ਮੂਰਖ ਓਡਾ ਵੱਡਾ ਹੰਕਾਰੀ। ਜੇ ਤੂੰ ਗੁਰਬਾਣੀ ਨਹੀਂ ਮੰਨਦਾ, ਮੂਰਖਤਾ ਤੇਰੀ। ਦੱਸੋ ਕਿਹੜੀ ਅਕਲ ਦੀ ਗੱਲ ਹੈ ਬਈ? ਜੇ ਕਹਿੰਦਾ ਲੈ ਵੀ ਮੈਨੂੰ ਜੋਰ ਲਾ ਹਟੇ ਮਾਸਟਰ, ਘਰ ਦੇ ਵੀ ਜੋਰ ਲਾ ਹਟੇ, ਕਾਰ 'ਚ ਜਾਂਦਾ ਸੀ ਸਕੂਲ, ਮੈਂ ਨਹੀਂ ਪੜ੍ਹਿਆ, ਵਾਹ ਬਾਈ ਵਾਹ, ਬੜੀ ਜਿੱਤੀ ਜੇ ਨਹੀਂ ਪੜ੍ਹਿਆ। ਉਹ ਐਡਾ ਕੋਈ ਸਿਸਟਮ ਬਣਾਇਆ ਪਰਮੇਸ਼ਰ ਨੇ ਗਿਆਨ ਦੇਣ ਨੂੰ, ਕੋਈ ਸਾਧਨ ਬਣਾਏ, ਇਹਨੇ ਧਰਮ ਬਣਾਏ, ਫਿਰ ਕੋਈ ਭਗਤ ਕਬੀਰ ਵਰਗਾ ਪੈਦਾ ਕੀਤਾ, ਉਪਾਇਆ ਪੈਦਾ ਤਾਂ ਨਹੀਂ ਕੀਤਾ, ਉਪਾਇਆ ਕਹਿੰਦੇ ਨੇ। ਹਰ ਜੁਗ ਜੁਗ ਭਗਤ ਉਪਾਇਆ। ਫਿਰ ਪੈਜ ਵੀ ਰੱਖਦਾ ਆ ਭਗਤਾਂ ਦੀ, ਹਾਥੀ ਮੂਹਰੇ ਚੜ੍ਹਤਾ ਉੱਥੇ ਵੀ ਉਹਦੀ ਪੈਜ ਰੱਖੀ, ਆਪ ਬਚਾਇਆ ਹੱਥ ਦੇ ਕੇ। ਜ਼ਹਿਰ ਹੋਣਾ ਪਿਆ, ਆਪ ਉਹਨੂੰ ਸ਼ਕਤੀ ਜ਼ਹਿਰ ਆਪਣੀ ਕਰਨੀ ਪਈ ਵੀ ਮੈਂ ਹੈ ਗੱਲ ਬਚਾਉਣ ਵਾਲਾ, ਮਾਰ ਕੇ ਦਿਖਾਓ ਮੈਂ ਤੇ ਮੈਨੂੰ ਮਾਰ ਦੋ ਮੈਂ। ਤਾਂ ਕਹਿੰਦੇ ਜੰਮਣ ਵਰਨਾ ਹੁਕਮ ਸਬੂਤ ਨੇ ਸਾਡੇ ਕੋਲ। ਉਹ ਮਾਰਨਾ ਦਿੱਤਾ, ਨਾਮਦੇਵ ਨੇ ਮਾਰਤਾ, ਪ੍ਰਹਲਾਦ ਨੇ ਮਾਰਤਾ। ਇਹ ਦੂਏ ਤਾਂ ਜਾਣ ਕੇ ਸਿਰ ਚੜ ਕੇ ਹੋਏ ਨੇ, ਜਿਹੜੇ ਦੂਏ ਹੋਏ ਨੇ ਬਾਅਦ ਚ। ਜੜ ਨਹੀਂ ਪੱਟ ਹੁੰਦੀ ਸੀ, ਸਰੀਰ ਤਾਂ ਛੱਡਣਾ ਹੀ ਸੀ। ਉਹ ਕਿਉਂ ਕੀਤਾ? ਡਰਦੇ ਉਹ ਨਹੀਂ ਸੀ। ਉਹ ਕਹਿੰਦੇ ਤੇ ਵੀ ਭਰੋਸਾ ਤੇਰਾ ਤਾਂ ਆਊਗਾ ਜੇ ਤੂੰ ਹੁਣ ਦਿਖਾਉਣਾ ਕੁਛ। ਸਾਡੇ ਕਹੇ ਦੀ ਲਾਜ ਰੱਖ ਵੀ ਤੂੰ ਹੈ ਸ਼ਕਤੀਸ਼ਾਲੀ। ਉਹ ਸਿਰਫ ਉਹਨਾਂ ਦੇ ਕਹੇ ਦੀ ਜੋ ਬਾਣੀ ਉਹਨਾਂ ਤੇ ਉਚਾਰਨ ਕਰਵਾਈ ਸੀ, ਇਹਨੂੰ ਲੋਕ ਝੂਠੀ ਮੰਨ ਲੈਣਗੇ ਜੇ ਹੁਣ ਤਾਂ ਨਾਲ ਖੜਾ ਹੋਇਆ। ਆਹ ਗੱਲ ਸੀ। ਉਹ ਕਦੇ ਡਰਦੇ ਤੇ ਜਾਨ ਬਚਾਉਣ ਦੀ ਗੱਲ ਨਹੀਂ ਸੀ ਉੱਥੇ। ਦੁਨੀਆ ਨੂੰ ਭਰੋਸਾ ਕਿਵੇਂ ਹੁੰਦਾ? ਸਵਾਲ ਤਾਂ ਇਹ ਹੈ। ਪਤੀਆ ਕਿਵੇਂ ਆਉਂਦਾ? ਪ੍ਰਤਿਆਵਾ ਕਿਵੇਂ ਆਉਂਦਾ? ਨਾਮਦੇਵ ਦੀ ਗੱਲ ਦਾ ਵਿਸ਼ਵਾਸ ਕਿਵੇਂ ਹੁੰਦਾ? ਜੇ ਗਊ ਨਾ ਜਿਉਂਦੀ ਹੁੰਦੀ, ਨਾਮਦੇਵ ਦਾ ਕਿਵੇਂ ਵਿਸ਼ਵਾਸ ਹੁੰਦਾ? ਗਊ ਜਿਉਂਦੀ ਕਰ ਦਿੰਦਾ। ਜਿਹੜੀ ਉਹ ਕਰਦਾ ਤੇ ਉਹਨੇ ਕਰਕੇ ਦਿਖਾਤੀ। ਮੈਂ ਤਾਂ ਗਊ ਕਹਿੰਦਾ ਦੇਖੋ ਜਿਉਂਦੀ ਹੋਈ ਆ, ਮਰੀ ਹੋਈ ਸੀਗੀ ਨਹੀਂ ਸੀਗੀ? ਉਹ ਕਹਿੰਦੇ ਹਾਂ ਇਹ ਤਾਂ ਹੋ ਗਈ, ਬਸ ਇਹੀ ਸੀ। ਇਹਨਾਂ ਦੀ ਗਊ ਬਾਹਰਲੀ ਹੈ, ਸਾਡੀ ਗਊ ਅੰਦਰਲੀ ਹੈ, ਚੋਰ ਨਹੀਂ। ਫਿਰ ਉਹ ਮਿੰਨਤਾਂ ਕਰਦੇ ਨੇ, ਬਖਸ਼ੀ ਹਿੰਦੂ ਮੈਂ ਤੇਰੀ ਗਾਏ। ਫਿਰ ਆਪ ਗਾਏ ਬਣੇ ਨਾ। ਉਹ ਗਾਏ ਛੱਡੀ ਨਾ ਛੱਡੀ ਦੂਈ। ਆ ਪੰਕਤੀ ਕਿੱਥੇ ਗਈ? ਬਖਸ਼ੀ ਹਿੰਦੂ ਮੈਂ ਤੇਰੀ ਗਾਏ, ਕਿਹੜੀ ਗਾਏ? ਸਭ ਕੁਝ ਪਿਆ, ਸਭ ਕੁਝ ਪਤਾ ਸੀ, ਸਭ ਕੁਝ ਸਮਝਦੇ ਤੇ ਭਗਤਾਂ ਨੇ ਸਮਝਾਇਆ ਹੋਇਆ ਸੀ। ਜਿਹੜੇ ਕਾਸ਼ੀ ਦੂਏ ਬੈਠੇ ਤੇ ਹੋਰ ਬੰਦੇ, ਉਹਨਾਂ ਨੇ ਨਹੀਂ ਸੀ ਮੰਨਣ ਦੇਣੀ ਇਹ ਗੱਲ। ਸਾਰਿਆਂ ਨੂੰ ਸਮਝ ਸੀ। ਹੁਣ ਸਾਰਿਆਂ ਨੂੰ ਕਿਤੇ ਸਮਝ ਨਹੀਂ ਜੋ ਆਪਾਂ ਬੋਲਦੇ ਆ। ਇਹਨੂੰ ਬਦਲਣ ਵਾਲੇ ਹੁਣ ਵੀ ਬਦਲਣ ਨੂੰ ਤਿਆਰ ਨੇ, ਹੁਣ ਵੀ ਬਦਲ ਨੂੰ ਆਪਣੇ ਬੁਲਾਉਂਦੇ ਨੇ। ਕਿਵੇਂ ਬਦਲੀਏਗਾ? ਹਾਂ, ਆਪਣਾ ਪਲਾਨ ਉਹਨਾਂ ਨੇ ਬਣਾਈ ਜਾਣਾ ਅੰਦਰ ਅੰਦਰ। ਜਾਂ ਸਮਾਂ ਪੂਜਾ ਬਦਲ ਦੇਣਗੇ। ਜਾਂ ਉਹਨਾਂ ਦਾ ਜ਼ੋਰ ਪੈ ਗਿਆ, ਦੇਖਿਆ ਨਾ ਵੀ ਉਹਨਾਂ ਵੱਲ ਦੀ ਪਬਲਿਕ ਜ਼ਿਆਦਾ ਹੋ ਗਈ, ਇੱਥੇ ਅਗਿਆਨੀ ਰਹਿ ਗਏ। ਹੁਣ ਤਾਂ ਵਾਲਾ ਆ ਰਿਹਾ ਦੁੱਧ ਨੂੰ। ਪਹਿਲਾਂ ਬਹੁਤਾ ਚਿਰ ਨਹੀਂ ਦੁੱਧ ਉਬਲਦਾ ਹੁੰਦਾ, ਬਾਬੇ ਹਟ ਜਾਂਦਾ ਹੁੰਦਾ ਉਬਲਣ ਤੇ, ਫਿਰ ਖੋਆ ਹੀ ਬਣਦਾ ਇਹਦਾ। ਥੋੜਾ ਚਿਰ ਉਬਲਦਾ ਹੁੰਦਾ। ਜਿਹੜੇ ਹੁਣ ਹੈਗੇ ਨੇ ਉੱਤੇ ਉੱਤੇ ਪੂਰ ਨਿਕਲ ਜਾਣੇ ਨੇ, ਇਹ ਪੂਰ ਡੋਬਦੇ ਰਹੇ ਨੇ। ਫਿਰ ਗੱਲ ਚੱਲਦੀ ਰਹਿੰਦੀ ਹੁੰਦੀ ਹੈ। ਜਿੰਨਾ ਚਿਰ ਤਾਂ ਇਹ ਦਬੇ ਰਹਿੰਦੇ ਨੇ, ਜਦ ਰਾਜ ਪ੍ਰਬੰਧ ਇਹਨਾਂ ਦੇ ਹੱਕ 'ਚ ਆ ਜਾਂਦਾ ਹੈ, ਫਿਰ ਇਹਨਾਂ ਦੀ ਗੁੱਡੀ ਚੜ ਜਾਂਦੀ ਹੈ। ਹੁਣ ਰਾਜ ਪ੍ਰਬੰਧ, ਕੋਰਟਾਂ ਹੋਰ
ਪਬਲਿਕ ਇਹਨਾਂ ਦੇ ਹੱਕ 'ਚ ਨਹੀਂ ਹੈ, ਗਿਆਨ ਇਹਨਾਂ ਦੇ ਹੱਕ 'ਚ ਨਹੀਂ, ਇਹਦਾ ਗਿਆਨ ਲਿਮਟਿਡ ਝੂਠਾ ਸਾਬਤ ਹੋ ਗਿਆ ਦੁਨੀਆ ਨੂੰ। ਅਸਲ 'ਚ ਅੰਦਰ ਖਾਨੇ ਜਿਹੜੇ ਮਿਨਿਸਟਰ ਨੇ ਉਹ ਤਾਂ ਵੋਟਾਂ ਕਰਕੇ ਇਹਨਾਂ ਦੇ ਪੈਰ ਫੜਦੇ ਨੇ, ਜਾਂ ਹੋਰ ਗੱਲ ਕੁਛ ਵੀ ਨਹੀਂ। ਸਵਾਰਥੀ ਹੈ, ਉਹਨਾਂ ਦਾ ਆਪਣਾ ਸਵਾਰਥ ਹੈ, ਉਹ ਸਵਾਰਥ ਕਰਕੇ ਇਹਨੂੰ ਬੜਾ ਮੰਨਦੇ ਨੇ, ਹੋਰ ਗੱਲ ਕੁਛ ਵੀ ਨਹੀਂ ਹੁੰਦੀ ਇਹਨਾਂ 'ਚ। ਉਹ ਗੱਲ ਨਹੀਂ ਵਡਿਆਈ ਵਾਲੀ ਹੁੰਦੀ, ਸਵਾਰਥ ਪੂਰਤੀ ਉਹ ਉਹਦੀ ਕਰਦਾ, ਉਹ ਮਿਨਿਸਟਰ ਦੀ ਸਵਾਰਥ ਪੂਰਤੀ ਕਰਦਾ, ਵੋਟਾਂ ਦੀ ਉਹ ਉਹਦੀ ਕਰਦਾ। ਇੱਕ ਦੂਜੇ ਦੀ ਸਵਾਰਥ ਪੂਰਤੀ ਦੀ ਸਾਂਝ ਹੈ ਇਹਨਾਂ ਦੀ। ਜਿੱਥੇ ਸਵਾਰਥ ਹੈ ਨਹੀਂ, ਪਰਮਾਰਥ ਹੈ, ਉੱਥੇ ਆ ਕੇ ਰਾਜਾ ਵੀ ਫੇਲ, ਇਹ ਵੀ ਫੇਲ, ਦੋਵੇਂ ਫੇਲ ਹੋ ਜਾਂਦੇ। ਹੁਣ ਜਿਹੜੇ ਰਾਜ ਪ੍ਰਬੰਧ 'ਚ ਨਹੀਂ ਚਾਹੁੰਦੇ ਲੋਕ ਇਸ ਗਿਆਨ ਨੂੰ, ਉਹ ਵੀ ਫੇਲ ਹੋ ਜਾਣੇ ਨੇ। ਪਬਲਿਕ ਨਾਲ ਇਮਾਨਦਾਰੀ ਦੀਆਂ ਗੱਲਾਂ ਕਰਦੇ ਰਹੇ ਨੇ, ਇਮਾਨਦਾਰ ਸਾਬਤ ਨਹੀਂ ਹੋਏ ਉਹ। ਪਬਲਿਕ ਜਾਣਦੀ ਹੈ, ਪਬਲਿਕ ਨੂੰ ਸਭ ਜਾਣਣਾ। ਪਬਲਿਕ ਕਰੇ ਕੀ, ਜਾਵੇ ਕਿਹੜੇ ਖੂਹ 'ਚ ਮੂਹਰੇ ਤਾਂ ਕੋਈ ਲੱਗੇ। ਬਸ ਆਖਰੀ ਗੱਲ ਫਿਰ ਧਰਮ ਦੀ ਹੁੰਦੀ ਹੈ। ਧਾਰਮਿਕ ਲੋਕ ਬੈਠੇ ਰਹਿੰਦੇ ਨੇ ਉਹਨਾਂ ਚਿਰ, ਜਿੰਨਾ ਚਿਰ ਪਬਲਿਕ ਨੂੰ ਧਰਮ ਦੀ ਲੋੜ ਨਹੀਂ ਹੁੰਦੀ। ਪਬਲਿਕ ਨੂੰ ਜਦ ਪਬਲਿਕ ਨੂੰ ਰਾਜ ਪ੍ਰਬੰਧ ਦੁਖੀ ਕਰ ਦਿੰਦਾ, ਪਖੰਡਵਾਦ ਧਰਮ ਦੁਖੀ ਕਰ ਦਿੰਦਾ ਹੈ, ਫਿਰ ਪਬਲਿਕ ਤੇ ਬਾਗੀ ਹੋ ਕੇ ਫਿਰ ਨਾਮ ਪ੍ਰਗਟ ਹੁੰਦਾ। ਉਹ ਤਾਂ ਪਤਾ ਲੱਗ ਜਾਂਦਾ ਵੀ ਹੁਣ ਰੋਟੀ ਹੁਣ ਥੱਲਣੇ ਵਾਲੀ ਹੈ, ਰੋਟੀ ਦਾ ਪਤਾ ਲੱਗ ਜਾਂਦਾ ਐਕਸਪਰਟ ਆਦਮੀ ਨੂੰ ਵੀ ਹੁਣ ਇਹਨੂੰ ਥੱਲਦੀ ਹੈ ਦੂਏ ਪਾਸੇ, ਉਹ ਰੋਟੀ ਥੱਲ ਦਿੰਦਾ, ਦੂਆ ਪਾਸਾ ਪੱਕਣ ਲੱਗ ਜਾਂਦਾ। ਆਹੀ ਗੱਲ ਹੈ। ਹੁਣ ਇੱਧਰਲਾ ਪਾਸਾ ਦਾ ਜਲਿਆ ਪਿਆ ਰੋਟੀ ਦਾ, ਧੂਆਂ ਨਿਕਲਿਆ, ਬਦਬੂ ਆਉਂਦੀ ਹੈ, ਜਦ ਥੱਲੀ ਹੈ। ਇੱਧਰਲਾ ਪਾਸਾ ਜਦ ਥੱਲਦਾ, ਉਹ ਉਧਰ ਸੇਕ ਨਹੀਂ ਲੱਗਦਾ, ਉਧਰ ਤਾਂ ਉਹ ਜਿਹਾ ਰਹਿੰਦਾ, ਉਧਰ ਨਹੀਂ ਸੇਕ ਲੱਗਦਾ ਸੰਸਾਰ ਦਾ। ਉਹ ਤਾਂ ਜਿਹੇ ਜਿਹੇ ਪਾਈ ਸੀ ਰੋਟੀ, ਜਿੰਨੀ ਮਰਜ਼ੀ ਅੱਗ ਜਲੀ ਜਾਵੇ ਉਹੀ ਜਿਹੀ ਰਹਿੰਦੀ ਹੈ। ਉਹ ਜਦ ਥੱਲਦੇ ਨੇ ਉਹ ਤਾਂ ਉਹੀ ਜਿਹੀ ਹੁੰਦੀ ਹੈ। ਇੱਧਰਲਾ ਪਾਸਾ ਹੀ ਜਲਦਾ, ਮਾਇਆ ਧਾਰੀਓ ਜਲਦਾ, ਉੱਥੇ ਤਾਂ ਪਾਹੇ ਨਾ ਸਕਾ ਜਲ, ਉੱਥੇ ਤਾਂ ਵੀ ਕੁਛ ਨਹੀਂ ਕਹਿੰਦੀ ਹੈ ਉਹਨੂੰ। ਉਹ ਜੇ ਜਲਦੀ ਹੈ ਤਾਂ ਮਾਇਆ ਜਲਦੀ ਹੈ, ਆਤਮਾ ਨਹੀਂ ਜਲਦੀ। ਕੱਪੜਾ ਹੀ ਜਲਦਾ, ਆਪ ਨਹੀਂ ਜਲਦਾ। ਹੁਣ ਰਾਜ ਪ੍ਰਬੰਧ ਉਹ ਬੇੜਾ, ਆ ਬੇੜਾ ਉਹ ਹੀ ਹੈ। ਪਖੰਡਵਾਦ ਨੇ ਰਾਜ ਪ੍ਰਬੰਧ ਨਾਲ ਪੰਗਾ ਲੈ ਲਿਆ, ਪਖੰਡਵਾਦ ਨੇ ਤਾਂ ਨਹੀਂ ਲਿਆ, ਸੱਚ ਧਰਮ ਦੇ ਉਗਰ ਰੂਪ ਨੇ ਪੰਗਾ ਲਿਆ ਅੱਤਵਾਦ ਦੇ ਨਾਂ ਤੇ। ਉਹਨਾਂ ਦੇ ਵਿੱਚ ਵੀ ਸਵਾਰਥੀ ਆਦਮੀ ਸੀ। ਧਾਰਮਿਕ ਉਗਰ ਰੂਪ ਜ਼ਿਆਦਾ ਹੁੰਦਾ ਜਾਂ ਸਵਾਰਥੀ ਆਦਮੀ ਹੁੰਦੇ ਨੇ ਵਿੱਚ ਧਰਮ ਵਿੱਚ। ਸਵਾਰਥੀ ਉਹ ਨਿਕਲਦੇ ਨੇ ਉਗਰ ਰੂਪ ਧਾਰਨ ਕਰਕੇ। ਧਰਮ ਦੇ ਨਾਂ ਤੇ ਰਾਜ ਖੋਲੀਏ, ਹੋਰ ਤਾਂ ਕੋਈ ਤਰੀਕਾ ਬਣਦਾ ਨਹੀਂ। ਖੋ ਕਰ ਸਕਦੇ ਨੇ ਜਾਂ ਰਾਜ ਪ੍ਰਬੰਧ ਉਹਨਾਂ ਦੇ ਧਰਮ ਦੇ ਅਸੂਲਾਂ ਨੂੰ ਤੋੜੇ। ਜਿਵੇਂ ਇਹਨਾਂ ਨੇ ਸਿਨੇਮੇ ਵਗੈਰਾ, ਜਿਵੇਂ ਵਰਡ ਜੀ ਤੋਂ ਜਾ ਰਹੀ ਸੀ, ਧਰਮ ਦਾ ਨਾਂ ਦੀ ਕੋਈ ਚੀਜ਼ ਨਹੀਂ ਸੀ ਰਹਿਣੀ। ਜੇ ਆ ਝਟਕਾ ਨਾ ਪੈਂਦਾ ਮੂਹਰੇ ਤੇ ਤਕੜੇ ਹੋ ਕੇ ਨਾ ਖੜਦੇ ਲੋਕ। ਸਿਨੇਮੇ ਨੇ ਇਹਨੇ ਢੇਰੀ ਸਭ ਕੁਝ, ਉਹ ਤਾਂ ਕਹਿੰਦੇ ਹਮੇਸ਼ਾ ਵਾਸਤੇ ਸਾਡੀ ਜੇਬ ਚ ਪੈ ਗਏ। ਸਿਨੇਮੇ ਸੁਨਮੇ ਜੋ ਕੁਝ ਕਰ ਰਹੇ ਸੀ, ਜਿਸ ਤਰੀਕੇ ਨਾਲ ਮਾਇਆ ਇਕੱਠੀ ਕੀਤੀ ਹੈ, ਜਿਸ ਤਰੀਕੇ ਲੋਕ ਤੇ ਇਹਨਾਂ ਨੇ ਧਾਰਮਿਕ ਬੰਦੇ ਜੇ ਨਾ ਖੜੇ ਹੁੰਦੇ, ਇਹ ਰੁਕ ਨਹੀਂ ਸਕਦੀ ਸੀ ਖੇਡ ਇਹਨਾਂ ਦੀ। ਤੇ ਜ਼ਿਆਦਾ ਹੀ ਦੇਖਿਆ ਵੀ ਨਸ਼ਟ ਹੁੰਦਾ ਹੈ। ਜਿਹੜੀ ਧਰਮ ਦੀ ਮੂਹਰਲੀ ਕਤਾਰ ਦੇ ਲੋਕ ਹੁੰਦੇ ਨੇ, ਉਹ ਹਥਿਆਰ ਚੱਕ ਲੈਂਦੇ ਨੇ। ਫਿਰ ਗਿਆਨ ਘੱਟ ਹੁੰਦਾ ਜਿਹਨਾਂ ਕੋਲ ਹਥਿਆਰ ਚੱਕ ਲੈਂਦੇ ਨੇ। ਜਿੱਥੇ ਤੱਕ ਗਿਆਨ ਦੀ ਲੜਾਈ ਲੜਨ ਵਾਲੀ ਗੱਲ ਹੈ, ਉੱਥੇ ਤੱਕ ਤਾਂ ਲੜਦੇ ਨੇ ਸੰਸਾਰੀ ਗਿਆਨ ਦੀ ਗੱਲ। ਪਰ ਜਿਹੜੀ ਗਾਂ ਦੀ ਸੈਟਿਸਫੈਕਸ਼ਨ ਦੀ ਗੱਲ ਹੈ, ਧਰਮ ਦੀ ਉਹਨਾਂ ਕੋਲ ਨਹੀਂ ਹੁੰਦੀ। ਉਹ ਆਪਣੇ ਆਪ ਨੂੰ ਧਾਰਮਿਕ ਸ਼ਕਤੀ ਦੇ ਤੌਰ ਤੇ ਪੇਸ਼ ਨਹੀਂ ਕਰ ਸਕਦੇ। ਕਮੀਆਂ ਉਹਨਾਂ 'ਚ ਵੀ ਹੁੰਦੀਆਂ ਨੇ।
ਰਾਜ ਦੀ ਇੱਛਾ ਉਹਨਾਂ ਨੂੰ ਵੀ ਹੁੰਦੀ ਹੈ। ਉਹਨਾਂ ਦੋਹਾਂ ਦੀ ਜਾਂ ਲੜਾਈ ਹੁੰਦੀ ਹੈ ਦੇਵਤਿਆਂ ਰਾਖਸ਼ਾਂ ਦੀ, ਉਹ ਜੋ ਫਿਰ ਚੰਡੀ ਦੀ ਲੋੜ ਪੈਂਦੀ ਹੈ ਦੇਵਤਿਆਂ ਨੂੰ, ਰਾਖਸ਼ਾਂ ਨੂੰ ਨਹੀਂ ਪੈਂਦੀ ਹੁੰਦੀ। ਹੁਣ ਉਹ ਧਰਮ ਨੇ ਜਿਹੜੇ ਇਕੱਠੇ ਹੋਏ, ਮਹਿਸੂਸ ਕੀਤਾ, ਉਹ ਇਕੱਠੇ ਹੋਏ ਨੇ ਜਿਹੜੇ ਭਟਕੇ ਹੋਏ ਸੀ, ਜਿਨ੍ਹਾਂ ਦੇ ਵਾਹ ਨਹੀਂ ਸੀ ਜਾਂਦੀ, ਉਹ ਇਕੱਠੇ ਹੋਏ ਨੇ। ਉਧਰ ਗੱਲ ਵੀ ਸਿਰੇ ਦੀ, ਇਕੱਠੇ ਕਰੇ ਕੌਣ? ਇਕੱਠੇ ਤਾਂ ਪਹਿਲਾਂ ਵੀ ਹੋ ਜਾਂਦੇ, ਕਰਦਾ ਕੌਣ? ਕਿਵੇਂ ਹੁੰਦੇ? ਬਸ ਕਿਵੇਂ ਹੁੰਦੇ, ਕਰਦਾ ਕੌਣ? ਇਹ ਗੱਲ ਪਤਾ ਲੱਗ ਗਿਆ, ਆਪੀ ਕਰ ਲਏ। ਜਿਨ੍ਹਾਂ ਨੇ ਇਕੱਠੇ ਕੀਤੇ ਹੋਰ ਕੰਮ ਨੂੰ ਸੀ, ਬਾਅਦ ਚ ਉਹਨਾਂ ਨੂੰ ਪਤਾ ਲੱਗਿਆ ਵੀ ਤਾਂ ਸਾਡੇ ਵਾਸਤੇ, ਅਸੀਂ ਆਪਣੇ ਵਾਸਤੇ ਨੁਕਸਾਨ ਕਰ ਲਿਆ। ਹੁਣ ਤਾਂ ਪਿੱਛੇ ਹਟਦੇ ਨੇ ਏਜੰਡੇ ਤੋਂ। ਧਰਮ ਵਾਲੇ ਕਿਹਨੂੰ ਆਉਂਦੇ ਨੇ ਏਜੰਡੇ ਦੇ? ਕੀਤਾ ਤਾਂ ਉਹਨਾਂ ਨੇ ਕੁਛ ਹੋਰ ਸੀ, ਹੋ ਗਿਆ ਕੁਛ ਹੋਰ। ਉਹਨਾਂ ਦੇ ਕਰਾ ਲੈਂਦਾ ਨਾ ਪਰਮੇਸ਼ਰ, ਉਹਨੂੰ ਕਿਹੜਾ ਇੰਨੀ ਬੁੱਧੀ ਹੁੰਦੀ ਹੈ। ਹੁਣ ਨਾ ਅੱਗੇ ਜਾਣ ਜੋਗੇ, ਨਾ ਪਿੱਛੇ ਹਟਣ ਜੋਗੇ। ਹਾਂਜੀ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ। ਹੁਣ ਆਇਆ ਦੁੱਖ ਦੀ ਘੜੀ ਚੋਂ, ਸੰਸਾਰ ਜਿੱਥੇ ਫਸਿਆ ਹੋਇਆ ਹੈ, ਮਹਿਸੂਸ ਕਰਦਾ, ਸਿਆਸਤਦਾਨ ਵੀ ਫਸਿਆ ਹੋਇਆ, ਅਮੀਰ ਵੀ ਫਸਿਆ ਹੋਇਆ, ਫਸੇ ਸਾਰੇ ਹੋਏ ਨੇ। ਗਰੀਬ ਹੀ ਨਾ ਫਸਿਆ, ਗਰੀਬ ਨੂੰ ਕੋਈ ਚਿੰਤਾ ਨਹੀਂ, ਉਹਨੂੰ ਮਰਨ ਦੀ ਕੋਈ ਚਿੰਤਾ ਨਹੀਂ। ਚਿੰਤਾ ਮਰਨ ਦੀ ਉਹਨਾਂ ਨੂੰ ਹੈ ਜਿਨ੍ਹਾਂ ਨੇ ਹਕੂਮਤ ਕਰਨੀ ਹੈ। ਰਾਜੇ ਨੂੰ ਚਿੰਤਾ ਹੁੰਦੀ ਹੈ ਮਰਨ ਦੀ, ਵੀ ਮੈਂ ਨਾ ਮਰ ਜਾ, ਮੇਰਾ ਰਾਜ ਚਲੇ ਜਾਊ। ਉਹਦਾ ਦੁਖੀ ਆ, ਉਹ ਤਾਂ ਕਹਿੰਦਾ ਖੜਾ ਛੁੱਟੇ ਮੇਰੇ ਤੇ। ਚਿੰਤਾ ਵੀ ਅਮੀਰ ਨੂੰ ਹੁੰਦੀ ਹੈ ਮਰਨ ਦੀ, ਚਿੰਤਾ ਵੀ ਸੰਤ ਨੂੰ ਹੁੰਦੀ ਹੈ, ਜਿਹੜੇ ਆ ਪੂਰੇ ਡੁਪਲੀਕੇਟ ਨੇ। ਜਿਹੜੇ ਅਸਲ ਸੰਤ ਨੂੰ ਚਿੰਤਾ ਨਹੀਂ ਹੁੰਦੀ ਮਰਨ ਦੀ, ਚਾਹੇ ਗਿਆਨ ਥੋੜਾ ਵੀ ਹੋਵੇ। ਚਿੰਤਾ ਇਹਨਾਂ ਨੂੰ ਹੈ ਜਿਹੜੇ ਡੁਪਲੀਕੇਟ ਨੇ ਮਰਨ ਦੀ। ਇਹਦੀ ਠੱਗੀਆਂ ਵੀ ਮਾਰੀਆਂ, ਉਹ ਕਹਾਂ ਜਾ ਕੇ ਕੀ ਹੋਊ ਕੀ ਨਹੀਂ ਡਾਇਆ, ਚਿੰਤਾ ਉਹਦੀ ਹੈ। ਗਾਹਾਂ ਸਾਡਾ ਕੀ ਵੀ ਤੂੰ, ਉਹ ਗੱਲ ਦੀ ਚਿੰਤਾ ਇਹਨਾਂ ਨੂੰ ਹੈ। ਪੈਸੇ ਪੂਸੇ ਤਾਂ ਉਹਨੂੰ ਪਤਾ ਹੀ ਹੈ ਇੱਥੇ ਰਹਿ ਜਾਣੇ ਨੇ, ਪਰ ਛੱਡ ਵੀ ਨਹੀਂ ਸਕਦੇ ਦੁਨੀਆ ਦੀ ਵਡਿਆਈ ਇਹਦੇ ਬਾਅਦ, ਜਿੰਨਾ ਚਿਰ ਕੋਲ ਹੈ। ਇਹ ਚਤਰਾਈ ਵੀ ਨਹੀਂ ਛੱਡਦੇ, ਕਿਉਂ ਦੁਨੀਆ ਦੀ ਵਡਿਆਈ ਵੀ ਨਹੀਂ ਛੱਡਦੇ। ਜੇ ਦੁਨੀਆ ਦੀ ਵਡਿਆਈ ਛੱਡ ਦੇਣ, ਚਤਰਾਈ ਦੀ ਲੋੜ ਹੀ ਨਹੀਂ ਹੈ। ਫਿਰ ਆਪਣੀ ਚਤਰਾਈ ਦੀ ਲੋੜ ਨਹੀਂ ਹੈ, ਫਿਰ ਉਹਦੀ ਚਤਰਭੁਜ ਸਿਰ ਤੇ ਚਾਹੀਦੀ ਹੈ, ਪਰਮੇਸ਼ਰ ਦਾ ਹੱਥ ਚਾਹੀਦਾ। ਉਹ ਜਿਹੜੀ ਚਤਰਭੁਜ ਦੀ ਚਤਰਾਈ ਹੈ ਨਾ, ਉਹ ਮਿਲਦੀ ਹੈ ਸਾਨੂੰ। ਉਹ ਚਤੁਰਤਾ ਹੁੰਦੀ ਹੈ, ਚਤੁਰਾਈ ਨਹੀਂ ਹੁੰਦੀ। ਆਪਣੀ ਚਤੁਰਾਈ ਹੁੰਦੀ ਹੈ, ਉਹ ਚਤੁਰਤਾ ਹੁੰਦੀ ਹੈ। ਚਤੁਰਤਾ ਪੋਜ਼ਿਟਿਵ ਹੈ, ਚਤੁਰਾਈ ਨੈਗੇਟਿਵ ਹੈ। ਮਨ ਚੰਚਲਾ ਚਤੁਰਾਈ ਕਿਨਾਂ ਨਾ ਪਾਇਆ। ਚਤੁਰ ਸਰੂਪ ਹੈ, ਚਤੁਰ ਭੋਜਨ, ਚਤੁਰ ਹੈ, ਚਤੁਰਾਈ ਨਹੀਂ ਹੈ ਉਹ ਚ। ਜੇ ਚਤੁਰ ਹੈ ਤਾਂ ਚਤੁਰ ਬਣਾਉਂਦਾ ਹੈ। ਜਿਹੜਾ ਚਤੁਰ ਆਪਣਾ ਵਰਗਾ ਨਹੀਂ ਨਾ ਬਣਾਉਂਦਾ ਦੂਏ ਨੂੰ, ਉਹ ਚਤੁਰਾਈ ਕਰਦਾ ਹੈ। ਚਤੁਰਤਾ ਦਾ ਮਿਸਯੂਜ਼ ਕਰਨਾ ਚਤੁਰਾਈ ਹੈ। ਆਪਣੇ ਘੱਟ ਚਤੁਰਾਂ ਨਾਲ ਬੇਈਮਾਨੀ ਕਰਨੀ, ਧੋਖਾ ਦੇਣਾ, ਫਰੇਬ ਕਰਨਾ ਚਤੁਰਾਈ ਹੈ। ਇਹਦੇ ਨਾਲ ਨਾਮ ਦੀ ਪ੍ਰਾਪਤੀ ਨਹੀਂ ਹੋਣੀ। ਚਤੁਰਾਈ ਕਿਹਨਾਂ ਨੇ ਪਾਇਆ? ਅੰਮ੍ਰਿਤ ਪ੍ਰਾਪ ਨਾਮ ਨਹੀਂ ਮਿਲਣਾ, ਔਰ ਸ਼ਾਂਤੀ ਨਹੀਂ ਆਉਣੀ ਮਨ ਨੂੰ। ਇਹ ਕਹਿਤਾ ਸਾਫ਼ ਗੁਰਬਾਣੀ ਚ, ਐਨ ਮੋਟੇ ਅੱਖਰਾਂ ਚ, ਪਰ ਪ੍ਰਵਾਹ ਕਿਸੇ ਨੂੰ ਨਹੀਂ। ਉਹਨੇ ਡੈਪਥ ਹੀ ਅਰਥ ਵਿਚਾਰੀ ਹੀ ਨਹੀਂ ਵੀ ਅਸੀਂ ਜੋ ਕੁਝ ਕਰਦੇ ਹਾਂ ਸਾਡੇ ਵਾਸਤੇ ਗੁਰਬਾਣੀ ਦਾ ਕੀ ਹੁਕਮ ਹੈ। ਮੈਂ ਜਿੱਥੇ ਖੜਾ ਜੀ ਇਸ ਤਰੀਕੇ ਨਾਲ ਖੋਜਦੇ ਸਾਰੇ ਠੀਕ ਹੋ ਜਾਂਦੇ।
ਤੂੰ ਚਤਰਾਈ ਵੀ ਨਹੀਂ ਛੱਡਦਾ। ਇਹ ਵੀ ਪੜ੍ਹੀ ਜਾਂਦਾ ਮਨ ਚੰਚਲਾ ਚਤਰਾਈ ਕਿਹਨਾਂ ਨੇ ਪਾਇਆ। ਅਸਲ ਦੇ ਵਿੱਚ ਜਿਹੜੇ ਪਾਇਆ ਵਾਲੀ ਗੱਲ ਹੈ ਨਾ, ਗੁਰਬਾਣੀ ਕਹਿੰਦੀ ਹੈ ਪਾਇਆ, ਇਹਨਾਂ ਨੂੰ ਤਾਂ ਪਾਉਣ ਦੀ ਇੱਛਾ ਹੀ ਨਹੀਂ, ਇਹਨਾਂ ਲੋੜੇ ਨਹੀਂ। ਇਹਨਾਂ ਨੇ ਕੀ ਪਾਉਣਾ? ਪਾਉਣੀ ਹੈ ਤਾਂ ਮਾਇਆ। ਅਸਲ 'ਚ ਇਹ ਇਹਨਾਂ ਨੇ ਮਾਇਆ ਪਾਉਣੀ ਹੈ, ਉਹ ਇਹਨਾਂ ਨੂੰ ਮਿਲ ਰਹੀ ਹੈ। ਇਹਨਾਂ ਬਿਲਕੁਲ ਧਰਮ ਇਹਨਾਂ ਦਾ ਵਿਸ਼ਾ ਹੀ ਨਹੀਂ ਲੋਕਾਂ ਦਾ। ਵਿਸ਼ਾ ਹੈ ਨਹੀਂ ਤੁਹਾਡਾ ਧਰਮ। ਸਾਡੇ ਨਾਲ ਧਰਮ ਦੀ ਆ ਕੇ ਤੁਸੀਂ ਚਰਚਾ ਕਰਦੇ ਹੋ। ਜੇ ਧਰਮ ਤੁਹਾਡਾ ਵਿਸ਼ਾ ਹੁੰਦਾ, ਥੋੜੇ ਚੇਂਜ ਕੀ ਹੈ ਇਹ ਦੱਸੋ। ਜਿਹੜੇ ਆਦਮੀ ਚੇਂਜ ਹੈ ਕੋਈ ਨਹੀਂ, ਉਹ ਧਰਮ ਦੀਆਂ ਗੱਲਾਂ ਕਰੇ ਆ ਕੇ। ਕੁਛ ਤਾਂ ਵਿਸ਼ਾ ਹੋਵੇ ਤੇਰਾ, ਕੁਛ ਤਾਂ ਤੇਰੇ ਚੇਂਜ ਹੋਵੇ। ਕੁਛ ਨਹੀਂ। ਭਗਤ ਵੀ ਸੀ, ਗ੍ਰਸਤੀ ਸੀ, ਪਰ ਉਹ ਇਹਨਾਂ ਵਰਗੇ ਗ੍ਰਸਤੀ ਨਹੀਂ ਸੀ ਜੇ ਪ੍ਰਚਾਰਕ ਨੇ ਹੁਣ ਤੁਰੇ ਫਿਰਦੇ। ਇਹਨਾਂ ਵਰਗੇ ਦੇ ਗ੍ਰਸਤੀ ਤੁਸੀਂ ਦੂਏ ਗ੍ਰਸਤੀਆਂ ਨੂੰ ਵੀ ਪੜ੍ਹੇ ਹੋ, ਕਰਕੇ ਖਾਂਦੇ ਨੇ। ਤੁਸੀਂ ਜਿਹੜਾ ਪ੍ਰਚਾਰ ਕਰਦੇ ਹੋ ਅਮਰਪਤੇ ਸੇ ਆਪਣਾ ਕਰ, ਤੁਸੀਂ ਤਾਂ ਮੁਲਜ਼ਮ। ਭਗਤ ਮੁਲਜ਼ਮ ਸੀ। ਭਗਤਾਂ ਨੇ ਲਿਖਿਆ ਵੀ ਸਾਡੇ ਨਕਲ ਨਾ ਕਰ ਲਿਓ ਕੋਈ। ਜੇ ਸਾਡੀ ਕੋਈ ਨਕਲ ਕਰੂ ਨਾ, ਪ੍ਰਚਾਰ ਕਰੂਗਾ ਅਮਰਪਤੇ ਸੇ ਆਪਣਾ ਕਰੇ ਆਵ ਜਾਓ ਜਨਮ ਮਰੇ, ਉਹਨਾਂ ਖਾਤਰ ਕਿਹਾ ਸੀ। ਤੁਸੀਂ ਕਾਹਦੇ ਪੜ੍ਹਦੇ ਹੋ? ਜੇ ਪੜ੍ਹਦੇ ਹੋ ਫਿਰ ਆਵੇ ਜਾਵੇ ਜਨਮ ਮਰੇ, ਜੇ ਹੈ ਉਹ ਦੂਜਿਆਂ ਨੇ ਵੀ ਮਰਨਾ, ਤੁਸੀਂ ਮਰਨਾ। ਫਿਰ ਤੁਸੀਂ ਪ੍ਰਚਾਰ ਕਾਹਦੇ ਹੋਏ? ਕੀ ਪ੍ਰਚਾਰ ਕਰੋਗੇ ਵੀ ਤੁਸੀਂ? ਕੀ ਦੁਨੀਆ ਨੂੰ ਦੇ ਦੋਗੇ? ਕਿਵੇਂ ਦੁਨੀਆ ਨੂੰ ਮਿਲ ਜੂਗਾ? ਤੁਸੀਂ ਤਾਂ ਆਪ ਨਹੀਂ ਲੈ ਰਹੇ। ਇਹ ਸਾਰਾ ਸਿਸਟਮ ਏਦਾਂ ਨਹੀਂ ਹੋ ਸਕਦਾ ਜਿਵੇਂ ਗੁਰਦੁਆਰੇ ਇਹਨਾਂ ਨੇ ਸ਼ੁਰੂ ਕਰ ਲਿਆ। ਇਹ ਤਾਂ ਬੇਵਕੂਫ ਸੀ, ਦੁਨੀਆ ਨੂੰ ਬੇਵਕੂਫ ਬਣਾਉਣ ਲੱਗੇ। ਉਹ ਲੈਣਾ ਤਾਂ ਰਾਜ ਸੀ। ਜਾਂ ਟੈਕਸ 1200 ਕਰੋੜ ਰੁਪਈਆ ਆਉਂਦਾ, ਸਭ ਖਾ ਜਾਂਦੇ ਨੇ, ਮੌਜਾਂ ਕਰਦੇ ਨੇ ਦੁਨੀਆ ਦਾ। ਪਹਿਲਾਂ ਤੇ ਪਤਾ ਵੀ ਮੰਦਰਾਂ 'ਚ ਪੈਸੇ ਆਉਂਦੇ ਨੇ, ਇੰਨੇ ਆਉਂਦੇ ਨੇ, ਐਸ਼ਾਂ ਕਰਦੇ ਨੇ। ਆਉਂਦੇ ਨਹੀਂ, ਉਹ ਕੌਣ ਵਰਤਦਾ? ਕਿੱਥੇ ਜਾਂਦੇ ਨੇ? ਉਹ ਜਿਹਾ ਹੀ ਇਹਨਾਂ ਨੇ ਸਿੱਖਾਂ ਨੇ ਬਣਾ ਲਿਆ ਵੀ ਕਰੋੜਾਂ ਰੁਪਈਏ ਆਉਣਗੇ। ਆਉਂਦੇ ਹੀ ਨਾ ਕਰੋੜਾਂ। ਆਹ ਬਣਾਇਆ ਸੀ ਢਾਂਚਾ ਇਹਨਾਂ ਨੇ, ਹੋਰ ਬਣਾਇਆ ਸੀ ਇਹਨਾਂ ਨੇ ਸਿੱਖੀ ਦਾ ਪ੍ਰਚਾਰ। ਸਿੱਖੀ ਦਾ ਪ੍ਰਚਾਰ ਐ ਹੁੰਦਾ ਜਿਵੇਂ ਇਹ ਕਰਦੇ ਨੇ। ਸਿੱਖੀ ਦੀ ਖੋਜ ਕਿਉਂ ਨਾ ਕੀਤੀ? ਉਹ ਤਾਂ ਕਹਿੰਦਾ ਖੋਜੀ ਉਪਜੇ ਵਾਦੀ ਬੰਦੇ ਖੋਜਦੇ ਹਰ ਰੋਜ਼। ਇਹਨਾਂ ਨੇ ਖੋਜਿਆ ਦਿਲ ਹਰ ਰੋਜ਼। ਫਿਰ ਉਹ ਜਿਨ੍ਹਾਂ ਨੇ ਪ੍ਰਚਾਰ ਕਰਨਾ ਸੀ ਭਾਈ, ਉਹ ਤਾਂ ਖੋਜਦੇ ਹੀ ਖੋਜਦੇ, ਦੂਜੇ ਨੂੰ ਦੱਸਦੇ ਖੋਜ ਕੇ। ਤੁਸੀਂ ਤਾਂ ਦੂਜੇ ਨੂੰ ਦੱਸ ਵੀ ਗਲਤ ਰਹੇ ਹੋ, ਪੈਸੇ ਵੀ ਲੈ ਰਹੇ ਹੋ, ਗਲਤ ਪੜ੍ਹਾਈ ਵੀ ਪੜ੍ਹਾ ਰਹੇ ਹੋ, ਜਾਣ ਬੁੱਝ ਕੇ ਪੜ੍ਹਾ ਰਹੇ ਹੋ। ਜਾਂ ਪਤਾ ਲੱਗ ਗਿਆ ਫਿਰ ਵੀ ਨਹੀਂ ਹਟਦੇ। ਫਿਰ ਤੁਸੀਂ ਕੀ ਕਹਿੰਦੇ ਹੋ ਵੀ ਤੁਸੀਂ ਗੁਰੂ ਵਾਲੇ ਹੋ? ਤੁਸੀਂ ਤਾਂ ਸੰਗਤ ਵੀ ਨਹੀਂ ਗੁਰੂ ਵਾਲੀ ਛੱਡੀ। ਜਿਨ੍ਹਾਂ ਦਾ ਪੈਸਾ ਮਿਸਯੂਜ਼ ਹੁੰਦਾ, ਆਦਤ ਪਾਤੀ ਉਹਨਾਂ ਨੂੰ ਗੁਰਦੁਆਰੇ ਆਉਣ ਦੀ, ਸ਼ਰਧਾ ਬਣਾਉਣ ਦੀ। ਸ਼ਰਧਾ ਤਾਂ ਨਹੀਂ ਹੁੰਦੀ। ਅੰਨੇ ਹੋਏ ਨੇ ਲੋਕ ਸਾਰੇ। ਉਹਨੇ ਕੋਈ ਬਣਾ ਸੋਚਦਾ ਵੀ ਹੋ ਕੀ ਰਿਹਾ। ਅਸੀਂ ਪੈਸੇ ਚੜੇ ਜਾਂਦੇ ਗੁਰਦੁਆਰੇ, ਕਰ ਕੀ ਰਹੇ ਨੇ? ਬੇੜਾ ਡੁੱਬਦਾ ਚਲਿਆ ਜਾਂਦਾ ਹੈ। ਉਹ ਡੁੱਬਣ ਵਾਲੇ ਬੇੜੇ ਨੂੰ ਤੁਸੀਂ ਹੀਰੇ ਮੋਤੀ ਜਵਾਹਰ ਜੜੀ ਜਾਂਦੇ ਹੋ, ਤੇ ਉਹ ਵੀ ਡੁੱਬ ਜਾਣੇ ਨਾਲੇ। ਡੁੱਬ ਰਿਹਾ ਬੇੜਾ, ਥੱਲੇ ਨੂੰ ਜਾ ਰਿਹਾ ਹੈ, ਗਰਕ ਰਿਹਾ ਹੈ। ਜਿਹੜਾ ਉਤਰਾ ਹਿੱਸਾ ਉਹ ਤਾਂ ਸੋਨਾ ਬਣੀ ਜਾਂਦੇ ਨੇ। ਉਹ ਸੋਨਾ ਨਾਲੇ ਡੁੱਬੂਗਾ। ਸੋਨਾ ਨਹੀਂ ਬਚਾਉਣਾ ਇਹਨੂੰ ਡੁੱਬਣ ਤੇ। ਸੋਨਾ ਛੇਤੀ ਡੁਬੋਊਗਾ, ਬੋਝ ਪੈ ਜਾਂਦਾ। ਸੋਨਾ ਭਾਰੀ ਹੁੰਦਾ ਲੋਹੇ ਨੂੰ ਵੀ, ਤੇ ਛੇਤੀ ਡੁਬੋਊਗਾ। ਹੀਰੇ ਜਵਾਹਰਾਤ ਹੋਰ ਛੇਤੀ ਡੁਬਾਉਣਗੇ। ਉਹ ਹੀਰੇ ਲਾ ਕੇ ਤਲਵਾਰ ਦੇਗਾ ਉੱਥੇ, 300 ਸਾਲਾਂ ਤੇ ਛੇਤੀ ਡੁੱਬ ਗਏ। ਜੋਗੀ ਦੇ ਗਿਆ ਸਿਰ ਭਜਨ ਤੋਂ, ਇਹ ਫੁੱਲ ਗਏ। ਬੱਲੇ ਬੱਲੇ ਬੱਲੇ। ਉਹ 60 ਲੱਖ ਦੀ ਪਤਾ ਨਹੀਂ ਕਹਿੰਦੇ ਤਲਵਾਰ ਸੀ, ਉਹ ਰੱਖੀ ਹੋਈ ਆ ਅੰਦਰ ਉੱਥੇ। ਚੱਟ ਲੋ ਉਹਨੂੰ, ਉਦੋਂ ਸਿੱਖੀ ਆ ਜੂਗੀ। ਚੱਟ ਲੋ, ਚੱਟੀ ਜਾਇਆ ਕਰੋ ਸਾਰੇ। ਨਹੀਂ ਉਹਦੇ ਨਾਲ ਪ੍ਰਚਾਰ ਕਰ ਲਿਓ, ਦੇਖਾਂ ਪਹਿਲਾਂ ਨਸ਼ਾ ਹੋ ਜੂ ਤੁਹਾਨੂੰ ਉਹਦੇ ਨਾਲ। 99 ਕਿੰਨੀ ਗੱਲ ਹੈ ਡੁੱਬ ਗਏ। ਜਿੱਦਾਂ ਹੀ ਡੁੱਬੇ ਹੋ 99 ਡੁੱਬੇ ਹੀ ਹੋਏ। ਤੇ 99 ਚ ਲਿਖ ਦਿੱਤੀ ਸੀ ਮੈਂ ਸਿੱਧ ਗੋਸ਼ਟ। ਉੱਥੇ ਅਨੰਦਪੁਰ ਸਾਹਿਬ ਸਾਰੇ ਜਥੇਦਾਰ ਵੀ ਮਿਲ ਲਏ ਤੇ ਮੈਨੂੰ ਇੱਕ ਕੋਈ ਵੀ ਨਹੀਂ ਸੀ ਬੋਲਦਾ।
ਸਭ ਪਤਾ ਸੀ ਇਹਨੂੰ 99 ਚ 4 ਵਾਰ ਸਟੇਜ ਤੇ ਬੁਲਾਇਆ ਮੈਨੂੰ। ਮੈਂ ਕਿਹਾ ਮੈਂ ਨਹੀਂ ਜਾਂਦਾ ਸਟੇਜ ਤੇ, ਔਰ ਇਹਨਾਂ ਦੀ ਅਕਾਲੀਆਂ ਦੇ ਮੈਂ ਸਟੇਜ ਤੇ ਨਹੀਂ ਗਿਆ। ਮੈਂ ਇਹਨਾਂ ਦੀ ਸਟੇਜ ਤੇ ਜਾਂਦਾ। ਉਹ ਲੋਕ ਤਾਂ ਹਾੜੇ ਕੱਢਦੇ ਨੇ ਮੈਨੂੰ ਸਟੇਜ ਤੇ 5 ਮਿੰਟ ਕੋਈ ਦੇ ਦੇਵੇ। ਮੈਨੂੰ 4 ਵਾਰ ਇਹਨਾਂ ਨੇ ਬੁਲਾਇਆ। ਜੇ ਉਹਨੂੰ ਵਡਿਆਈ ਦੀ ਭੁੱਖ ਨਹੀਂ, ਮੈਂ ਚਲਿਆ ਜਾਂਦਾ। ਯਾਰ ਤੁਸੀਂ ਗੱਲੇ ਨਹੀਂ ਸੁਣਦੇ ਮੇਰੀ, ਮੈਂ ਕਿਉਂ ਜਾਵਾਂ? ਮੈਂ ਟੱਕਰ ਨੂੰ ਦੂਏ ਲੋਟ ਹੁਣ ਜਿਵੇਂ ਟੱਕਰੀ ਦਾ ਬਥੇਰਾ ਚਿਰ ਕੱਢਤਾ। 20-22 ਸਾਲ ਹੋ ਗਏ, ਮੂੰਹ ਕਰ ਨਹੀਂ ਦੇਖਦੇ ਇਹਨੂੰ। ਇਹਨਾਂ ਨੇ ਕੀ ਮਜ਼ਾਕ ਬਣਾਇਆ? ਪਬਲਿਕ ਨੂੰ ਅਲਰਟ, ਇਹ ਨਾ ਵੀ ਹੋਣਗੇ ਸਿੱਖ ਕੀ ਹੈ, ਹੋ ਰਹਿ ਗਏ ਧਰਮ ਸਾਰੇ ਇਕੱਠੇ ਹੋ ਕੇ। ਸਰਦਾਰ ਸਾਰੀ ਵਰਲਡ ਦਾ ਹੀ ਕਰਨਾ, ਅਸੀਂ ਕਿਹੜਾ ਸਿੱਖਾਂ ਦਾ ਕਰਨਾ ਕੱਲਿਆਂ ਦਾ? ਉਹ ਤਾਂ ਸਾਰੀ ਵਰਲਡ ਦਾ ਹੀ ਹੈ। ਕਰੋਨਾ ਕਿਹੜਾ ਸਿੱਖਾਂ ਨੂੰ ਹੋਇਆ, ਵਰਲਡ ਨੂੰ ਹੋਇਆ ਸਾਰੀ ਨੂੰ। ਸਾਡੇ ਵਾਲਾ ਕਰੋਨਾ ਤੁਹਾਡੇ ਵਾਲੇ ਧਰਮ ਨੂੰ ਹੋ ਜਾਣਾ। ਜਿਹੜੇ ਧਰਮ ਨੇ ਜ਼ਿਆਦਾ ਉਹਨਾਂ ਨੂੰ ਕਰੋਨਾ ਕਰਤਾ। ਐਸੇ ਜਰਾਸੀਮ ਨੇ ਕਰੋਨੇ ਵਾਲੀ ਸਾਰਿਆਂ ਨੂੰ ਚਿੰਬੜ ਜਾਣਾ। ਜਿੰਨੇ ਮਤਾਂ ਨੇ, ਜਿੰਨੇ ਧਰਮ ਨੇ, ਜਿੰਨੇ ਸੰਤ ਨੇ, ਕੋਈ ਨਹੀਂ ਬਚਦਾ ਇੱਥੇ। ਸਭ ਦੀ ਲਪੇਟ ਚ ਨੇ ਕਰੋਨਾ ਦੀ। ਚ ਜੋ ਕੋ ਕਰਦੇ ਹੋ ਨਾ ਕਰੋ। ਸਾਡੇ ਵਾਲਾ ਕਰੋਨਾ ਇਹ ਕਹਿੰਦਾ ਜੋ ਕਰ ਰਹੇ ਹੋ ਇਹ ਨਾ ਕਰੋ, ਛੱਡ ਦੋ ਜੇ ਬਚਣਾ। ਬਚਾ ਇਹਦੇ ਚ ਹੈ, ਨਹੀਂ ਡਿਪਰੈਸ਼ਨ ਹੈ ਜਾਂ ਕਰੋਨਾ ਜਦੇ ਹਾਰਟ ਅਟੈਕ ਕਰਨ ਨਾਲ ਦੀ ਨਾਲੇ ਡਰ ਨਾਲ ਦੇ ਹਾਰਟ ਅਟੈਕ ਹੋਣਾ। ਜਿਹੜੇ ਪਾਣੀ ਚ ਉਹਨੂੰ ਹਾਰਟ ਅਟੈਕ ਹੁੰਦਾ ਹੀ ਨਹੀਂ। ਤਾਰਮਕਾਦੀ ਨੂੰ ਹਾਰਟ ਅਟੈਕ ਨਹੀਂ ਹੋ ਸਕਦਾ। ਡਾਕਟਰਾਂ ਦੀ ਲਿਖਤ ਹੈ 56 ਚ। ਡਾਕਟਰੀ ਕੋਈ ਇਲਾਜ ਨਹੀਂ ਹੈ ਹਾਰਟ ਅਟੈਕ ਦਾ। ਉਦੋਂ ਤਾਂ ਮੈਂ ਧਰਮ ਵੱਲ ਹੋਇਆ ਸੀ, ਉਹ ਦੂਆ ਪਾਸਾ ਛੱਡ ਕੇ ਸਾਇੰਸ ਵਾਲਾ। ਪਤਾ ਲੱਗ ਗਿਆ ਵਾਕਈ ਹਾਰਟ ਅਟੈਕ ਨਹੀਂ ਹੋ ਸਕਦਾ। ਸਾਬਤ ਵੀ ਹੋ ਗਿਆ ਨਹੀਂ ਹੋ ਸਕਦਾ। ਹਾਰਟ ਅਟੈਕ ਨਹੀਂ ਹੋ ਸਕਦਾ। ਉਹ ਆਪਣੀ ਮਰਜ਼ੀ ਨਾਲ ਸਰੀਰ ਛੱਡ ਸਕਦਾ। ਜਿਹੜਾ ਉਹਨੂੰ ਹਾਰਟ ਅਟੈਕ ਦੀ ਲੋੜ ਕੀ ਹੈ? ਜਿਹਨੂੰ ਗੁਰੂ ਕੇ ਆਏ ਜਾਏ ਨੂੰ ਸੰਗ ਲਿਖਿਆ, ਸਾਬਤ ਕਰਤਾ ਉਹਨਾਂ ਨੇ ਸਰੀਰ ਛੱਡ ਕੇ। ਸੰਤ ਵੀ ਕਰ ਦਿੰਦੇ ਨੇ, ਇਹ ਤਾਂ ਬਹੁਤ ਛੋਟੀ ਗੱਲ ਹੈ ਸਰੀਰ ਛੱਡ ਦੇਣਾ ਆਪ। ਇਹ ਤਾਂ ਜੋਗੀ ਵੀ ਕਰ ਦਿੰਦੇ ਨੇ, ਛੱਡ ਦਿੰਦੇ ਨੇ। ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈ। ਉਹ ਸਰੀਰ ਆਪਣੀ ਮਰਜ਼ੀ ਨਾਲ ਹੀ ਮੁੱਠੀ ਭਰੀ ਹੋਈ ਹੈ ਤੇਰੀ, ਜੇ ਮਰਜ਼ੀ ਛੱਡ ਦੇ। ਆਪਣੀ ਮਰਜ਼ੀ ਨਾਲ ਜੇ ਮਰਜ਼ੀ ਛੱਡ ਸਕਦਾ ਤੂੰ। ਉਹ ਨਹੀਂ ਉਹ ਨਜ਼ਰ ਖੋਣਾ ਜਿੰਨਾ ਚਿਰ ਉਹਨੇ ਕਹਿਤਾ। ਹੁਣ ਅਸੀਂ ਕਿਰਾਏ ਦਾ ਮਕਾਨ ਲੈ ਲਿਆ, ਸਾਨੂੰ ਜੇਲ੍ਹ ਤਾਂ ਨਹੀਂ ਹੋਈ ਮਕਾਨ ਚ। ਅਸੀਂ ਲਿਆ ਕਿਰਾਏ ਤੇ, ਕਿਰਾਇਆ ਦੇ ਦਿੱਤਾ ਅਗਲੇ ਨੂੰ। ਜੇ ਅਸੀਂ ਪਹਿਲਾਂ ਛੱਡ ਦਈਏ ਮਾਲਕ ਨੂੰ ਕੀ ਇਤਰਾਜ਼ ਵੀ ਖਾਲੀ ਕਰਤਾ। ਇਤਰਾਜ਼ ਹੈ ਮਾਲਕ ਨੂੰ, ਕੀ ਇਤਰਾਜ਼ ਹੈ? ਹੁਣ ਇੱਕ ਪੇਪਰ 3 ਘੰਟੇ ਦਿੱਤੇ ਤੁਹਾਨੂੰ ਟਾਈਮ, ਲਿਖੋ। ਇੱਕ ਆਦਮੀ ਨੇ 1 ਘੰਟੇ 'ਚ ਪੇਪਰ ਵੀ ਕਰਤਾ, ਕੀਤਾ ਵੀ ਟੌਪ ਹੈ ਯੂਨੀਵਰਸਿਟੀ 'ਚ। ਇੱਕ ਨੇ 3.5 ਘੰਟੇ ਲਏ ਨੇ, ਅੱਧਾ ਘੰਟਾ ਪੇਪਰ ਦਿੱਤਾ ਹੀ ਨਹੀਂ। ਹੋਰ ਚਾਹੁੰਦਾ ਸੀ ਹੋਰ ਮਿਲ ਜਵੇ। ਇਹਦਾ ਮਤਲਬ ਉਹਦੀ ਬੁੱਧੀ ਘੱਟ ਸੀ, ਕਾਬਲੀਅਤ ਕਮ ਸੀ ਉਹ 'ਚ। ਜਿਹਨਾਂ ਅੱਧੇ ਘੰਟੇ ਦੀ ਗੱਲ, ਉਹਦੀ ਕਾਬਲੀਅਤ ਜ਼ਿਆਦਾ ਸੀ। ਜਿਹਨਾਂ ਉਹਦਾ ਜ਼ਿਆਦਾ ਟਾਈਮ ਵਿੱਚ ਕੀਤਾ, ਉਹਦੀ ਕਾਬਲੀਅਤ ਤੋਂ ਘੱਟ ਸੀ। ਹੁਣ ਜਿਹੜੇ ਧਰੂ ਪ੍ਰਹਲਾਦ ਛੋਟੀ ਉਮਰ ਦੇ ਸੀ, ਉਹਨਾਂ ਦੀ ਕਾਬਲੀਅਤ ਪਹਿਲਾਂ ਹੀ ਜ਼ਿਆਦਾ ਸੀ। ਛੋਟੀ ਉਮਰ ਵਾਲਿਆਂ ਦੀ ਕਾਬਲੀਅਤ ਪਹਿਲਾਂ ਹੀ ਜ਼ਿਆਦਾ ਸੀ। ਇਹਦਾ ਬਣਾਉਣਾ ਹੀ ਪਊਗਾ। ਥੋੜਾ ਟਾਈਮ ਲਿਆ ਉਹਨਾਂ ਨੇ ਜੀਵਨ ਦਾ, ਜ਼ਿਆਦਾ ਲਿਆ ਹੀ ਨਹੀਂ। ਉਹਨਾਂ ਲੋੜ ਹੀ ਨਹੀਂ ਸੀ ਉਸ ਵੇਲੇ, ਹੋਰ ਕੋਈ ਕੰਮ ਹੈ ਨਹੀਂ ਸੀ। ਉਹ ਆਪਣਾ 8ਵਾਂ 7ਵਾਂ ਆਪਣੀ ਹਾਜ਼ਰੀ ਲਵਾ ਕੇ ਹੋ ਗਏ। 9 ਮਹੀਨੇ ਦੂਆ ਕੰਮ ਕਰਨਾ ਸੀ, 9 ਮਹੀਨੇ ਕਰਨਾ ਸੀ ਨਾ, ਫਿਰ ਗੁਰੂ ਬਣਨਾ ਸੀ ਸਾਰਿਆਂ ਦਾ। ਬ੍ਰਾਹਮਣਾਂ ਨੇ ਕਿਹਾ ਵੀ ਅਸੀਂ ਸਿੱਖ ਬਣ ਗਏ ਸਾਰੇ।
ਵੀ ਮੰਦਰ ਕੋਲ ਸੀਦੋ ਜਾ ਕੇ, ਉਹ 9ਵੇਂ ਦਾ ਹੀ ਕੰਮ ਸੀ, 8ਵੇਂ 7ਵੇਂ ਦਾ ਕੰਮ ਨਹੀਂ ਸੀ। ਉਹ ਨਾਲੇ ਬਾਣੀ ਰਚੀ ਉਹਨਾਂ ਨੇ, ਕਿਉਂ ਤਿੰਨਾਂ ਨੇ ਰਚੀ ਨਹੀਂ ਸੀ ਵਿਚਾਲੇ। 9ਵੇਂ ਪਾਤਸ਼ਾਹ ਬਾਣੀ ਨਹੀਂ ਰਚਦੇ ਤੇ ਮੁਸ਼ਕਲ ਹੋ ਜਾਂਦਾ ਸਾਨੂੰ ਕਹਿਣਾ ਵੀ 6ਵਾਂ 7ਵਾਂ 8ਵਾਂ ਵੀ ਇਸ ਅਵਸਥਾ ਦੇ ਹੀ ਇਸ ਅਵਸਥਾ ਨੂੰ ਪਹੁੰਚ ਚੁੱਕੇ ਸੀ। ਗੁਰਬਾਣੀ ਤਾਂ ਉਹਨਾਂ ਰਚੀ ਹੋਈ। ਹਾਂ, ਉਸ ਵੇਲੇ ਲੋਕਾਂ ਨੇ ਜਵਾਬ ਜ਼ਰੂਰ ਦਿੱਤੇ ਨੇ, ਗਿਆਨ ਚਰਚਾ ਕੀਤੀ ਹੈ, ਕੋਈ ਇਹ ਸਾਬਤ ਵੀ ਨਹੀਂ ਕਰ ਸਕਿਆ ਵੀ ਇਹਨਾਂ ਦੀ ਅਵਸਥਾ ਨਹੀਂ ਹੈ ਇਤਿਹਾਸ ਵਿੱਚ ਸੀ ਸਾਡੇ ਕੋਲ। ਲੇਕਿਨ ਫਿਰ ਵੀ ਆ ਜਿਹੜੇ ਦੂਏ ਨੇ ਟੁਚੇ, ਹਜੀ ਕੀ ਸਬੂਤ ਹੈ ਜੀ ਤੁਹਾਡੇ ਕੋਲ? ਸਬੂਤ ਵਾਲੇ ਤੁਹਾਨੂੰ ਤਾਂ ਉਹਨਾਂ ਨੂੰ ਕੋਈ ਨਹੀਂ ਪਤਾ, ਉਹ ਚਿਤਰਾਈ ਵਾਲੇ ਨੇ, ਉਹ ਹੁਜਤ ਵਾਲੇ ਮਨ ਹਰਾਮੀ ਨੇ ਜਿਹਨਾਂ ਦੇ, ਉਹਨਾਂ ਕੋਲ ਹੁਜਤਾਂ ਦੇਵਾ ਹੁੰਦਾ ਹੀ ਕੁਝ ਨਹੀਂ। ਹੋਈ ਤਾਂ ਢੇਰ ਉਹ ਉਦੋਂ ਵੀ ਸੀ, ਮਨ ਹਰਾਮੀ ਹੋਈ ਤਾਂ ਢੇਰ ਤਾਂ ਹੀ ਲਿਖਿਆ। ਇਹਨਾਂ ਦੇ ਮਨ ਹਰਾਮੀ ਨੇ, ਉਹਨਾਂ ਕੋਲ ਬੜੀਆਂ ਹੁਜਤਾਂ ਹੁੰਦੀਆਂ ਨੇ, ਢੇਰਾਂ ਦੇ ਢੇਰ ਹੁਜਤਾਂ ਦੇ ਹੁੰਦੇ ਨੇ, ਹੁਜਤਾਂ ਦੀ ਕੋਈ ਕਮੀ ਨਹੀਂ ਹੁੰਦੀ। ਉਹ ਹੁਜਤਾਂ ਨੇ, ਤਰਕ ਨਹੀਂ ਹੈ। ਗੁਰਬਾਣੀ ਕੋ ਤਰਕ ਨੇ, ਹੁਜਤਾਂ ਨੇ। ਹੁਣ ਅੰਮ੍ਰਿਤ ਪ੍ਰਭ ਨਾਮ ਵੀ ਦੱਸ ਦਿੱਤਾ ਸੀ, ਭਗਤ ਜਨਾਂ ਦਾ ਮਨ ਵੀ ਉਹਦੇ ਨਾਲ ਵਿਸ਼ਰਾਮ ਹੋਇਆ। ਫੇਰ ਉਹ ਤੇ ਭਲਾਵਾ ਮਾਲਾ ਕਿੱਥੋਂ ਆ ਗਈ? ਵਾਹਿਗੁਰੂ ਵਾਹਿਗੁਰੂ ਕਿੱਥੋਂ ਆ ਗਿਆ? ਕਿਉਂ ਆਇਆ? ਕਿਹੜੇ ਰਸਤੇ ਆਇਆ? ਇਹ ਕਿਹੜਾ ਸਿੱਖ ਸੰਤ ਆ ਜਿਹੜੀ ਮਾਲਾ ਨਹੀਂ ਫੇਰਦੀ ਨਿਹੰਗ ਸਿੰਘਾਂ ਤੋਂ ਲੈ ਕੇ? ਇਹਦਾ ਮਤਲਬ ਗੁਰਮਤਿ ਦਾ ਕਿਸੇ ਨੂੰ ਵੀ ਗਿਆਨ ਨਹੀਂ ਹੈਗਾ, ਕਿਸੇ ਨੂੰ ਵੀ ਪਤਾ ਨਹੀਂ ਗੁਰਮਤਿ ਦਾ। ਸਾਡੇ ਸੀਗੇ ਮਾਲਾ ਤੋਂ ਖਿਲਾਫ ਵਾਲੇ, ਮਾਲਾ ਹੈ ਨਹੀਂ ਸਾਡੇ ਵਿੱਚ। ਕਬੀਰ ਨੇ ਮਾਲਾ ਛੱਡੀ ਹੈ, ਕਿਉਂ? ਮਾਲਾ ਨੂੰ ਧੋਤੀ ਟਿੱਕਾ ਹੋਇਆ, ਧੋਤੀ ਟਿੱਕਾ ਤੇ ਜਬ ਮਾਲੀ ਤਾਂ ਮਿਲੇ ਛਕਾਈ। ਸਾਡੇ ਕੋਲ 5 ਰਹਿਤਾਂ, 4 ਰਹਿਤਾਂ ਦੇ ਵਿੱਚ ਮਾਲਾ ਦਾ ਜ਼ਿਕਰ ਨਹੀਂ ਹੈ ਕਿਤੇ। 5 ਰਹਿਤਾਂ ਨੇ, 4 ਰਹਿਤਾਂ ਨੇ, ਮਾਲਾ ਦਾ ਤੇ ਜ਼ਿਕਰ ਹੈ ਨਹੀਂ। ਮਾਲਾ ਕਿਵੇਂ ਆਪਣੀ ਸਿੱਖ ਬਣੇ ਹੀ ਨਹੀਂ। ਸ੍ਰੀ ਚੰਦ ਕੋ ਮਾਲਾ ਬਸ ਉੱਥੋਂ ਆਵੜੀ। ਸ੍ਰੀ ਚੰਦ ਮਾਲਾ ਵਾਲਿਆਂ ਦਾ ਨਾ, ਉਹਦਾ ਨਿਰਮਲਿਆਂ ਕੋ ਮਾਲਾ, ਕਾਸ਼ੀ ਵਾਲਿਆਂ ਕੋ। ਗੁਰਦਾਸ ਕਾਸ਼ੀ ਭੇਜਤਾ, ਉੱਥੋਂ ਮਾਲਾ ਆਵੜੀ। ਇਹ ਸ੍ਰੀ ਚੰਦ ਕਿਹਾ ਦਾ ਕਾਸ਼ੀ ਵਾਲਿਆਂ ਦੀ ਮਿਲੀ ਭੁਗਤ ਹੈ ਸਾਰੀ, ਦੋਏ ਪਾਸੇ। ਨਿਰਮਲੇ ਆਉਂਦੇ ਨੇ, ਉਹ ਵੀ ਉੱਥੋਂ ਆਉਂਦੇ ਨੇ। ਸ਼ਿਵ ਜੀ ਦੀ ਕਾਸ਼ੀ ਮਾਲਕ ਹੈ, ਸ਼ਿਵ ਜੀ ਦਾ ਮਾਲਕ ਹੈ, ਸ਼ਿਵ ਜੀ ਤਾਂ ਪੂਰੀ ਹੋਈ ਹੈ, ਸ਼ਿਵ ਕੀ ਪੂਰੀ ਹੈ ਉਹ। ਉੱਥੇ ਜਿਹੜੇ ਵਿਦਵਾਨ ਨੇ ਦੂਏ ਵੇਦ ਵੂਦ ਪੜ੍ਹਨ ਵਾਲੇ ਵੀ ਨੇ, ਨਾਲ ਧਰਮ ਪੜ੍ਹਨ ਵਾਲੇ ਨੇ, ਸਨਾਤਨੀ ਪੜ੍ਹਦੇ ਨੇ, ਵੇਦਾਂ ਨੂੰ ਪੜ੍ਹਦੇ ਨੇ, ਕਿਸੇ ਹੋਰ ਗ੍ਰੰਥ ਦੇ। ਜਿਵੇਂ ਕਹਿੰਦੇ ਗੁਰਬਾਣੀ ਤਾਂ ਪੜ੍ਹੋ, ਐਨਕ ਇਹਦੀ ਲਾਓ, ਗੁਰਦਾਸ ਦੀਆਂ 12 ਵਾਲੀ ਐਨਕ। ਹਾਂ, ਐਨਕ ਨਹੀਂ ਪੜ੍ਹੋ, ਸਿੱਧੀ ਨਾ ਪੜ੍ਹੋ। ਜੇ ਸਿੱਧੀ ਪੜ੍ਹ ਲਈ ਫਿਰ ਕੁਛ ਹੋਰ ਹੈ, ਜੇ ਕੁੰਜੀ ਰੱਖ ਕੇ ਉਹਨੂੰ ਕੁੰਜੀ ਮੰਨ ਕੇ ਪੜ੍ਹੀ ਫਿਰ ਗੱਲ ਹੋਰ। ਆਹ ਬਣਾਈਆਂ ਸੀ 12 ਤਾਂ। ਕੱਚੀ ਬਾਣੀ ਦਾ ਪ੍ਰਚਾਰ ਨਹੀਂ ਹੋ ਸਕਦਾ, ਸਟ੍ਰਿਕਟਲੀ ਸੀ। ਕਹਿੰਦੇ ਕੱਚੇ ਸੁਣਦੇ, ਕੱਚੇ। ਫਿਰ ਵੀ 12 ਉੱਥੇ ਪੜ੍ਹੀਆਂ ਜਾ ਸਕਦੀਆਂ ਨੇ, ਸਾਖੀਆਂ ਉੱਥੇ ਪੜ੍ਹੀਆਂ। ਕਿਉਂ? ਆਰਡਰ ਹੈ ਵੀ ਬਿਲਕੁਲ ਨਹੀਂ ਤੁਸੀਂ ਦੂਜੀ ਬਾਤ ਨੂੰ ਧਾਰੀ ਕਰਨਾ। ਇਹਨਾਂ ਨੇ ਧਰਮ ਨੂੰ ਖਰਾਬ ਕਰਨਾ ਸੀ, ਧਰਮ ਵਾਸਤੇ ਕੀਤਾ ਸੀ ਇਹਨਾਂ ਨੇ, ਗੁਰਦੁਆਰੇ ਬਣਾਏ ਸੀ। ਸਭ ਰਹਿਤ ਮਰਿਆਦਾ ਜੋ ਕੁਛ ਕੀਤਾ ਅਡੰਬਰ, ਸਭ ਧਰਮ ਦਾ ਸਤਿਆਨਾਸ਼ ਕਰਨ ਵਾਸਤੇ ਕੀਤਾ ਇਹਨਾਂ ਨੇ, ਵੇਦ ਧਰਮ ਦਾ। ਜਿਵੇਂ ਪੰਡਤ ਨੇ ਵੇਦ ਧਰਮ ਵਿਗਾੜਿਆ ਸੀ ਵੇਦ ਤੋਂ ਬਾਅਦ, ਉਹ ਵੇਦ ਧਰਮ ਸੀ ਗੁਰਬਾਣੀ, ਉਹੀ ਟੈਕਨੀਕ ਨਾਲ ਇਹਨਾਂ ਸਿੱਖਾਂ ਤੇ ਵਿਗੜਵਾਇਆ ਇਹਨਾਂ ਨੇ। ਰਣਜੀਤ ਨੂੰ ਆਪਣਾ ਚੇਲਾ ਬਣਾ ਕੇ ਇਹਨਾਂ ਨੂੰ ਰਾਜ ਦੇ ਦਿੱਤਾ ਸਿੱਖਾਂ ਨੂੰ। ਉਹ ਕਹਿੰਦੇ ਰਾਜ ਨਹੀਂ ਕਰ ਸਕਦੇ ਤੁਸੀਂ ਜੇ ਸਿੱਖ ਅਸਲੀ ਹੋਣਗੇ। ਸਿੱਖ ਨੂੰ ਰਾਜ ਨਹੀਂ ਕਰਨ ਦੇਣਾ ਉਹਨਾਂ ਨੇ। ਸਿੱਖੀ ਤੋਂ ਅਸਤੀਫਾ ਦੇ ਕੇ ਰਾਜ ਕਰੋ। ਸਿੱਖੀ ਤੋਂ ਅਸਤੀਫਾ ਦੇ ਕੇ ਸਾਰਿਆਂ ਨੇ ਮਿਸਲਾਂ ਬਣਾਈਆਂ ਨੇ, ਬਾਣਾ ਲਾ ਲੈਂਦੇ ਤੇ ਨਿਹੰਗ ਸਿੰਘ ਕਹਿੰਦੇ ਰਾਜ ਕਾਇਮ ਕਰਨਾ, ਕਹਿੰਦੇ ਬਾਣਾ ਲਾ ਦੇ।
ਤਾਂ ਵੀ ਸਾਡੇ ਨਾਲ ਲੱਗਦੇ ਤੇ ਵੀ ਸਾਡੀ ਬੇਇੱਜ਼ਤੀ ਕੀਤੀ ਹੈ ਇਹਨਾਂ ਨੇ, ਸਾਰਿਆਂ ਦੀ ਬੇਇੱਜ਼ਤੀ ਕੀਤੀ ਹੋਈ ਹੈ ਜਿਹਨਾਂ ਰਾਜ ਲਿਆ। ਰਣਜੀਤ ਨੂੰ ਬਾਣਾ ਨਹੀਂ ਪਾਉਣ ਦਿੱਤਾ, ਰਣਜੀਤ ਦੇ ਬਾਪ ਦਾ ਬਾਣਾ ਲਹਾਇਆ ਜਿਹਨੇ ਰਾਜ ਕਾਇਮ ਕੀਤਾ। ਚੜ੍ਹ ਸਿੰਘ ਦੇ ਬਾਣਾ ਰਿਹਾ ਇਹਦੇ ਬਾਬੇ ਦੇ, ਉਦੋਂ ਰਾਜ ਨਹੀਂ ਕਾਇਮ ਹੋਇਆ। ਇਹ ਢਿੱਡੋਂ ਔਖੇ ਸੀ ਸਾਡੇ ਨਾਲ ਵੀ ਬੇਇੱਜ਼ਤੀ ਕੀਤੀ ਹੈ ਸਾਡੀ, ਬਾਣਾ ਲਹਾਤਾ ਤੁਸੀਂ ਗੁਰੂ ਵਾਲੀ ਨਹੀਂ, ਬੇਇੱਜ਼ਤੀ ਨਹੀਂ, ਬਹੁਤ ਸਾਰਿਆਂ ਦੀ ਬੇਇੱਜ਼ਤੀ ਕੀਤੀ ਹੋਈ ਹੈ। ਬਾਣਾ ਨਹੀਂ ਪਾ ਸਕਦੇ ਤੁਸੀਂ, ਗੁਰੂ ਦਾ ਹੁਕਮ ਹੈ। ਤਾਕਤ ਸੀ, ਅਸੀਂ ਲਾਗੂ ਡੰਡੇ ਨਾਲ ਕੀਤੀ ਹੋਈ ਸੀ ਇਹ ਗੱਲ, ਫਿਰ ਲਾਗੂ ਹੋ ਜੂ। ਹੁਣ ਕਾਨੂੰਨ ਨਾ ਹੋ, ਕਾਨੂੰਨ ਤੇ ਡੰਡੇ ਨਾਲ ਲਾਗੂ ਹੋ ਦੁਬਾਰਾ। ਉਹਨਾਂ ਨੇ ਕਾਨੂੰਨ ਤਾਂ ਉਹਨਾਂ ਦੇ ਨਾਲ ਹੱਕ ਸਰਕਾਰਾਂ ਦੇ ਨਾਲ ਹੈ ਨਹੀਂ ਸੀ, ਉਹ ਵਿਚਾਰੇ ਕੀ ਕਰਦੇ। ਉਦੋਂ ਸਰਕਾਰ ਉਹਨਾਂ ਨੇ ਆਪਣੀ ਬਣਾ ਲਈ। ਖਾਲਸੇ ਦੇ ਸਿਰ ਤੇ ਰਾਜ ਸੀ ਰਣਜੀਤ ਸਿੰਘ ਦਾ, ਡੰਡਾ ਕਿਵੇਂ ਚੱਲਦਾ ਉਹਨਾਂ ਦਾ। ਮਿਸਲਦਾਰ ਇੱਕ ਮਿਸਲ ਬਣਾਉਂਦਾ, ਕਿੰਨੇ ਕੁ ਬੰਦੇ ਹੁੰਦੇ ਸੀ, ਉਹਨੇ ਵੱਢ ਕੇ ਸਾਰਿਆਂ ਨੂੰ ਪਰੇ ਮਾਰਦੇ ਜਾਂ ਨਾ ਮੰਨਦੇ ਗੱਲ, ਬਾਣਾ ਲਾਉਂਦੇ ਉਹ ਸਿਰ ਵੱਢ ਕੇ ਉਹ ਮਾਰਦੇ। ਸਾਨੂੰ ਦਿੱਤਾ ਖਾਲਸੇ ਨੂੰ, ਦਿੱਤਾ ਨਾ ਸਰ। ਜਦ ਅੰਮ੍ਰਿਤ ਛਕਿਆ ਕਹਿੰਦੇ ਹਾਂ ਹੁਣ ਤੂੰ ਪੇਸ਼ੇ ਅੜਦਾ ਨਹੀਂ ਸੱਦੇਗਾ ਸਾਨੂੰ, ਇਹ ਬਾਣਾ ਲਾ ਦੇ ਨਹੀਂ ਸਿਰ ਸਾਡਾ, ਅਸੀਂ ਲਾ ਲੈਣਾ। ਲੈ ਦੇ ਜਵਾਬ ਕੀ ਦੇਗਾ, ਸਿਰ ਸਾਡਾ, ਸਿਰ ਤਾਂ ਤੇਰਾ ਹੈ ਨਹੀਂ, ਜਾ ਮੈਨੂੰ ਸਿਰ ਤੇ ਗੱਲ ਲਗਾ ਜਾ ਕੇ। ਇਹ ਸਿਰ ਤਾਂ ਲਏ ਤੇ ਐਵੇਂ ਨਹੀਂ ਗੱਲ ਹੈਗੀ ਹੈ, ਬੜਾ ਪਤਾ ਵੀ ਕੀ ਗੱਲ ਹੈ, ਧਰਮ ਕੀ ਹੁੰਦਾ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਸੀ, ਸਾਰਿਆਂ ਨੂੰ ਸੁੱਖ ਹੋ ਜਾਣ ਸੀ, ਸਿੱਖਾਂ ਨੂੰ ਘਰ ਘਰ ਸੁੱਖ ਹੁੰਦਾ। ਉਹ ਚੰਗੀ ਗੱਲ ਸੀ, ਜੋ ਅੱਜ ਹੋਇਆ ਚੰਗੀ ਗੱਲ ਸੀ। ਉਹ ਸੁੱਖ ਨੂੰ ਹੁਣ ਟੋਲਦੇ ਫਿਰਦੇ ਨੇ। ਕੀ ਹਾਲਤ ਹੈ ਤੁਹਾਡੀ, ਘਰ ਘਰ ਦੇਖੋ ਪਿੱਛੇ ਕੀ ਹੋਇਆ 150 ਸਾਲ ਦੇ ਵਿੱਚ, 300 ਸਾਲ 'ਚ ਦੇਖ ਲਓ ਪਿੱਛੇ ਕੀ ਹੋਇਆ। ਮਿਸਲਾਂ ਵਾਲਿਆਂ ਨੇ ਕੀ ਕੀਤਾ, ਤੁਹਾਡਾ ਕੀ ਕਰਤਾ, ਗਰੀਬਾਂ ਦਾ, ਸਿੱਖਾਂ ਦਾ ਕੀ ਕਰਤਾ। ਰਲ ਗਏ ਬਾਹਮਣ ਨਾਲ, ਚਾੜਤਾ ਸੋਨਾ, ਬਾੜਤੀਆਂ ਮੂਰਤੀਆਂ ਉੱਥੇ। ਇਸਦੀ ਆ ਸਾਡੇ ਕੋਲ ਮਹਾਰਾਜਾ ਰਣਜੀਤ ਸਿੰਘ, ਤੁਹਾਡਾ ਉਹ ਮਹਾਰਾਜਾ ਮੀਣਿਆਂ ਦਾ। ਉਹ ਕਹਿੰਦੇ ਔਰੰਗਜ਼ੇਬ ਦੇ 40 ਔਰੰਗਜ਼ੇਬ ਦਾ ਅਵਤਾਰ ਹੈ ਖਾਲਸਾ, ਕਹਿੰਦੇ ਰਣਜੀਤ ਸਿੰਘ ਨੂੰ ਉਹਦੇ ਮੂੰਹ ਤੇ। ਹੁਣ ਤਾਂ ਹੀ ਕਹਿੰਦੇ ਨੇ ਸਿੰਘ ਔਰੰਗਜ਼ੇਬ ਦਾ ਅਵਤਾਰ ਸੀ। ਔਰੰਗਜ਼ੇਬ ਨੇ ਉਹਨਾਂ ਨੁਕਸਾਨ ਨਹੀਂ ਕੀਤਾ ਸਿੱਖੀ ਦੇ, ਜਿੰਨਾ ਉਹਨੇ ਕੀਤਾ ਉਹਨਾਂ ਨਹੀਂ ਕਰ ਸਕਿਆ। ਜਿੰਨਾ ਸਿੱਖੀ ਦਾ ਨੁਕਸਾਨ ਮਿਸਲਾਂ ਵਾਲਿਆਂ ਨੇ ਕੀਤਾ, ਮਿਸਲਾਂ ਬਣਨ ਤੋਂ ਬਾਅਦ ਹੋਇਆ, ਸਿੱਖ ਰਾਜ ਬਣਨ ਤੋਂ ਬਾਅਦ ਹੋਇਆ, ਉਹਨਾਂ ਪਹਿਲਾਂ ਹੋਇਆ ਹੀ ਨਹੀਂ। ਘੱਲੂਘਾਰੇ ਦੇ ਵਿੱਚ ਦੂਏ 'ਚ ਵੀ ਫਟਾਫਟ ਦੂਏ ਸਾਰੇ ਤਿਆਰ ਹੋ ਗਏ, ਸਾਲ ਵੀ ਨਹੀਂ ਪਿਆ ਹੋ ਗਿਆ ਨਾ ਤਿਆਰ। ਉਹ ਤਾਂ ਰਾਜ ਨਹੀਂ ਸੀ। ਉਹ ਤੋਂ ਬਾਅਦ ਇਹਨਾਂ ਨੇ ਸਭ ਕੁਝ ਖਤਮ ਕੀਤਾ। ਅੱਜ ਕੀ ਕਿਤੇ ਸਿੱਖੀ ਫਿਰ ਹੋਊਗੀ, ਫਿਰ ਉੱਠ ਰਹੀ ਹੈ। ਜਿਹਨਾਂ ਦੇ ਮਨ ਸਿੱਖੀ 'ਚ ਸੀ ਨਾ, ਗੁਰੂ ਨਾਲ ਜੁੜੇ ਅੰਦਰੋਂ, ਉੱਪਰੋਂ ਨਹੀਂ ਤੁਸੀਂ ਦੱਸਿਆ ਉਹਨਾਂ ਨੂੰ ਕਿਵੇਂ ਜੁੜਨਾ ਹੈ। ਮਰਵਾ ਦਿੰਦੇ ਰਹੇ ਉਹਨਾਂ ਨੂੰ, ਕਦੇ ਕੋਈ ਮੋਰਚਾ ਲਾ ਕੇ, ਕਦੇ ਕੋਈ ਮੋਰਚਾ ਲਾ ਕੇ, ਕਦੇ ਕੁਛ ਕਰਕੇ, ਕਦੇ ਕੁਛ ਕਰਕੇ। ਹੁਣ ਖਾਲਿਸਤਾਨ ਦੇ ਨਾਂ ਤੇ ਉਹ ਸਾਰੇ ਹੀ ਜੰਮੇ ਹੋਏ ਨੇ ਇਸ ਵਕਤ, ਸਾਰੇ ਹੈਗੇ ਨੇ ਹਾਜ਼ਰ। ਜਿਹੜੇ ਨਹੀਂ ਉਹ ਜਨਮ ਲੈ ਲੈਣਗੇ, ਕੋਈ ਛੋਟੇ ਨੇ ਕੋਈ ਬੜੇ ਨੇ। ਉਹਨਾਂ ਦੀ ਜਿੰਨੀ ਤਾਦਾਦ ਹੈਗੀ ਉਹਨੇ ਹੁਣ ਐਟ ਏ ਟਾਈਮ ਸਿੱਖ ਹੋ ਜਾਣੇ ਨੇ। ਤੁਸੀਂ ਰੋਕ ਕੇ ਦਿਖਾਓ, ਕਿਹੜਾ ਰੋਕ ਲਓ। ਫਿਰ ਸਾਰੀ ਵੜ ਚੋਂ ਇਕੱਠੇ ਨੇ ਬੰਦੇ ਇਮਾਨਦਾਰ। ਇਹ ਤਾਂ ਇੱਕੋ ਹੀ ਧਰਮ ਹੈ, ਮੰਨਦੇ ਨਹੀਂ ਵੀ ਸਿੱਖ ਧਰਮ ਅੱਡ ਹੈ। ਤੁਸੀਂ ਮੰਨਦੇ ਹੋ ਸਿੱਖ ਤਾਂ ਕੋਈ ਧਰਮ ਹੀ ਨਹੀਂ। ਧਰਮ ਉਹ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਉਹ ਸਾਰਿਆਂ ਦੀ ਬਾਣੀ ਹੈ। ਉਹ ਤਾਂ ਸਾਰਿਆਂ ਦੀ ਬਾਣੀ ਹੈ। ਬ੍ਰਾਹਮਣ ਵੀ ਪਿੱਛੇ ਨੇ, ਉਹਨਾਂ ਦੀ ਲੜਾਈ ਕੋਈ ਨਹੀਂ ਤੁਹਾਡੀ ਕਾਹਤੇ ਹੈ। ਤੁਸੀਂ ਕਿਸੇ ਨੂੰ ਨਹੀਂ ਮੰਨਦੇ। ਰਵਿਦਾਸ ਵਾਲੇ ਕਹਿੰਦੇ ਨੇ, ਗੱਲਾਂ ਕਰਦੇ ਨੇ, ਰਵਿਦਾਸ ਦੀ ਇੱਕ ਗੱਲ ਨਹੀਂ ਜਾਣਦੇ ਨਾ ਇਹਨੂੰ। ਰਵਿਦਾਸ ਬਾਰੇ ਪਤਾ ਕੀ ਹੈ? ਰਵਿਦਾਸ ਕੁਛ ਕਹਿੰਦਾ, ਆਪ ਕੁਛ ਕਹਿੰਦੇ ਨੇ।
ਇਹਨਾਂ ਦੇ ਪ੍ਰਚਾਰਕ। ਕਬੀਰ ਕੁਛ ਕਹਿੰਦਾ, ਉਹ ਕੁਛ ਕਹਿੰਦੇ ਨੇ ਜਿਹੜੇ ਇਹਨਾਂ ਦੇ ਪ੍ਰਚਾਰਕ ਨੇ। ਇਹ ਪਲਾਨਡ ਪ੍ਰੋਗਰਾਮ ਨਾਲ ਸਾਰੇ ਬਾਹਮਣ ਦੇ ਚੇਲੇ ਨੇ, ਉਹਨਾਂ ਨੇ ਢਾਡੇਰੀ ਕੀਤੇ ਉਹਨੇ ਜੱਦੀ। ਜੇ ਕਬੀਰ ਵਾਲੀ ਗੱਲ ਸਹੀ ਚੱਲਦੀ ਹੁੰਦੀ, ਗੁਰੂ ਨਾਨਕ ਨੇ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਬਣਿਆ, ਉਹਨਾਂ ਮੰਨਦੇ, ਉਹਨੂੰ ਤਾਂ ਮੰਨਦੇ ਨਹੀਂ। ਕਬੀਰ ਪੰਥੀ ਉਹਨੂੰ ਕਦੇ ਨਹੀਂ ਮੰਨਦੇ। ਇਹ ਅੰਦਰੋਂ ਖਿਲਾਫ ਨੇ ਗੁਰੂ ਗ੍ਰੰਥ ਸਾਹਿਬ ਤੇ ਵੀ ਔਰ ਕਬੀਰ ਤੇ ਵੀ। ਕਬੀਰ ਪੰਥੀ ਵੀ ਨਵੇਂ ਪ੍ਰਗਟ ਹੋ ਜਾਣਗੇ। ਉਹ ਵੀ ਬੈਠੇ ਨੇ ਵੀ ਕਰਦੇ ਕੀ ਨੇ ਲੋਕ। ਗੱਲ ਕਬੀਰ ਕੁਛ ਹੋਰ ਕਹਿੰਦੇ, ਕੁਛ ਹੋਰ ਕਹਿੰਦੇ ਨੇ, ਸਭ ਨੂੰ ਪਤਾ ਲੱਗ ਰਿਹਾ ਫਟਾਫਟ। ਕਬੀਰ ਬ੍ਰਾਹਮਣ ਦੇ ਖਿਲਾਫ ਹੈ। ਤੁਸੀਂ ਮੁੜ ਕੇ ਬ੍ਰਾਹਮਣ ਵਾਲੀ ਵਿਚਾਰਧਾਰਾ ਖੋਪੜੀ ਨੂੰ ਲੈ ਜਾਂਦੇ ਹੋ। ਖੋਪੜੀ ਤਾਂ ਬ੍ਰਾਹਮਣ ਦੀ ਹੈ। ਸ਼ੈਤਾਨ ਦਾ ਵਾਸ ਹੈ ਖੋਪੜੀ ਚ, ਜਿਹਨੂੰ ਕਹਿੰਦੇ 10 ਉਦਾਰ। ਉਹ ਕਹਿੰਦੇ ਦੀ ਖੋਪੜੀ ਖਰਾਬ ਹੈ। ਕਦੇ ਦਿਲ ਨੂੰ ਵੀ ਖਰਾਬ ਕਿਹਾ। ਦਿਲ ਚ ਮੈਲ ਹੈ। ਦਿਲ ਖਰਾਬ ਨਹੀਂ ਕਹਿੰਦੇ ਆਪਾਂ। ਦਿਲ ਖਰਾਬ ਜਦ ਹੁੰਦਾ ਜਾਂ ਉਲਟੀ ਆਉਣੀ ਹੁੰਦੀ ਹੈ, ਉਹ ਗੱਲ ਹੋਰ ਹੈ। ਜਿਹੜੀ ਖੋਪੜੀ ਖਰਾਬ ਹੈ, ਦਿਲ ਦੇ ਵਿੱਚ ਉਹਦੀ ਮੈਲ ਹੈ। ਦਿਲ ਮੈਲ ਹੈ ਤਾਂ ਖੋਪੜੀ ਖਰਾਬ ਹੈ। ਦਿਲ ਦੇ ਨਾਲ ਖੋਪੜੀ ਦਾ ਸੰਬੰਧ ਹੈ। ਦਿਲ ਤੋਂ ਖੋਪੜੀ ਚੱਲਦੀ ਹੈ, ਖੋਪੜੀ ਤੋਂ ਦਿਲ ਨਹੀਂ ਚੱਲਦਾ। ਦਿਲ ਤੋਂ ਖੋਪੜੀ ਚੱਲਦੀ ਹੈ। ਦਿਲ ਪਹਿਲਾਂ ਬਣਿਆ, ਖੋਪੜੀ ਬਾਅਦ ਚੱਲੀ ਹੈ। ਦਿਲ ਚੱਲਦਾ ਹੁੰਦਾ ਹੈ, ਖੋਪੜੀ ਬੰਦ ਹੁੰਦੀ ਹੈ। ਦਿਮਾਗ ਬੰਦ ਹੁੰਦਾ ਰਾਤ ਨੂੰ ਸੁੱਤੇ ਪਏ ਦਾ। ਚਲਾਉਣ ਵਾਲਾ ਦਿਲ ਚਲਾਉਂਦਾ ਹੁੰਦਾ, ਉਹ ਨਹੀਂ ਬੰਦ ਹੋ ਸਕਦਾ। ਇਹ ਦਿਮਾਗ ਬੰਦ ਹੋ ਜਾਂਦਾ, ਹੋ ਸਕਦਾ। ਉਦੋਂ 10 ਵਾਰ ਕਿੱਥੇ ਹੁੰਦਾ? 10 ਵਾਰ ਕਿੱਥੇ ਹੁੰਦਾ? ਉਦੋਂ ਕਿੱਥੇ ਹੁੰਦਾ 10 ਵਾਰ? ਜਾਂ ਸਮਝ ਜਾਂਦੇ ਹੋ? ਇਹ ਨਰਕ ਘੋਰ ਕਾ ਦੁਆਰ ਹੈ, ਜਿਹਨੂੰ 10 ਵਾਰ ਕਹਿੰਦੇ। ਇਹ ਮਾਇਆ ਨਾਲ ਜੋੜਦਾ, ਸੰਸਾਰ ਨਾਲ ਜੋੜਦਾ। ਇਹਦਾ ਸੰਸਾਰ ਨਾਲ ਜੋੜਦਾ, ਮਾਇਆ ਨਾਲ ਜੋੜਦਾ। ਇਹ ਪ੍ਰਚਾਰ ਹੋਣਾ ਸਿੱਖੀ ਚ ਵੀ ਸਾਬਤ ਕਰਦਾ ਹੈ ਕਿ ਬਿਲਕੁਲ ਇੱਕੋ ਪ੍ਰਚਾਰ ਹੈ ਸਾਰੀ ਦੁਨੀਆ ਚ। ਮੈਡੀਟੇਸ਼ਨ ਦਾ ਪ੍ਰਚਾਰ ਹੋਣਾ ਸਾਰਿਆਂ, ਉਹ ਵੀ ਉਹੀ ਗੱਲ ਹੈ। ਮਾੜਾ ਵੀ ਸਾਰੇ ਫੇਰਦੇ ਨੇ। ਇਹ ਸਿਰਫ ਥੋੜਾ ਥੋੜਾ ਬਦਲਾਅ ਹੈ। ਬਿਮਾਰੀ ਇੱਕੋ ਥਾਂ ਤੇ ਪੈਦਾ ਹੋਈ ਹੈ। ਬਿਮਾਰੀ ਪੈਦਾ ਕਰਨ ਵਾਲੇ ਜਿਹੜੇ ਆਦਮੀ ਸ਼ਾਤਰ ਨੇ, ਉਹ ਇੱਕੋ ਹੀ ਕੈਟਾਗਰੀ ਦੇ ਨੇ। ਸਾਰੀ ਵਰਲਡ ਚ ਉੱਥੇ ਹੀ ਬਿਮਾਰੀ ਗਈ ਹੈ। ਕਾਸ਼ੀ ਉਹ ਜਗ੍ਹਾ ਹੈ ਜਿੱਥੋਂ ਮੱਤ ਵਿਗਾੜੀ ਗਈ ਹੈ। ਮੱਤ ਨੂੰ ਹਾਂ, ਵੇਦ ਉੱਥੇ ਪਏ ਨੇ, ਵੇਦ ਵੀ ਨੇ ਸਾਂਭ ਕੇ ਰੱਖੇ ਹੋਏ ਨੇ, ਲੇਕਿਨ ਉੱਥੇ ਵੇਦ ਦਾ ਪ੍ਰਚਾਰ ਨਹੀਂ ਹੈ। ਕਾਸ਼ੀ ਵਿੱਚ ਹੀ ਪਈ ਸੀ ਰਮਾਇਣ ਵਾਲਮੀਕ ਦੀ। ਕਾਸ਼ੀ ਵਿੱਚ ਤੁਲਸੀਦਾਸ ਦੀ ਰਮਾਇਣ ਨੂੰ 420 ਕਰਕੇ ਸੱਚ ਮਨਾਇਆ ਗਿਆ। ਲੋਕ ਕਹਿੰਦੇ ਸੀ ਵੀ ਉਹ ਰਮਾਇਣ ਸੱਚ ਹੈ, ਝੂਠ ਹੈ। ਇਹਦੇ ਬਾਰੇ ਬੜਾ ਤਕੜਾ ਝਗੜਾ ਪਿਆ। ਪਬਲਿਕ ਨੇ ਨਹੀਂ ਮੰਨੀ ਗੱਲ ਵੀ ਰਮਾਇਣ ਠੀਕ ਹੈ। ਬਹੁਤ ਜ਼ਿਆਦਾ ਵਿਖਾਦ ਹੋ ਗਿਆ। ਫਿਰ ਉੱਥੇ ਰਾਜੇ ਨੂੰ ਕਿਹਾ, ਇੱਕ ਉੱਥੇ ਮੰਦਿਰ ਹੈ ਸ਼ਿਵ ਜੀ ਦਾ, ਬਈ ਇਹ ਕਿਤਾਬ ਨੂੰ ਵਿੱਚ ਦੂਈ ਰੱਖ ਕੇ ਉੱਪਰ ਗ੍ਰੰਥਾਂ ਚ ਰੱਖ ਕੇ ਤੇ ਜਿੰਦਾ ਲਾ ਕੇ ਰਾਜੇ ਕੋ ਚਾਬੀ ਰਹੂਗੀ। ਜੇ ਤਾਂ ਇਹ ਸ਼ਿਵ ਦੇ ਤਰਸੂਲ ਦੀ ਮੋਹਰ ਲੱਗ ਗਈ, ਥੱਲਿਓਂ ਕੱਢ ਕੇ ਉੱਤੇ ਕਰਤੀ, ਫਿਰ ਸੱਚ ਮੰਨ ਲਿਓ, ਨਹੀਂ ਝੂਠ ਹੈ। ਤੀਏ ਦਿਨ ਜਿੰਦਾ ਖੋਲੇ, ਮੋਹਰ ਲੱਗੀ ਤੇ ਉਹ ਰਾਜੇ ਨੇ ਲਵਾਤੀ ਮੋਹਰ। ਰਾਜਾ ਥਾਏ ਆ ਠੱਗੀ ਨਾਲ ਬਣਾਈ ਹੈ ਇਹ ਤੁਲਸੀਦਾਸ ਵਾਲੀ ਰਮਾਇਣ। ਦੱਸਣ ਨਹੀਂ ਬਣਾਈ, ਇਹਦਾ ਪ੍ਰਚਾਰ ਕਰਦੇ ਹੋ ਤੁਸੀਂ। ਠੱਗੀ ਨਾਲ ਤੁਸੀਂ ਬਣਾਈ ਆ ਲੋਕਾਂ ਨੂੰ। ਲੋਕ ਤਾਂ ਮੰਨਦੇ ਹੀ ਨਹੀਂ ਸੀ ਇਹਨੂੰ। ਕਿਸ ਤਰੀਕੇ ਨਾਲ ਇੱਕ ਲਿਆ ਹੈ, ਉਹਦਾ ਵੀ ਇਤਿਹਾਸ ਹੈਗਾ ਪਿੱਛੇ, ਉਹ ਵੀ ਤਾਂ ਹੈ ਇਤਿਹਾਸ। ਉਹਦਾ ਜਵਾਬ ਦਿਓ।
ਕਿਹਨੇ ਉਹ ਕੀਤਾ? ਚਾਬੀ ਕਿਹਦੇ ਕੋਲ ਸੀ? ਰਾਜਾ ਕੌਣ ਸੀ? ਉਹਦਾ ਜੀਵਨ ਕਿਹਾ ਜਿਹਾ ਸੀ? ਕਿਹਦਾ ਚੇਲਾ ਸੀ ਉਹ ਜਿਹੜੀ ਵੇਦ ਵਾਲੀ ਧਿਰ ਸੀ ਉਹ ਕਮਜ਼ੋਰ ਪੈ ਗਈ। ਵੇਦ ਵਾਲੀ ਧਿਰ ਰਾਜੇ ਨੂੰ ਇੱਜ਼ਤ ਨਹੀਂ ਸੀ ਦਿੰਦੀ, ਦੂਈ ਤਾਂ ਜ਼ਿਆਦਾ ਇੱਜ਼ਤ ਦਿੰਦੀ ਸੀ ਰਾਜੇ ਨੂੰ। ਰਾਜੇ ਨੂੰ ਇੱਜ਼ਤ ਦੀ ਭੁੱਖ ਹੁੰਦੀ ਹੈ, ਵੇਦ ਵਾਲੀ ਧਿਰ ਨਹੀਂ ਸੀ ਰਾਜੇ ਨੂੰ ਇੱਜ਼ਤ ਦਿੰਦੀ, ਦੂਈ ਤਾਂ ਜ਼ਿਆਦਾ ਇੱਜ਼ਤ ਦੇਣ ਲੱਗੀ। ਉਹ ਰਾਜੇ ਸੀ ਮੁਕੱਦਮ ਕੁੱਤੇ ਕਹਿੰਦੇ ਸੀ, ਤਬੋ ਰਾਜਾ ਨਰਕ ਕਹਿੰਦੇ ਸੀ। ਉਹਦੇ ਮੂੰਹ ਤੇ ਹੀ ਉਹ ਪ੍ਰਚਾਰ ਕਰਦੇ ਸੀ, ਮੂੰਹ ਤੇ ਕੀ ਪ੍ਰਚਾਰ ਕਰਦੇ ਸੀ। ਰਾਜੇ ਨੂੰ ਬੁਰਾ ਲੱਗਦਾ ਸੀ ਕਿ ਭਾਈ ਇਹ ਤਾਂ ਨਰਕ ਦਾ ਰਸਤਾ ਰਾਜ ਨਹੀਂ ਮੰਗੀਦਾ ਹੁੰਦਾ। ਰਾਜੇ ਨੂੰ ਕਦੋਂ ਚੰਗਾ ਲੱਗੂਗਾ? ਉਹ ਤਾਂ ਬੇਇੱਜ਼ਤੀ ਹੈ। ਮੈਂ ਤਾਂ ਮਜ਼ਦੂਰ ਨੂੰ ਵੀ ਭੈਣ, ਮੈਂ ਨਰਕੀ ਜੀਵ, ਮਜ਼ਦੂਰ ਚੰਗਾ ਭੈਣੋ। ਉਹ ਦੂਈ ਤਾਂ ਨਹੀਂ ਇੱਜ਼ਤ ਦਿੱਤੀ, ਦੂਈ ਤਾਂ ਖੋਟੀ ਸੀ। ਖੋਟੇ ਨੇ ਤਾਂ ਖੋਟੇ ਨੂੰ ਇੱਜ਼ਤ ਦੇਣੀ ਹੈ। ਉਧਰ ਉਹ ਖੋਟਾ ਸੀ, ਉਧਰ ਉਹ ਖੋਟਾ ਸੀ। ਕਹੇ ਕਿਹਨੂੰ? ਦੋਏ ਖੋਟੇ ਇਕੱਠੇ ਹੋ ਗਏ। ਧਰਮ ਖੋਟ ਔਰ ਸਿਆਸੀ ਖੋਟ, ਦੋਏ ਖੋਟਾਂ ਇਕੱਠੀਆਂ ਹੋ ਗਈਆਂ। ਉਹ ਖੋਟਾਂ ਇਕੱਠੀਆਂ ਹੋਈਆਂ ਹੀ ਗੁਰੂ ਘਰ ਦੇ ਖਿਲਾਫ ਸੀਆਂ। ਧਾਰਮਿਕ ਕੱਟੜਵਾਦ ਮੁਸਲਮਾਨਾਂ ਦਾ, ਧਾਰਮਿਕ ਕੱਟੜਵਾਦ ਹਿੰਦੂਆਂ ਦਾ, ਔਰ ਉਹ ਬਾਈਧਾਰੀ ਰਾਜੇ ਜਿਹੜੇ ਉਸ ਵੇਲੇ ਦੇ ਸੀ ਖੋਟੇ, ਸੱਚ ਨੂੰ ਨਾ ਮੰਨਣ ਵਾਲੇ ਰਾਜੇ ਬਣੇ ਹੋਏ ਸੀ। ਰਾਜੇ ਤਾਂ ਫਿਰ ਮੰਨਦੀ ਨਹੀਂ ਨਾ ਗੁਰਬਾਣੀ, ਉਹਨਾਂ ਨੂੰ ਇਹ ਕਿੱਥੇ ਬਰਦਾਸ਼ਤ ਹੋਈ ਹੈ ਬਰਾਬਰੀ? ਤੇ ਨੀਚੀਆਂ ਜਾਤਾਂ ਨੂੰ ਘੋੜਿਆਂ ਤੇ ਚੜਾ ਕੇ ਬਰਾਬਰੀ ਅੰਮ੍ਰਿਤ ਛਕਾਤਾ, ਉਹਨਾਂ ਦੀ ਬਰਦਾਸ਼ਤ ਨਹੀਂ ਹੋਇਆ। ਤਾਂ ਪਰਮੇਸ਼ਰ ਦੇ ਦੁਆਰ ਦੀ ਹੈ ਬਰਾਬਰੀ ਹੈ, ਉਹ ਸਾਰਿਆਂ 'ਚ ਬ੍ਰਹਮ ਹੈ, ਕਿਉਂ ਨਹੀਂ ਬਰਾਬਰ ਮੰਨਦੇ? ਅਸਲ 'ਚ ਪਰਮੇਸ਼ਰ ਦੇ ਬਾਗੀ ਨੇ ਰਾਜੇ ਇਹ ਸਾਰੇ, ਤੇ ਬਰਾਬਰੀ ਮੰਨਦੇ ਨਹੀਂ। ਕਿਉਂ ਨਹੀਂ ਮੰਨਦੇ? ਕਿ ਸਾਡੇ ਕੋਲ ਪਾਵਰ ਹੈ, ਅਸੀਂ ਬੜੇ ਹਾਂ। ਤੁਸੀਂ ਪਾਵਰ ਹਾਸਲ ਕਰ ਲਈ, ਮਿਸਯੂਜ਼ ਕਰਦੇ ਹੋ, ਇਹਨਾਂ ਨੂੰ ਨੀਵੇਂ ਕਰਦੇ ਆ, ਅਪਰਾਧ ਹੈ। ਫਿਰ ਇਹ ਤਾਂ ਅਪਰਾਧ ਹੈ। ਸੇਵਾ ਕਰਨ ਨੂੰ ਪਾਵਰ ਦਿੱਤੀ ਸੀ, ਪਾਵਰ ਦੇ ਦੀ ਭਗਤੀ ਜ਼ਿਆਦਾ ਕਰੇਗਾ, ਦਾਨ ਕਰੇਗਾ, ਲੋਕਾਂ ਦਾ ਭਲਾ ਕਰੇਗਾ, ਫਿਰ ਤਾਂ ਤੈਨੂੰ ਸੀ ਕੀ ਫਾਇਦਾ ਇਹਦਾ? ਜਿਹੜਾ ਤੂੰ ਪਿਆ ਉਹ ਤਾਂ ਨਰਕ ਦਾ ਹੀ ਰਸਤਾ ਹੈ। ਕਿਵੇਂ ਵੀ ਰਾਜਾ ਸੀ 50 ਸਾਲ ਕਰਨੇ ਤਾਂ ਨਰਕ ਦਾ ਰਸਤਾ ਹੈ, ਇਹ ਨਹੀਂ ਹੈ ਫਾਇਦੇ ਦਾ ਰਸਤਾ ਧਰਮ ਦੇ ਹਿਸਾਬ ਨਾਲ। ਪਰ ਜਿਹੜਾ ਦੂਆ ਧਰਮ ਹੈ ਉਹ ਕਹਿੰਦਾ ਉਹਨਾਂ ਚਿਰ ਮੇਰੀ ਚੜ੍ਹਦੀ ਕਲਾ ਹੈ, ਜਿੰਨਾ ਚਿਰ ਮੇਰੇ ਪੱਖ ਦਾ ਰਾਜਾ। ਜਿਹੜਾ ਖੋਟਾ ਧਰਮ ਹੈ ਉਹ ਇਹ ਕਹਿੰਦਾ ਵੀ ਜਿੰਨਾ ਚਿਰ ਰਾਜਾ ਮੇਰੇ ਨਾਲ ਚੜ੍ਹਦੀ ਕਲਾ, ਮੇਰੇ ਮੂਹਰੇ ਕੋਈ ਬੋਲੂ ਨਹੀਂ, ਮੇਰੇ ਚ 100 ਸ਼ੇਖ ਨੇ, ਛਾਲਣੀ ਹੈ। ਉਹ ਕਹਿੰਦੇ ਛੱਜ ਤਾਂ ਬੋਲੇ, ਛਾਲਣੀ ਕੀ ਬੋਲੇ? ਅਨੇਕਾਂ ਹੀ ਸੁਰਾਖ ਨੇ। ਕਬੀਰ ਕਹਿੰਦਾ ਕਬੀਰ ਬੇੜਾ ਜਰਜਰਾ, ਫੂਟੇ 6,000, ਹਜ਼ਾਰਾਂ ਸ਼ੇਖ ਨੇ ਹਿੰਦੂ ਮਤ ਦੇ ਬੇੜੇ 'ਚ। ਜਿੱਥੇ ਤਰਕ ਮਾਰੋ ਤੀਰ ਉੱਥੇ ਛੇਕ, ਜੇ ਤੀਰ ਮਾਰੋ ਤਰਕ ਉੱਥੇ ਛੇਕ। ਉਹ ਤਾਂ ਕਹਿੰਦਾ ਫੂਟੇ 6,000, ਹਰੂਏ ਤਰ ਗਏ। ਜਿਹੜੇ ਹੌਲੇ ਤੇ ਨਾ, ਜਿਹਨੇ ਬਹੁਤਾ ਨੰਬਰ ਨਹੀਂ ਕੀਤਾ, ਚੇਲੇ ਨਹੀਂ ਬਹੁਤੇ ਬਣਾਏ, ਚੇਲੇ ਬਹੁਤ ਕੀ ਹੈ ਨਾ, ਹਰੂਏ ਤਰ ਗਏ। ਬੂढ़े ਜਿਨਸਰ ਭਾਰ, ਜਿਨ੍ਹਾਂ ਦੇ ਸਿਰ ਤੇ ਬੋਝ ਸੀ ਕਾਹਦਾ? ਹਉਮੈ ਮੋਹ ਭਰਮ ਔਰ ਭੈ ਦਾ, ਜਿਨ੍ਹਾਂ ਦੇ ਬੋਝ ਸੀ ਉਹ ਤਾਂ ਗਏ ਡੁੱਬ। ਜਿਨ੍ਹਾਂ ਦੇ ਬੋਝ ਨਹੀਂ ਸੀ, ਹੌਲੇ ਸੀ, ਮਨ ਤੇ ਬੋਝ ਨਹੀਂ ਸੀ ਪਾਪਾਂ ਦਾ, ਉਹ ਉਤਰ ਗਏ। ਬਾਕੀ ਜਿਨ੍ਹਾਂ ਦੇ ਭਾਰ ਸੀ, ਜਾਣ ਬੁੱਝ ਕੇ ਜਿਹੜੇ ਧਰਮ ਦਾ ਉਲਟਾ ਪ੍ਰਚਾਰ ਕਰ ਰਹੇ ਸੀ, ਵੇਦ ਦਾ ਵਿਰੋਧ, ਉਹ ਕਹਿੰਦੇ ਸਾਰੇ ਡੁੱਬ ਗਏ। ਕੂੜ ਡੋਬੇ ਪੂਰ, ਸਭ ਗੱਲਾਂ ਕਲੀਅਰ ਗੁਰਬਾਣੀ ਨੇ ਕੀਤੀਆਂ ਨੇ। ਇਹ ਕਿਵੇਂ ਬਰਦਾਸ਼ਤ ਕਰ ਲੈਂਦੇ ਨਾ ਗੱਲਾਂ ਨੂੰ? ਕਬੀਰ ਮਹਾਨ ਹੈ ਜੀ, ਆਇਆ ਗੱਲ ਨਾ ਆਏ ਗੱਲ ਕਾਹਦੇ ਨਹੀਂ ਖੋਲਦੇ ਕਬੀਰ ਦੇ? ਫਿਰ ਜੇ ਕਬੀਰ ਮਹਾਨ, ਕਿਹੜੀ ਗੱਲ ਤੇ ਮਹਾਨ ਹੈ ਵੀ ਕਬੀਰ? ਉਹ ਕੀ ਗੱਲ ਸੀ ਮਹਾਨਤਾ, ਕਿਹੜੀ ਗੱਲ ਦੀ ਸੀ ਕਬੀਰ ਦੀ ਮਹਾਨਤਾ? ਉਹ ਵੀ ਦੱਸੋ। ਬਸ ਉਹ ਉੱਥੇ ਹੋਰੇ ਪੜਾਤਾ, ਮੈਡੀਟੇਸ਼ਨ ਪੜਾਤੀ।
ਨੀਅਤ ਧਰਮ ਪ੍ਰਚਾਰ ਦੀ ਨਹੀਂ ਸੀ। ਨੀਅਤ ਸੰਸਾਰ ਨੂੰ ਹੀ ਸੁਰਗ ਬਣਾਉਣ ਵਾਸਤੇ ਸੀ। ਜੇ ਲੋਕਾਂ ਵਾਸਤੇ ਚਾਹੇ ਨਰਕ ਰਹੇ, ਕਮ ਤੋਂ ਕਮ ਮੇਰੇ ਵਾਸਤੇ ਸੁਰਗ ਬਣ ਜਾਵੇ। ਮੇਰੇ ਵਾਸਤੇ ਸੰਸਾਰੀ ਸਾਰੀਆਂ ਸੁਵਿਧਾਵਾਂ, ਸੁੱਖ ਸੁਵਿਧਾਵਾਂ ਇੱਥੇ ਹੋਣ। ਇਹ ਤੋਂ ਜ਼ਿਆਦਾ ਇੱਛਾ ਹੀ ਨਹੀਂ ਹੈ ਹਿੰਦੂ ਮਤ ਚ। ਸੁਰਗ ਦੀ ਇੱਛਾ, ਉਹ ਬਿਹਸ਼ਤ ਦੀ ਇੱਛਾ। ਮੁਸਲਮਾਨਾਂ ਦੇ ਉੱਥੇ ਕੀ ਹੈ, ਹੂਰਾਂ ਮਿਲਣਗੀਆਂ ਸੁੰਦਰ ਔਰਤਾਂ, ਉਹ ਤਾਂ ਫਿਰ ਇੱਥੇ ਹੀ ਨੇ, ਉੱਥੇ ਤਾਂ ਹੈ ਨਹੀਂ। ਉਹ ਤਾਂ ਉਰੇ ਹੀ ਨਾ। ਫਿਰ ਅੰਗੂਰਾਂ ਦੀ ਸ਼ਰਾਬ ਮਿਲੂ, ਉਹ ਵੀ ਇੱਥੇ ਹੈ। ਅੰਗੂਰਾਂ ਦੀ ਸ਼ਰਾਬ ਔਰ ਹੂਰਾਂ ਦਾ ਫਿਰ ਉਰੇ ਹੀ ਨੇ, ਹੋਰ ਕਿੱਥੇ ਨੇ? ਯਾਨੀ ਉਹ ਬਿਹਸ਼ਤ ਹੈ ਇਹਨਾਂ ਦੀ। ਇੱਕ ਰਾਜੇ ਜਿਹੜੇ ਹੋਏ ਨੇ ਬੜੇ ਬੜੇ, ਉਹਨਾਂ ਕੋਲ ਚੀਜ਼ਾਂ ਸੀਗੀਆਂ, ਉਹ ਉਹਨਾਂ ਦਾ ਬਿਹਸ਼ਤ ਸੀ। ਬਸ ਇਹਨਾਂ ਦਾ ਸੁਰਗ ਔਰ ਉਹਨਾਂ ਦਾ ਬਿਹਸ਼ਤ ਕੋਈ ਹੈ। ਇੱਥੇ ਹੀ ਨਰਕ ਹੈ। ਇੱਥੇ ਜਿਹੜਾ ਦੁਖੀ ਹੈ ਉਹਦਾ ਨਰਕ ਚ ਹੈ। ਜੇ ਦੁਖੀ ਰਾਜਾ ਹੋਵੇ ਫਿਰ ਅਸਲ ਚ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਰਾਜਾ ਚਾਹੇ ਸਗਲ ਸ੍ਰਿਸ਼ਟ ਦਾ ਵੀ ਹੋਵੇ, ਉਹ ਵੀ ਦੁਖੀ ਹੋਊਗਾ। ਇੱਕ ਤਾਂ ਇਹਦਾ ਇਹ ਅਰਥ ਹੈ। ਜੇ ਸੰਸਾਰੀ ਕਰਾਂਗੇ, ਅਸੀਂ ਸੰਸਾਰੀ ਅਰਥ ਕਰਾਂਗੇ ਨਾ, ਜੇ ਤੁਹਾਨੂੰ ਸ੍ਰਿਸ਼ਟੀ ਦਾ ਵੀ ਰਾਜ ਮਿਲ ਜਾਏ, ਸੁਖ ਤਾਂ ਨਹੀਂ ਹੈ। ਪਰ ਉੱਥੇ ਵੀ ਜੇ ਸੁਖ ਲੈਣਾ ਹੈ, ਉੱਥੇ ਵੀ ਸੁਖ ਹੋ ਸਕਦਾ ਹੈ। ਹਰ ਕਾ ਨਾਮ ਜਪਤ ਹੋਏ ਸੁਖੀ। ਜੇ ਹਰ ਕਾ ਨਾਮ ਜਪ ਲੂ, ਫਿਰ ਰਾਜਾ ਰਾਜ ਤੇ ਬੈਠਾ ਵੀ ਸੁਖੀ ਹੈ। ਤੈਨੂੰ ਹਰ ਜਗ੍ਹਾ, ਹਰ ਗੱਲ, ਹਰ ਸਟੇਜ ਤੇ ਦੱਸੀ ਹੋਈ ਹੈ ਗੁਰਬਾਣੀ ਚ। ਪਰ ਜਿਹੜੇ ਤਰੀਕੇ ਨਾਲ ਤੁਸੀਂ ਧਰਮ ਪੜ੍ਹਿਆ, ਪੜ੍ਹਾਉਂਦੇ ਨੇ, ਉਹ ਤਰੀਕਾ ਧਰਮ ਪੜ੍ਹਾਉਣ ਦਾ ਪੜ੍ਹਦਾ ਹੀ ਨਹੀਂ। ਉਹ ਤਾਂ ਸਾਡੇ ਖਾਤਰ, ਜਿਨ੍ਹਾਂ ਨੇ ਸਮਝਣਾ ਉੱਥੋਂ ਧਰਮ ਪੜ੍ਹਾਉਣ ਵਾਸਤੇ, ਉਹਨਾਂ ਵਾਸਤੇ ਲਿਖੀ ਬਾਣੀ। ਪਬਲਿਕ ਨੂੰ ਉਹਦਾ ਕੋਈ ਫਾਇਦਾ ਨਹੀਂ ਹੈਗਾ ਬਾਣੀ ਦਾ। ਪਬਲਿਕ ਆ ਕੁਛ ਕਰਨ ਲੱਗ ਜਾਂਦੀ, ਜਿਹੜਾ ਕਰ ਰਹੀ ਹੈ ਸਿੱਧੀ ਬਾਣੀ ਪੜ੍ਹ ਕੇ। ਉਹ ਤਾਂ ਸੰਤਾਂ ਵਾਸਤੇ, ਖੋਜੀਆਂ ਵਾਸਤੇ ਰੱਖੀ ਸੀ ਉਹਨਾਂ ਨੇ ਉੱਥੇ ਬਣਾ ਕੇ ਇੱਕ ਬੀੜ, ਖੋਜ ਕਰਨ ਵਾਲਿਆਂ ਵਾਸਤੇ ਰੱਖੀ ਸੀ। ਜਾਂ ਫਿਰ ਸੰਤਾਂ ਨੇ ਉਹਦੇ ਉਤਾਰੇ ਕਰਕੇ ਲੈ ਗਏ ਨੇ। ਉਹ ਉਤਾਰੇ ਕਰਨ ਲੋਕ ਲਾਭ ਲੈਣਾ, ਜਿਨ੍ਹਾਂ ਨੇ ਰਾਹ ਲੱਭਣਾ, ਉਹ ਲੈ ਕੇ ਜਾਂਦੇ ਸੀ। ਇਹਨਾਂ ਦਾ ਜਿਵੇਂ ਦੂਰ ਕਰਦੇ ਤੇ ਜੀ, ਉਹ ਨਗਰ ਕੀਰਤਨ ਫਲਾਨਾ ਕਰਨਾ, ਟਿਮਕਾ, ਆਪਣੇ ਧੜੇ ਬਣਾਉਣੇ, ਆਪਣੀ ਸ਼ਕਤੀ ਦਿਖਾਉਣੀ, ਅਸੀਂ ਇੰਨੇ ਬੰਦੇ ਆ, ਉਹਦੇ ਆਧਾਰ ਤੇ ਰਾਜ ਕਾਇਮ ਕਰਨਾ ਜਾਂ ਵੋਟਾਂ। ਇਹ ਤਾਂ ਉਹ ਕੰਮ ਕਰ ਲਿਆ ਇਹਨਾਂ ਨੇ। ਨਗਰ ਕੀਰਤਨ, ਇਹਦਾ ਕੀ ਫਾਇਦਾ? ਧਰਮ ਨਾਲ ਦਾ ਕੀ ਸੰਬੰਧ ਹੈ ਨਾ ਗੱਲਾਂ ਦਾ? ਹਾਂਜੀ, ਜਿਹੜੀ ਪਹਿਲੀ ਸੰਸਕ੍ਰਿਤ ਹੈ ਨਾ, ਹਰ ਗੁਰਬਾਣੀ ਵੇਲੇ ਦੀ ਸੰਸਕ੍ਰਿਤੀ ਹੈ। ਸੰਸਕ੍ਰਿਤੀ ਹੈ ਤੈਨੂੰ, ਸੰਸਕ੍ਰਿਤੀ ਹੁੰਦੀ ਹੈ, ਸੰਸਕ੍ਰਿਤੀ ਨਹੀਂ ਹੁੰਦੀ। ਸੰਸਕ੍ਰਿਤੀ ਹੈ ਅਸਲ ਚ। ਸਹੰਸ ਸ਼ਬਦ ਹੈ, ਸਹੰਸ। ਹਜ਼ਾਰਾਂ ਬੰਦਿਆਂ ਨੇ ਜਿਹੜੀ ਭਾਸ਼ਾ ਚ ਲਿਖਿਆ ਹੋਇਆ ਹੋਵੇ, ਉਹ ਹੈ। ਉਹ ਵੇਦ ਦੇ ਵਿੱਚ ਹਜ਼ਾਰਾਂ ਬੰਦਿਆਂ ਦੇ ਸ਼ਲੋਕ ਨੇ। ਹੋਰ ਵੀ ਗ੍ਰੰਥ ਹਜ਼ਾਰਾਂ ਬੰਦਿਆਂ ਦੇ ਲਿਖੇ ਹੋਏ ਨੇ। ਇਹ ਉਹ ਭਾਸ਼ਾ ਦੀ ਗਾਹਾਂ ਦੂਈ ਭਾਸ਼ਾ ਚਲਦੀ ਆਉਂਦੀ ਹੈ। ਆ ਜਿਹੜੀ ਆਪਣੀ ਗੁਰਮੁਖੀ ਭਾਸ਼ਾ ਹੈ, ਉਹਦੇ ਵਿੱਚੋਂ ਨਿਕਲੀ ਹੋਈ ਹੈ। ਉਹਦੇ ਵਿੱਚ ਜਿਵੇਂ ਮੰਨੇ ਹੋਏ ਨੇ ਨਾ, ਉੱਥੇ ਤੂੰ ਹੀ ਪਿਤਾ, ਤੂੰ ਹੀ ਮਾਤਾ, ਤੂੰ ਹੀ ਮਾਤਾ, ਤੂੰ ਹੀ ਪਿਤਾ। ਜਿਹੜੇ ਸਧਾਰਨ ਸ਼ਲੋਕ ਵੀ ਨੇ, ਉਹਦੇ ਵਿੱਚ ਉਹ ਵੀ ਬ੍ਰਹਮ ਗਿਆਨ ਦੇ ਹੀ ਨੇ। ਉਹਦੇ 'ਚ ਹੋਰ ਕਥਾ ਕਹਾਣੀਆਂ ਨਹੀਂ ਹੁੰਦੀਆਂ ਸੰਸਕ੍ਰਿਤ ਦੇ ਵਿੱਚ। ਜੇ ਕਥਾ ਲਿਖੀ ਗਈ ਹੈ ਤਾਂ ਮੇਰਾ ਖਿਆਲ ਹੈ ਰਾਮਾਇਣ ਹੈ ਸਭ ਤੋਂ ਪਹਿਲੀ ਕਥਾ ਲਿਖੀ। ਹੋਰ ਕੋਈ ਨਹੀਂ ਮਿਲਦੀ ਸੰਸਕ੍ਰਿਤ ਦੇ ਵਿੱਚ ਵੱਡਾ ਗ੍ਰੰਥ। ਉਹ ਰਾਮ ਕਥਾ ਜਿਹੜੀ ਹੈ, ਕਹਿੰਦੇ ਦਸ਼ਰਥ ਦੇ ਪੁੱਤ ਪੈਦਾ ਹੋਣ ਤੋਂ, ਰਾਮ ਜਿਹੜਾ ਦਸ਼ਰਥ ਦਾ ਮੁੰਡਾ, ਉਹ ਤੋਂ 10,000 ਸਾਲ ਪਹਿਲਾਂ ਲਿਖੀ ਹੋਈ ਹੈ। ਉਹ ਰਾਮਾਇਣ ਅਸਲੀ ਹੈ ਜਿਹੜੀ।
ਤਾਂ ਨਹੀਂ ਲੋਕ ਰਮਾਇਣ ਨੂੰ ਮੰਨਦੇ। ਉਹਦੇ ਤਾਂ ਪ੍ਰਚਾਰ ਸੀ, ਉਹ ਸੰਸਕ੍ਰਿਤ ਸੀ, ਉਹਦੇ ਚ ਗਿਆਨ ਸੀ। ਇਹ ਤਾਂ ਕੁਝ ਵੀ ਨਹੀਂ। ਇਹ ਤਾਂ ਇਹਨਾਂ ਨੇ ਜਾਂ ਸਿਮਰਤੀਆਂ ਬਣਾਈਆਂ ਨੇ ਨਾ, ਵੇਚ ਛੱਡਿਆ ਜਦ ਗ੍ਰੰਥ ਤਿਆਰ ਕਰਵਾਏ ਨੇ ਆਪ ਸਾਰੇ ਡੁਪਲੀਕੇਟ ਕਰਾਉਣੇ ਪੈਂਦੇ ਹੁੰਦੇ ਨੇ। ਸਾਡੇ ਜਿੰਨਾ ਵੀ ਡੁਪਲੀਕੇਟ ਕਰਵਾਏ ਨੇ ਉਹ ਤਿਆਰ, ਜਿੰਨੇ ਬਰਾਬਰ ਤਾਂ ਗੁਰਬਾਣੀ ਦਾ ਤਾਂ ਨਹੀਂ ਹੋ ਸਕਿਆ। ਇਤਿਹਾਸ ਕਰਾਏ ਨਹੀਂ ਹੋਏ, ਲਿਖਾਏ ਨਹੀਂ ਇਹਨਾਂ ਨੇ ਜਿਹਨਾਂ ਦਾ ਤੁਸੀਂ ਕਰਦੇ ਹੋ। ਉਹਨੇ ਕਿਹਾ ਨਹੀਂ, ਆਪਣੇ ਸੰਤੋਖ ਸਰ ਨੇ ਨਹੀਂ ਲਿਖਾਏ। ਸੰਤੋਖ ਕਾਸ਼ੀ ਦਾ ਪੜਿਆ ਹੋਇਆ ਸੀ, ਉਹ ਵੀ ਨਿਰਮਲਾ ਹੀ ਸੀ। ਸੰਤੋਖ ਸਰ ਕੌਣ ਸੀ? ਨਿਰਮਲਿਆਂ ਤੋਂ ਬਿਨਾਂ ਨਾ ਕੋਈ ਕਵਿਤਾ ਜਾਣਦਾ ਸੀ। ਕਵਿਤਾ ਕਾਸ਼ੀ 'ਚ ਪੜਾਈ ਜਾਂਦੀ ਹੈ, ਸਾਰੀ ਪੜਾਈ ਉਹ ਕਾਸ਼ੀ 'ਚ ਹੁੰਦੀ ਸੀ। ਹੋਰ ਕਿੱਥੋਂ ਆ ਜਾਂਦਾ ਬੰਦਾ ਤੁਹਾਡੇ ਕੋਲ? ਇਹ ਪੜਾਈ ਕਾਸ਼ੀ ਵਾਲੀ ਨਹੀਂ ਹੈ। ਆਹ ਜਿਹੜੀ ਗੁਰਮੁਖੀ ਹੈ ਇਹ ਅਲੱਗ ਰਹੀ ਹੈ ਕਾਸ਼ੀ ਤੋਂ। ਵੇਦ ਨੂੰ ਨਾ, ਉਹ ਕਾਸ਼ੀ ਵਾਲੇ ਇਹਨਾਂ ਦੇ ਖਿਲਾਫ ਰਹੇ ਨੇ ਨਾ। ਜਦ ਤੇ ਕਾਸ਼ੀ ਵਾਲਿਆਂ ਨੇ ਵੇਦਾਂ ਤੋਂ ਖਿਲਾਫ ਸ਼ੁਰੂ ਕੀਤਾ ਕੰਮ, ਜਦ ਤੋਂ ਜਿਹੜੇ ਸਾਧੂ ਨੇ ਵੇਦ ਵਾਲੇ, ਵੇਦ ਧਰਮ ਵਾਲੇ, ਉਹਨਾਂ ਦੇ ਨਾਂ ਕਈ ਹੋ ਸਕਦੇ ਨੇ। ਕਦੇ ਉਹ ਆਪਣੇ ਆਪ ਨੂੰ ਕੁਝ ਕਹਿਣ ਲੱਗੇ, ਕਦੇ ਕੁਝ ਕਹਿਣ ਲੱਗੇ। ਉਹਨਾਂ ਦੇ ਵਿੱਚੋਂ ਹੀ ਨੇ। ਨਿਰਮਲੇ ਦਾ ਵੀ ਮਤਲਬ ਉਹੀ ਹੈ, ਜਿਹੜੇ ਨਿਰਮਲ ਭੇਖ ਉਤਮ ਜਗ ਮਾਹਿ ਗੁਰਬਾਣੀ 'ਚ ਲਿਖਿਆ, ਇਹ ਆਪਣੇ ਆਪ ਨੂੰ ਨਿਰਮਲੇ ਕਹਾਉਣ ਲੱਗੇ। ਬਾਅਦ 'ਚ ਅਸੀਂ ਆ ਨਿਰਮਲ ਭੇਖ ਵਾਲੇ। ਗੁਰਬਾਣੀ 'ਚ ਲੈਂਦੇ ਨੇ ਇਹ ਨੂੰ, ਬੜੇ ਸ਼ਾਤਰ ਆਦਮੀ ਨੇ। ਉਹਨਾਂ ਨੇ ਕਬੀਰ ਸਾਂਭ ਲਿਆ। ਉਹਨਾਂ ਲੋਕਾਂ ਨੇ ਕਬੀਰ ਸਾਂਭਿਆ ਜਿਹਨਾਂ ਨੂੰ ਛੱਡ ਕੇ ਕਬੀਰ ਆਇਆ ਸੀ ਨਾ, ਸਵਾਮੀ ਰਾਮਾਨੰਦ ਦੇ ਚੇਲੇ, ਉਹਨਾਂ ਨੇ ਕਬੀਰ ਸਾਂਭ ਲਿਆ ਪਿੱਛੋਂ। ਸਾਰਾ ਹੀ ਉਹਦੀ ਕਬੀਰ ਵਾਲੀ ਬਾਣੀ। ਔਰ ਪਹਿਲਾ ਜਿਹੜਾ ਉਹਦਾ ਗ੍ਰੰਥ ਵਿੱਚ ਸੀ, ਉਹਦੇ ਵਿੱਚ ਮਿਕਸ ਕਰਕੇ ਜਦ ਸਾਰੀ ਪੜਾਉਂਦੇ ਨੇ, ਇਹ ਛੱਡ, ਇਹਦੇ ਵੀ ਅਰਥ ਉਹੋ ਜਿਹੇ ਕਰ ਦਿੰਦੇ ਨੇ ਸ਼ਲੋਕਾਂ ਦੇ। ਅੱਬਲ ਤਾਂ ਉਹ ਆਪਣੇ ਵਾਲੀ ਗੁਰੂ ਗ੍ਰੰਥ ਸਾਹਿਬ ਵਾਲੀ ਬਾਣੀ ਕਬੀਰ ਦੀ ਪੜਾਉਂਦੇ ਹੀ ਨਹੀਂ, ਦੂਈ ਪੜਾਈ ਜਾਂਦੇ ਨੇ। ਕਬੀਰ ਹੋ ਜਾਇਆ, ਲੋਕਾਂ ਨੂੰ ਕਿਹੜਾ ਪਤਾ ਇਸ ਗੱਲ ਦਾ ਵੀ ਇਹ ਹੋਰ ਹੈ, ਉਹ ਹੋਰ ਹੈ। ਤਾਂ ਖੋਜੀਆਂ ਨੂੰ ਪਤਾ, ਸਾਨੂੰ ਪਤਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਬਾਹਰ ਜਿਹੜੀ ਬਾਣੀ ਹੈ ਕਬੀਰ ਦੀ, ਉਹ ਨਹੀਂ ਮੰਨਣੀ। ਹੁਣ ਜੇ ਸਾਡੇ ਪੰਜ ਪਾਤਸ਼ਾਹ ਉਹ ਨਾਂ ਅਲੱਗ ਕਰਕੇ ਜਾਂਦੇ, ਇਹ ਸਾਡੇ ਕੋਲ, ਤੁਹਾਡੇ ਕੋਲ ਕੀ ਸਬੂਤ ਸੀ ਜਿਹੜੀ ਹੋਰ ਬਾਣੀ ਵਿੱਚ ਮਿਲਾ ਦਿੰਦੇ ਹੋ? ਹੁਣ ਅਸੀਂ ਕਹਿ ਸਕਦੇ ਅਸੀਂ ਨਹੀਂ ਹੋਰ ਮੰਨਦੇ ਕਬੀਰ ਦੀ, ਇੰਨੀ ਬਾਣੀ ਮੰਨਾਂਗੇ ਜਿਹੜੀ ਸਾਡੇ ਵਿੱਚ। ਸਹੀ ਹੈ, ਬਾਕੀ ਗਲਤ ਹੈ। ਸਾਡੇ ਗੁਰੂਆਂ ਨੇ ਰਿਜੈਕਟ ਕਰਤੀ ਉਹ, ਤਾਂ ਕਰਕੇ ਉਹ ਇਹ ਲਿਖੀ ਗਈ ਸੀ ਪੋਥੀ ਸਾਹਿਬ। ਔਰ ਪ੍ਰਕਾਸ਼ ਕਰਨ ਨੂੰ ਨਹੀਂ ਸੀ ਲਿਖੀ ਗਈ। ਇਹਦੀਆਂ ਲੋੜਾਂ ਸੀਆਂ ਧਰਮ ਦੇ ਖੇਤਰ 'ਚ। ਇਹਨਾਂ ਨੂੰ ਕੀ ਪਤਾ ਇਸ ਗੱਲ ਦਾ ਵੀ ਧਰਮ ਹੁੰਦਾ ਕੀ ਹੈ, ਕਿਵੇਂ ਉਹਨੂੰ ਬਚਾਈਦਾ, ਉਹਨੂੰ ਕੋਈ ਬਚਣ ਦਿੰਦਾ। ਹੁਣ ਅਰਥ ਬਦਲੀ ਜਾਂਦੇ ਨੇ, ਰੋਜ਼ ਲੱਗੇ ਰਹਿੰਦੇ ਨੇ ਇਹਨੂੰ ਉਲਟੇ ਰਾਹ ਪਾਉਣ ਨੂੰ। ਰੋਜ਼ ਨਵੇਂ ਸਵਾਲ ਆਉਂਦੇ ਰਹਿੰਦੇ ਨੇ, ਮੇਰੇ ਕੋਲ ਵੀ ਆਉਂਦੇ ਰਹਿੰਦੇ ਨੇ ਕਿਤੇ ਤੋਂ, ਵੀ ਆ ਜੇ ਪੁਆਇੰਟ ਕਹਾਂਗੇ ਉਹਨਾਂ ਤੇ ਕਲੀਅਰ ਨਹੀਂ ਹੋਣਾ। ਇੱਥੋਂ ਕਿਤੋਂ ਵੀ ਬ੍ਰੇਕ ਲਾਈਏ, ਉਹ ਦੇਖਣ ਆਉਂਦੇ ਨੇ ਸਿਰ, ਹੋਰ ਕੁਝ ਵੀ ਨਹੀਂ। ਮੈਨੂੰ ਪਹਿਲੇ ਪਤਾ ਲੱਗ ਜਾਂਦਾ ਉਹਦੇ ਸਵਾਲ ਤੋਂ ਹੀ ਵੀ ਇਹ ਸਵਾਲ ਤਾਂ ਹੁਣ ਇਸ ਮੌਸਮ ਦੇ ਵਿੱਚ ਇਹ ਸਵਾਲ ਤਾਂ ਹੈ ਨਹੀਂ ਦੁਨੀਆ ਜਿਹੜਾ ਇਹ ਕਰ ਰਿਹਾ। ਉਹ ਅਸਲ 'ਚ ਬਹੁਤ ਪਿੱਛੇ ਖੜੇ ਨੇ ਲੋਕ। ਉੱਥੇ ਹੀ ਉਹਨਾਂ ਦਾ ਧਿਆਨ ਹੈ ਵੀ ਕਿਵੇਂ ਅਸੀਂ ਇਹਨਾਂ ਨੂੰ ਲਾਜਵਾਬ ਕਰੀਏ ਕਿਸੇ ਗੱਲ ਤੇ। ਅੱਜ ਉਹ ਕੁਛ ਅਸੀਂ ਕਹਿ ਚੁੱਕੇ, ਉਹਨਾਂ ਨੇ ਸੁਣਿਆ ਹੀ ਨਹੀਂ ਹੈ। ਅਸਲ 'ਚ ਉਹ ਨਹੀਂ ਸੁਣਦੇ, ਉਹ ਆਪਣੇ ਧਿਆਨ 'ਚ ਲੱਗੇ ਨੇ ਵੀ ਅਸੀਂ ਇਹਨੂੰ ਬ੍ਰੇਕ ਕਿਵੇਂ ਲਾਈਏ, ਕਿੱਥੇ ਲਾਈਏ। ਉਹਦੇ ਧਿਆਨ ਜ਼ਿਆਦਾ, ਸਿਰਫ ਸਾਰਾ ਉੱਥੇ ਹੀ ਉਹਨਾਂ ਦਾ ਧਿਆਨ। ਜੋ ਰੋਜ਼ ਇੱਥੇ ਪੱਤੇ ਗਾਂ ਜਾਈ ਜਾਂਦੇ, ਇਹ ਨਹੀਂ ਉਹ ਸੁਣਦੇ। ਜੇ ਇਹ ਸੁਣ ਲੈਣ, ਉਹ ਚੁੱਪ ਨਾ ਕਰ ਜਾਣ। ਇਹ ਤਾਂ ਗੱਲ ਸਾਡੀ ਪਕੜਦੇ ਪਰ ਹੁੰਦੀ ਜਾਂਦੀ ਹੈ। ਹੁਣ ਉਹ ਗੱਲ ਹੀ ਨਹੀਂ ਜਿਹੜੀ ਪਹਿਲੀ ਸੀ। ਦੂਏ ਦਿਨ ਹੋਰ ਜਿਵੇਂ ਗਵਈਆ ਗਾਈ ਜਾਂਦਾ, ਤੂੰ ਵੀ ਕਸੀ ਜਾਂਦਾ ਹੁੰਦਾ। ਸਾਰੀ ਵਾਲੇ ਸਾਰੀ ਕਸੀ ਜਾਂਦੇ ਨੇ। ਇਹ ਵੀ ਤਾਰ ਢਿੱਲੀ ਨਹੀਂ ਹੁੰਦੀ, ਤਾਰ ਕਸੀ ਜਾਂਦੀ ਹੁੰਦੀ ਹੈ ਨਾਲ ਦੀ ਨਾਲ।
क्यों ਜਿਹੜਾ ਪਿੱਛੇ ਆ ਰਿਹਾ ਸੁਣਦਾ ਉਹਨੂੰ ਇੰਟਰਸਟ ਨਹੀਂ ਰਹਿੰਦਾ। ਫਿਰ ਉਹੀ ਗੱਲ ਸੁਣੀਦਾ। ਛੱਪੜ ਦਾ ਪਾਣੀ ਨਹੀਂ ਕੋਈ ਪੀਣਾ ਚਾਹੁੰਦਾ, ਨਦੀ ਦਾ ਪਾਣੀ ਪੀਂਦੇ ਨੇ ਲੋਕ। ਛੱਪੜ ਦਾ ਪਾਣੀ ਤਾਂ ਖਰਾਬ ਹੁੰਦਾ, ਨਦੀ ਦਾ ਪਾਣੀ ਚੱਲਦਾ ਹੁੰਦਾ। ਚੱਲਦਾ ਪਾਣੀ ਪੀਤਾ ਲੋਕਾਂ ਨੇ, ਖੜਾ ਪਾਣੀ ਨਹੀਂ ਕੋਈ ਪੀਂਦਾ ਹੁੰਦਾ, ਮਜਬੂਰੀ ਨੂੰ ਪੀਂਦਾ। ਜੇ ਪੀਂਦਾ ਫਿਰ ਜਿਵੇਂ ਰਾਜਸਥਾਨ ਦੇ ਵਿੱਚ ਛੱਪੜਾਂ ਦੇ ਪਾਣੀ, ਬੜੇ ਬੜੇ ਛੱਪੜਾਂ ਦੇ ਪੀਂਦੇ ਸੀ ਲੋਕ ਪਾਣੀ। ਜ਼ਮੀਨ ਦਾ ਪਾਣੀ ਪੀਂਦੇ ਅਸੀਂ ਥੱਲੇ, ਇਹ ਚੱਲਦਾ ਰਹਿੰਦਾ ਪਾਣੀ ਜ਼ਮੀਨ ਦਾ ਥੱਲੇ, ਖੜਾ ਨਹੀਂ ਹੈਗਾ ਇਹ। ਇਹ ਜਿਹੜਾ ਚੱਲਦਾ ਪਾਣੀ ਹੁੰਦਾ ਹੈ ਦਰਿਆ, ਇਹ ਗੁਰ ਦਰਿਆ ਹੈ। ਰੋਜ਼ ਗਿਆਨ ਅੱਗੇ ਦੇ ਅੱਗੇ ਚੱਲਦਾ ਹੈ। ਜੇ ਅੱਗੇ ਦੇ ਅੱਗੇ ਚੱਲੇ ਨਾ ਤਾਂ ਸੁਣਨ ਨੂੰ ਇੰਟਰਸਟ ਨਹੀਂ ਰਹਿੰਦਾ, ਉਹ ਤਾਂ ਸਟਿਲ ਹੋ ਗਿਆ ਫਿਰ ਗਿਆਨ। ਇਸ ਕਰਕੇ ਇਹਦਾ ਟੀਕਾ ਵੀ ਨਹੀਂ ਹੋ ਸਕਦਾ ਕੋਈ ਦੂਈ ਭਾਸ਼ਾ 'ਚ, ਸਟਿਲ ਹੋ ਜੂਗਾ। ਉੱਥੇ ਗਿਆਨ ਰਹੂਗਾ, ਉਹਦਾ ਗਾਹ ਨਹੀਂ ਵੱਧ ਸਕਦਾ। ਜਿਹੜੇ ਕਹਿੰਦੇ ਦਾ ਟੀਕੇ ਲਿਖ ਦੋ, ਉਹ ਵਿਦਵਾਨ ਨੇ, ਮੂਰਖ ਨੇ। ਉਹ ਇਹਦਾ ਟੀਕਾ ਲਿਖਿਆ ਨਹੀਂ ਜਾ ਸਕਦਾ, ਇਹ ਗਾਹਾਂ ਤੇ ਗਾਹਾਂ ਵਧੀ ਜਾਂਦਾ ਹੈ। ਇਹਦੀ ਉਹੀ ਚੀਜ਼ ਦੀ ਜਿਹੜੀ ਹੈ ਬਰੀਕੀ ਕਹਿਣ ਦੀ, ਸਮਝਣ ਦੀ ਬਰੀਕੀ ਵਧੀ ਜਾਣੀ ਹੈ। ਜਿਉਂ-ਜਿਉਂ ਬਰੀਕੀ ਨਾਲ ਸਮਝ ਆਈ ਜਾਣੀ ਉਹੀ ਗੱਲ, ਤਿਉਂ-ਤਿਉਂ ਭਰਮ ਦੂਰ ਹੋਣਾ। ਜਦੋਂ ਦਾ ਜੋ ਕਹਿਣ ਵਾਲਾ, ਜਿਹਨੇ ਗੱਲ ਕਹਿ ਰਿਹਾ, ਜਦ ਤੁਸੀਂ ਉਹਦੀ ਅਵਸਥਾ ਚਲੇ ਗਏ, ਫਿਰ ਉਹ ਜੇ ਕਹਿ ਰਿਹਾ ਉਹਦੀ ਗੱਲ ਸਮਝ ਆਊਗੀ। ਉਹਨਾਂ ਚਿਰ ਉਹ ਵਿੱਚ ਵਿਚਾਲੇ ਫਰਕ ਰਹਿਣਾ। ਜੋ ਕਹਿ ਰਿਹਾ, ਜਿਹੜੀ ਰੋਸ਼ਨੀ ਦੇਖ ਕੇ ਉਹ ਕਹਿ ਰਿਹਾ, ਉਹ ਰੋਸ਼ਨੀ ਤੁਹਾਨੂੰ ਉਦੋਂ ਦਿਖੂ ਜਦੋਂ ਪੂਰੀ ਗੱਲ ਸਮਝ ਆਊਗੀ। ਬਾਜੀ ਨੇ ਫਿਰ ਉਹ ਜਾਣ ਲਿਆ ਕਿਹਾ ਹੋਇਆ, ਜਿਹੜਾ ਕਿਹਾ ਕਹਿਣ ਵਾਲੇ ਨੇ ਕਿਹਾ, ਦੂਏ ਨੇ ਜਾਣ ਲਿਆ, ਸਮਝ ਲਿਆ। ਜਿਨ ਜਾਣਿਆ ਸੋ ਤੇ ਸੀ ਜਿਹਾ, ਉਹ ਕਹਿਣ ਵਾਲੇ ਵਰਗਾ ਹੀ ਹੈ। ਫਿਰ ਇਹ ਉਹਦੀ ਨਿਸ਼ਾਨੀ ਹੈ। ਅੱਤ ਨਿਰਮਲ ਸੀ ਸੁਦੇਹਾ, ਅੱਤ ਦਾ ਨਿਰਮਲ ਹੋ ਜਾਂਦਾ, ਸਾਰੀ ਅੰਦਰ ਉਹਦੀ ਅਕਲ ਸੁਲਝ ਜਾਂਦੀ ਹੈ। ਸੀ ਜਿਸ ਦੇਹਾ, ਸੁਣ ਜਾਂਦੀ ਹੈ ਗੱਲ ਉਹਦੇ, ਕੋਈ ਗੁਰਜ ਰਹਿੰਦੀ ਹੋ ਨਹੀਂ, ਕੋਈ ਸ਼ੰਕਾ ਰਹਿੰਦੀ ਹੋਈ ਨਹੀਂ। ਹੁਣ ਇਹਦਾ ਟੀਕਾ ਦੱਸ ਕਿਵੇਂ ਕਰੇਗਾ ਤੂੰ? ਜੇ ਟੀਕੇ 'ਚ ਸ਼ੰਕਾ ਰਹਿ ਗਈਆਂ, ਫਿਰ ਕੌਣ ਕਰੂ ਪੂਰੀਆਂ? ਫਿਰ ਦੂਈ ਐਡੀਸ਼ਨ ਕਰੂ। ਹਾਂ, ਤਾਂ ਰੋਜ਼ ਐਡੀਸ਼ਨ ਬਦਲਣੀ ਪਊ ਤੁਹਾਨੂੰ ਇਹਦੀ। ਤਾਂ ਪੜ੍ਹਨੇ ਵਾਲੇ ਤਾਂ ਇੱਕ ਵਾਰ ਵੀ ਨਹੀਂ ਪੜ੍ਹ ਹੋਣਾ ਹੈ ਸਾਰਾ ਟੀਕਾ। ਇਹਦਾ ਕੋਈ ਤਰੀਕਾ ਨਹੀਂ, ਆਹੀ ਤਰੀਕਾ ਇਹਦਾ। ਸੰਗਤ, ਸੰਗਤੀ, ਸੰਗ ਜਮਾ ਗਤੀ। ਇੱਕ ਗੱਗਾ ਉੱਡ ਗਿਆ, ਨਾਲ ਚੱਲਣ ਵਾਲਾ। ਸੰਗਤੀ ਦਾ ਮਤਲਬ ਹੈ ਨਾਲ ਚੱਲਣ ਵਾਲਾ। ਕਾਤੇ? ਹਰ ਕੇ ਮਾਰਗ ਤੇ ਨਾਲ ਤੁਰਨ ਵਾਲਾ। ਤੁਰਨ ਵਾਲਾ ਪ੍ਰੈਕਟੀਕਲ ਵਾਲਾ, ਸੁਣਨ ਵਾਲਾ ਤਾਂ ਹੈ ਨਹੀਂ। ਚੱਲਣ ਵਾਲਾ ਲਫ਼ਜ਼ ਹੈ, ਬੈਠਣ ਵਾਲਾ ਨਹੀਂ ਹੈ। ਬੈਠਣ ਵਾਲਾ ਚੱਲੇ ਚਾਹੇ ਨਾ ਚੱਲੇ, ਮੰਨਣ ਵਾਲਾ ਚੱਲੇ ਚਾਹੇ ਨਾ ਚੱਲੇ। ਉਹਨੇ ਮੰਨ ਲਿਆ ਵੀ ਬਾਣੀ ਸੱਚ ਹੈ, ਹੁਕਮ ਦੇ ਨਾਲ ਜਮਦਾ, ਇਹ ਵੀ ਉਹਨੂੰ ਪਤਾ ਮੰਨਦਾ, ਪਰ ਹੁਕਮ ਦੇ ਨਾਲ ਚੱਲਦਾ ਨਹੀਂ। ਉਹ ਮੰਨਣ ਨਾਲ ਚੱਲਣ 'ਚ ਫਰਕ ਹੈ। ਪਹਿਲਾਂ ਤਾਂ ਮਨ ਮੰਨਦਾ ਹੀ ਨਹੀਂ, ਚੱਲਣਾ ਤਾਂ ਬਾਅਦ ਦੀ ਗੱਲ ਹੈ। ਚੱਲਣਾ ਪ੍ਰੈਕਟੀਕਲ ਹੈ, ਮੰਨਣਾ ਭਰੋਸਾ ਹੈ। ਮੰਨਣ ਨਾਲ ਭਰੋਸਾ ਆਉਂਦਾ, ਚੱਲਣਾ ਫਿਰ ਗਾਹਾਂ ਦੀ ਗੱਲ। ਉਹ ਤਾਂ ਚੱਲਣ ਨਾਲ ਪਹੁੰਚਦਾ, ਭਰੋਸੇ ਨਾਲ ਪਹੁੰਚਦਾ ਨਹੀਂ ਹੈ। ਅਦ ਵਿਚਾਲੇ
ਭਰੋਸੇ ਵਾਲਾ ਅਧ ਵਿਚਾਲੇ ਆ ਜੋ ਮੁਕਤੇ ਆ। ਦੋ ਪਦਾਰਥ ਨੇ, ਭਰੋਸੇ ਵਾਲੇ ਨੂੰ ਦੋ ਨਹੀਂ ਮਿਲਣੇ, ਚੱਲਣ ਵਾਲੇ ਨੂੰ ਚਾਰੇ ਮਿਲਣੇ ਨੇ। ਦੋ ਚੱਲ ਕੇ ਮਿਲਣੇ ਨੇ, ਦੋ ਟਿਕ ਕੇ ਮਿਲਣੇ ਨੇ। ਜਾਂ ਭੱਜਿਆ ਫਿਰਦਾ ਨਾ ਮਨ ਭਟਕਦਾ, ਭਟਕਣਾ ਤੋਂ ਟਿਕਣ ਵਾਸਤੇ ਦੋ ਪਦਾਰਥ ਨੇ। ਟਿਕੂ ਤਾਂ ਦੋ ਪਦਾਰਥ ਮਿਲਿਆ ਤੇ ਫੇਰ ਗਾਂ ਚੱਲ ਕੇ ਜਾਣਾ, ਉੱਥੋਂ ਤੁਰ ਕੇ ਸਫ਼ਰ ਤਾਂ ਸ਼ੁਰੂ ਹੋਣਾ। ਸੰਤੋਖ ਤਾਂ ਉੱਥੇ ਆਇਆ ਜਿੱਥੋਂ ਪੁੱਠੇ ਰਾਹ ਚੱਲ ਪਿਆ ਸੀ। ਨਿਰਮਲ ਬੁੱਧ ਲੈ ਕੇ ਆਇਆ, ਸੰਤੋਖੀ ਬੁੱਧੀ ਸੀ ਉਦੋਂ। ਸੰਤੋਖ ਨਾ ਹੁੰਦਾ ਕਾਲਾ ਪੈ ਜਾਂਦਾ, ਘਰ ਵਿੱਚ ਮਰ ਜਾਂਦਾ ਉੱਥੇ ਭਟਕ ਕੇ। ਉੱਥੇ ਹਾਰਟ ਫੇਲ ਨਹੀਂ ਹੋਇਆ, ਹਾਰਟ ਫੇਲ ਹੋ ਜਾਂਦਾ ਆਦਮੀ ਦਾ ਹਵਾ ਲਾਟ ਚ ਵੀ, ਵਿਆਕੁਲ ਹੋ ਜਾਂਦਾ, ਵਿਆਕੁਲ ਹੋ ਕੇ ਵੀ ਹਾਰਟ ਫੇਲ ਹੋ ਜਾਂਦਾ। ਚੱਲ ਕੇ ਜਾਣਾ ਹੁਣ, ਮਤਲਬ ਹੈ ਬੌਧਿਕ ਲੈਵਲ ਚੱਲੂਗਾ ਅੱਗੇ, ਬੁੱਧੀ ਚੱਲੂਗੀ ਅੱਗੇ, ਹੁਣ ਗਿਆਨ ਤੁਰੂਗਾ ਅੱਗੇ ਦੀ ਸਫ਼ਰ, ਬੁੱਧੀ ਵਧਣ ਲੱਗੂਗੀ, ਗਿਆਨ ਵਧੂਗਾ, ਨਿਰਾਕਾਰੀ ਦੁਨੀਆ ਦੀ ਸਮਝ ਆਊਗੀ। ਜੋ ਇੱਥੇ ਰਿਸ਼ਤੇ ਨੇ ਉੱਥੇ ਕੀ ਨੇ ਉਹ ਚੱਲਣਾ। ਫਿਰ ਪ੍ਰੈਕਟੀਕਲ ਨਾਲ ਹੈ, ਪਰਖੇ ਗੁਰ ਕੀ, ਫਿਰ ਪਰਖਣਾ ਪ੍ਰੈਕਟੀਕਲ ਹੈ ਨਾਲ। ਉਹ ਕਰਨਾ ਔਰ ਪਰਖਣਾ। ਕੁੱਟ ਕੁੱਟ ਮਨ ਕਸਵੱਟੀ ਲਾਵਾ, ਕਸਵੱਟੀ ਤੇ ਲਾਉਣਾ ਹੀ ਪਰਖਣਾ। ਪਰਖਣਾ ਕਿਹਨੂੰ? ਆਪਣੇ ਆਪ ਨੂੰ। ਕੀ ਸਭ ਕੁਝ ਜੋ ਲਿਖਿਆ ਹੋਇਆ ਸੁਖਮਨੀ ਸਾਹਿਬ ਚ ਪੋਸੀਬਲ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ। ਜੇ ਸਿਮਰਨ ਨੂੰ ਗਾ ਤਾਂ ਹੀ ਪਤਾ ਲੱਗੂ। ਹੁਣ ਸਿਮਰ ਕੇ ਸੁਖ ਪਾ ਲਵੇ। ਇਹ ਚਾਹੇ ਕਹਿੰਦਾ ਸਿਮਰੋ ਸਿਮਰ ਸਿਮਰ, ਮੈਂ ਸਿਮਰੂੰਗਾ ਸਿਮਰ ਸਿਮਰ ਕੇ ਸੁਖ ਪਾਊਂਗਾ। ਹੁਣ ਸਿਮਰਿਆ ਵੀ ਉਹ ਸੁਖ ਨਹੀਂ ਪਿਆ, ਇਹ ਕਿਉਂ ਨਹੀਂ ਹੋਇਆ? ਇਹਦਾ ਮਤਲਬ ਗਲਤ ਅਰਥ ਕੀਤੇ ਨੇ ਤੁਸੀਂ ਗੁਰਬਾਣੀ ਦੇ। ਜਾਂ ਤਾਂ ਗੁਰਬਾਣੀ ਦੇ ਗਲਤ ਅਰਥ ਹੈ, ਗੁਰਬਾਣੀ ਝੂਠੀ ਹੈ। ਦੋਹਾਂ ਗੱਲਾਂ ਚੋਂ ਗੱਲ ਹੈ। ਗੁਰਬਾਣੀ ਤਾਂ ਝੂਠੀ ਹੈ ਨਹੀਂ, ਤੁਸੀਂ ਮੰਨਦੇ ਨਹੀਂ, ਸੱਚੀ ਹੈ। ਬਾਣੀ ਦਾਅਵੇ ਕਰਦੇ ਹੋ ਵੀ ਤੁਸੀਂ ਝੂਠੇ ਹੋ, ਕਿਉਂ ਨਹੀਂ ਸੁੱਖ ਮਿਲਿਆ? ਅਸੀਂ ਵੀ ਸੱਚੇ ਹਾਂ, ਗੁਰਬਾਣੀ ਵੀ ਸੱਚੀ ਹੈ। ਇਹਦਾ ਮਤਲਬ ਗੁਰਬਾਣੀ ਨੂੰ ਕੁਛ ਨਹੀਂ ਮੰਨਿਆ ਹੋਇਆ, ਐਵੇਂ ਲਾਪਰਵਾਹੀ ਹੈ, ਪਖੰਡਵਾਦ ਹੈ। ਗੁਰਬਾਣੀ ਪੜ੍ਹਨਾ ਸਿੱਖ ਬਣਨਾ, ਦੋਹਾਂ ਚੋਂ ਇੱਕ ਝੂਠਾ। ਦੱਸੋ ਕੌਣ? ਚੱਲ ਤੁਸੀਂ ਝੂਠੇ ਹੋ, ਤੁਸੀਂ ਕੁਛ ਕਰਨ ਵਾਸਤੇ ਬਾਣੀ ਨਹੀਂ ਪੜ੍ਹੀ, ਕਮਾਉਣ ਵਾਸਤੇ ਬਾਣੀ ਨਹੀਂ ਪੜ੍ਹੀ, ਭਵ ਸਾਗਰ ਤਰਨ ਵਾਸਤੇ ਬਾਣੀ ਨਹੀਂ ਪੜ੍ਹੀ। ਤੂੰ ਤਾਂ ਇਹ ਦੱਸਿਆ ਵੀ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ, ਇੱਥੇ ਇੱਛਾਵਾਂ ਪੂਰੀਆਂ ਹੁੰਦੀਆਂ ਨੇ, ਤਾਂ ਤੁਸੀਂ ਉੱਥੇ ਗੁਰਦੁਆਰੇ ਜਾਣ ਲੱਗੇ। ਨਹੀਂ ਜਾਂਦਾ ਤਾਂ ਤੁਹਾਡਾ, ਤੁਸੀਂ ਕਾਹ ਨਹੀਂ ਜਾਂਦੇ ਤੇ ਗੁਰਦੁਆਰੇ? ਤੁਸੀਂ ਗੁਰੂਆਂ ਨੂੰ ਨਹੀਂ ਸਮਝਿਆ ਪਹਿਲਾਂ, ਜਿਉਂਦੇ ਜਾਗਦਿਆਂ ਨੂੰ। ਇਹ ਪੱਥਰ ਤੇ ਗੁਰਦੁਆਰੇ ਤੁਸੀਂ ਕੀ ਲੈਣਾ ਸੀ ਇੱਥੇ? ਉਹ ਇਹ ਤਾਂ ਇਹਨਾਂ ਨੇ ਪ੍ਰਚਾਰ ਹਿੰਦੂਆਂ ਨਾਲ ਕਰਤਾ ਵੀ ਇੱਥੇ ਆ ਹੋ ਗਿਆ, ਇੱਥੇ ਜੀ ਬੇਰੀ ਥੱਲੇ ਆਏ ਹੋ ਗਿਆ, ਫਲਾਨਾ ਹੋ ਗਿਆ। ਉਹ ਸਾਰੀਆਂ ਕਹਾਣੀਆਂ ਝੂਠ ਮੂਠ ਲਿਖਤਾ। ਉਹ ਜਿਹੜਾ ਝੂਠ ਮੂਠ ਧਰਮ ਉਹਦੇ ਖਾਤਰ ਆਉਂਦੀਆਂ ਨੇ। ਮੱਖੀਆਂ ਗੁੜ ਰੱਖਤਾ, ਲੋਭ ਰੱਖਤਾ ਉੱਥੇ, ਵੀ ਤਾਂ ਲੋਭ ਦੀ ਪੂਰਤੀ ਹੋਊ। ਉਹ ਅਰਦਾਸਾਂ ਬਣਾਤੀਆਂ, ਝੂਠ ਚਲੋ ਹੁੰਦਾ ਹੀ ਆ, ਪੂਰੀਆਂ ਤਾਂ ਹੋ ਹੀ ਜਾਂਦੀਆਂ ਨੇ ਵਿੱਚ। ਕੋਈ ਕਹਿਣ ਲੱਗ ਜੋ ਪੂਰੀਆਂ ਹੁੰਦੀਆਂ ਨੇ, ਅੱਧਿਆਂ ਦੀਆਂ ਪੂਰੀਆਂ ਹੋ ਜਾਂਦੀਆਂ ਨੇ। ਸਾਰੀਆਂ ਦੁਕਾਨਾਂ ਚੱਲਦੀਆਂ ਨੇ, ਮੜੀਆਂ ਵੀ ਚੱਲਦੀਆਂ ਨੇ, ਕਬਰਾਂ ਤੇ ਵੀ ਚੱਲਦੇ, ਲੋਕ ਮੱਥੇ ਟੇਕਦੇ, ਤਾਂ ਸਾਰੇ ਤੁਹਾਡੇ ਵੀ ਚੱਲ ਪਿਆ। ਉਹਨਾਂ ਵਰਗੇ ਹੀ ਹੋ ਗਏ ਫਿਰ ਤੁਸੀਂ। ਕਬਰਾਂ ਤੇ ਵੀ ਲੋਕ ਜਾਂਦੇ ਨੇ, ਕਿੰਨੇ ਕਿੰਨੇ ਇਕੱਠ ਹੁੰਦੇ ਨੇ ਉੱਥੇ, ਰਾਜ ਟਰੱਕਾਂ ਵਾਲੇ ਖੜੇ ਹੁੰਦੇ ਨੇ। ਨਾਲੇ ਹੁਣ ਚਲਾਏ ਨੇ 50 ਸਾਲ, ਅਸੀਂ ਦੇਖਦੇ ਹਾਂ ਉੱਥੇ ਕੁੱਤੇ ਹੀ ਹੁੰਦੇ ਤੇ ਉਹ ਸ਼ਾਹਬਾਦ ਦੇ ਔਰ ਅੰਬਾਲੇ ਦੇ ਵਿਚਾਲੇ। ਹੁਣ ਦੇਖੋ ਕਿੰਨੀ ਰੌਣਕ ਹੁੰਦੀ ਹੈ। ਦੁਨੀਆ ਲੱਗੀ ਹੈ ਭੇਡਾਂ ਚਾਲ ਹੈ। ਤਾਂ ਇਹ ਭੇਡਾਂ ਚਾਲ ਹੈ, ਜਾਕੀ ਭੇਡਾਂ ਚਾਲ ਹੈ, ਚਲਤੇ ਕੇ ਪਾਛੇ ਚਲਾ ਹੈ। ਧਰਮ ਨਹੀਂ, ਭੇਡਾਂ ਚਾਲ ਹੈ। ਗੁਰਬਾਣੀ ਨੂੰ ਭੇਡਾਂ ਚਾਲ ਮੰਨਦੀ ਹੈ। ਗੁਰਦੁਆਰੇ ਜਾਣਾ, ਇਹ ਕਰਨਾ, ਇਹ ਭੇਡਾਂ ਚਾਲ ਹੈ ਸਭ। ਚਲਤੇ ਕੇ ਪਾਸੇ ਚਲੇ ਵੀ ਤੂੰ ਨਹੀਂ ਗਿਆ, ਵੀ ਤੂੰ ਨਹੀਂ ਗਿਆ ਗੁਰਦੁਆਰੇ, ਤੂੰ ਸੰਗਤ ਕੱਲ ਆਇਆ ਹੀ ਨਹੀਂ। ਉਹ ਸੁਣ, ਤੈਂ ਸਾਰੀ ਉਮਰ ਸੁਣ ਕੇ ਕੀ ਲੈ ਲਿਆ? ਸਿਮਰੋ ਸਿਮਰ ਸਿਮਰ ਸੁਖ ਪਾਵੋ।
ਉਹ ਦੱਸੋ ਜਿਹਨੂੰ ਸੁੱਖ ਮਿਲਿਆ ਸਿਮਰਨ ਤੋਂ, ਉਹ ਦਿਖਾਓ। ਕੀ ਜਹਦਾਰ ਅਕਾਲ ਤਖਤ ਦਾ ਕੋਈ ਕਹਿ ਸਕਦਾ ਮੈਨੂੰ ਸੁੱਖ ਮਿਲਿਆ? ਕੀ ਕੋਈ ਹੈਡ ਗ੍ਰੰਥੀ ਕਿਸੇ ਦਾ ਕਹਿ ਸਕਦਾ ਬੜੇ ਬੜੇ ਗੁਰਦੁਆਰੇ ਨੇ ਮੈਨੂੰ ਸੁੱਖ ਮਿਲਿਆ? ਤੁਸੀਂ ਕਰਦੇ ਕੀ ਨੇ? ਤੁਹਾਨੂੰ ਆਪ ਨੂੰ ਨਹੀਂ ਮਿਲਦਾ, ਪੜ੍ਹੇਗਾ ਤੇ ਜਾਣੇ ਹੋ। ਝੂਠ ਹੈ ਬਾਣੀ ਤੁਹਾਡੀ, ਇਹ ਤੁਸੀਂ ਝੂਠੇ ਹੋ, ਇਹ ਬਾਣੀ ਝੂਠੀ ਹੈ। ਜੇ ਕੋਈ ਕਰਕੇ ਦਿਖਾਊਗਾ ਉਹ ਦੱਸੂਗਾ ਸੱਚੀ ਹੈ। ਕਰਕੇ ਕੀ ਦਿਖਾਇਆ ਤੁਸੀਂ? ਸਾਬਤ ਕੀ ਕੀਤਾ? ਸਭ ਤੇ ਹੋ ਗਿਆ ਵੀ ਤੁਸੀਂ ਚੋਰ ਸੀ, ਠੱਗ ਤੇ, ਹੁਣ ਵੀ ਠੱਗੀ ਮਾਰਦੇ ਬੇਈਮਾਨ ਨੂੰ। ਗੋਲਕਾਂ ਨੂੰ ਜਾਂਦੇ ਨੇ, ਕੋਈ ਕਿਸੇ ਤੇ ਵਿਸ਼ਵਾਸ ਨਹੀਂ, ਕੋਈ ਸਿੱਖ ਵਿਸ਼ਵਾਸ ਵਾਲਾ ਪੈਦਾ ਨਹੀਂ ਕੀਤਾ ਇਹਨਾਂ ਚ। ਕੋਈ ਵਿਸ਼ਵਾਸ ਵਾਲੇ ਪੈਦਾ ਨਹੀਂ ਹੋਤੇ ਉੱਥੇ, ਕੋਈ ਸਟੂਡੈਂਟ ਨਹੀਂ, ਸਿੱਖੇ ਨਹੀਂ ਬਣ ਸਕੇ ਤੋਤੇ ਇਹਨਾਂ ਚਿਰ ਚ। ਇੰਨੇ ਪੈਸੇ ਨਾਲ ਇਮਾਨਦਾਰ ਬੰਦੇ ਨਹੀਂ ਬਣ ਸਕੇ। ਕੀ ਕਰਦੇ ਰਹੇ? ਸਵਾਲ ਨੇ। ਕੀ ਸੋਚਦੇ ਰਹੇ? ਪੁੱਛਣ ਵਾਲਾ ਕੋਈ ਵੀ ਨਹੀਂ। ਜਦ ਪੁੱਛਣ ਵਾਲੇ ਪੁੱਛਣ ਲੱਗਦੇ ਨੇ, ਧਰਤੀ ਬੇਲ ਨਹੀਂ ਦਿੰਦੀ। ਧਰਤੀ ਬੇਲ ਨਹੀਂ ਦਿੰਦੀ ਵੀ ਧਰਤੀ ਫੜ ਜਾ ਤੁਸੀਂ ਵਿੱਚ ਸਮਾ ਜਾਓ। ਧਰਤੀ ਵੀ ਨਹੀਂ ਬੇਲ ਦਿੰਦੀ ਹੈ ਜੇ ਪੁੱਛਣ ਵਾਲੇ ਪੈਦਾ ਹੁੰਦੇ ਨੇ। ਕਿਉਂ? ਅਪਰਾਧ ਉਹ ਬੜਾ ਸਬਰ ਨਾਲ ਦੇਖਦੇ ਰਹਿੰਦੇ ਨੇ। ਤੁਹਾਡੇ ਅਪਰਾਧ ਬੜਾ ਸਬਰ ਨਾਲ ਦੇਖੇ ਨੇ ਅਸੀਂ, ਪਿੱਛੋਂ ਤੇ ਦੇਖਦੇ ਹੁੰਦੇ ਆ ਸਬਰ ਨਾਲ। ਤੁਸੀਂ ਕਰਕੇ ਦਿਖਾਓ ਸਬਰ, ਹੈ ਅੰਦਰ ਸਬਰ? ਤੁਸੀਂ ਬਿਨਾਂ ਗਲਤੀਆਂ ਤੇ ਲੋਕਾਂ ਦੇ ਇਲਜ਼ਾਮ ਲਾਈ ਜਾਂਦੇ ਹੋ ਇੱਕ ਦੂਏ ਤੇ। ਸਿਆਸਤਦਾਨ ਲੱਭਦੇ ਰਹਿੰਦੇ ਹੋ ਵੀ ਇਹਦੀ ਕੋਈ ਗਲਤੀ ਮਿਲੇ। ਧਰਮ ਦੇ ਖੇਤਰ ਜੋ ਤੁਸੀਂ ਕੀਤਾ ਅਪਰਾਧ ਸਾਰੇ ਹੀ ਕਰਦੇ ਨੇ ਨਾ। ਜਦ ਉਹ ਪੁੱਛਣ ਆਉਂਦਾ ਫਿਰ ਪਰਮੇਸ਼ਰ ਪ੍ਰਗਟ ਹੁੰਦਾ ਹੈ ਆਪ ਸੰਗਤ ਦੇ ਵਿੱਚ। ਸੰਗਤ ਦਾ ਧਿਆਨ ਉਧਰ ਦੋਂਦਾ ਜਾਂਦਾ ਹੈ। ਸੰਗਤ ਵਿੱਚ ਜਾ ਆਵਾਜ਼ ਆਉਂਦੀ ਹੈ, ਫਿਰ ਧਰਤੀ ਵੇਲ ਨਹੀਂ ਦਊਗੀ। ਕਿਤੇ ਸਮਾਜੋ ਤੁਸੀਂ ਬੜੀ ਟੌਰ ਤੁਹਾਡੀ। ਅਸੀਂ ਸਿੱਖਾਂ ਬਹਿ ਗਏ ਟੱਪ ਕੇ ਉੱਥੇ। ਸਿੱਖੀ ਦਾ ਤੁਸੀਂ ਘਾਣ ਕੀਤਾ, ਜਾਂ ਅਗਲਾ ਪੁੱਛੂ ਤੁਹਾਨੂੰ ਤੂੰ ਘਾਣ ਕੀਤਾ? ਜਿਹਨੂੰ ਗੁਰੂ ਲੋਕਾਂ ਨੂੰ ਕਹਿੰਦਾ ਸੀ ਤੂੰ ਕੀਤਾ ਕੀ ਹੈ? ਅਕਾਲ ਤਖਤ ਤੇ ਬੈਠ ਕੇ ਤੈਂ ਕੀ ਕੀਤਾ? ਅਕਾਲ ਤਖਤ ਤਾਂ ਮਹਾਨ ਹੈ। ਉਹਦਾ ਤਖਤ ਦਾ ਕੀ ਮਹਾਨ ਹੈ? ਮਹਾਨ ਤਾਂ ਬੰਦਾ ਸੀ ਉਹ। ਜੇ ਕੋਈ ਬੰਦਾ ਬਣਦਾ। ਤੁਸੀਂ ਕੀ ਕੀਤਾ ਹੈ? ਗੁਰਮਤਿ ਦਾ ਆ ਪ੍ਰਚਾਰ ਗੁਰਮਤਿ ਦੇ ਖਿਲਾਫ ਵਾਲਾ ਉੱਥੇ ਹੋਇਆ। ਡਰਾ ਕੇ ਲੋਕਾਂ ਨੂੰ ਕੀਤਾ ਵੀ ਇਹੀ ਪ੍ਰਚਾਰ ਠੀਕ ਹੈ। ਜਿਹੜਾ ਖਿਲਾਫ ਬੋਲਿਆ ਸੀ ਉਹਨੂੰ ਛੇਕ ਦਾਂਗੇ। ਸਭ ਤੋਂ ਵੱਡਾ ਅਪਰਾਧ ਅਕਾਲ ਤਖਤ ਦਾ ਹੈ। ਸ਼੍ਰੋਮਣੀ ਕਮੇਟੀ ਵਾਪਸ ਹੋ ਜਾਂਦੀ ਹੈ ਅਕਾਲ ਤਖਤ ਨੂੰ ਮਹਾਨ ਕਹਿ ਕੇ। ਧਰਮ ਦੇ ਖੇਤਰ ਜੇ ਜਾਣ ਜੀ, ਇਹ ਗ੍ਰੰਥੀ ਜਾਣ, ਇਹ ਧਰਮ ਪ੍ਰਚਾਰ ਕਮੇਟੀ ਜਾਵੇ। ਧਰਮ ਪ੍ਰਚਾਰ ਕਮੇਟੀ, ਧਰਮ ਵਾਲਾ ਜਿਹੜਾ ਸਾਰਾ ਸਿਸਟਮ ਹੈ ਉਹ ਸਾਰਾ ਹੀ ਅਪਰਾਧੀ ਹੈ। ਉਹਨੇ ਕਿਉਂ ਨਾ ਕਿਹਾ ਉਹਨਾਂ ਨੇ ਗਲਤ ਕੰਮ ਕੀਤਾ? ਕਿਉਂ? ਹੁਣ ਕਿਉਂ ਨਹੀਂ ਕਿਹਾ ਇਹਨਾਂ ਨੂੰ ਵੀ ਛੇਤੀ ਕਰੋ ਬਈ ਪ੍ਰਚਾਰ ਬਦਲੋ, ਅਸੀਂ ਤਾਂ ਬਦਲ ਲੈਣਾ, ਤੁਸੀਂ ਕੌਣ ਮੰਨਿਓ? ਸਭ ਦੇਖ ਰਹੇ ਨੇ, ਸਭ ਦੀ ਨਿਗਾਹ। ਤੁਸੀਂ ਕੀ ਕਰਦੇ ਹੋ? ਨਾ ਕਰੋਗੇ ਫਿਰ ਕੀ ਹੋ ਜਾਊਗਾ? ਇਹ ਸਾਬਤ ਹੋਊਗਾ ਤੁਸੀਂ ਨੋਇੰਗਲੀ ਸ਼ੁਰੂ ਤੇ ਕਰਦੇ ਰਹੇ ਹੋ, ਕਰਦੇ ਰਹੋਗੇ। ਦੂਏ ਧੜੇ ਖੜੇ ਹੋ ਗੁਰੂ ਦੇ ਖਿਲਾਫ ਚ। ਹੁਣ ਸੰਗਤ ਖਿਲਾਫ ਵਾਲਿਆਂ ਨੂੰ ਸਪੋਰਟ ਕਰ ਰਹੀ ਹੈ, ਜਿਹੜੀ ਤੁਹਾਨੂੰ ਗੁਰੂ ਦੇ ਖਿਲਾਫ ਖੜੇ ਹੋਣ, ਡਟੇ ਰਹਿਣ ਵਾਸਤੇ ਜੋ ਗੋਲਕ ਚ ਪੈਸੇ ਪਾ ਰਹੀ ਹੈ ਸੰਗਤ, ਉਹ ਗੁਰੂ ਵਾਲੀ ਨਹੀਂ, ਗੁਰੂ ਦੋਖੀ ਸੰਗਤ ਹੈ ਸਾਰੀ। ਉਹ ਸੰਗਤ ਵੀ ਗੁਰੂ ਦੋਖੀ ਹੈ। ਗੁਰੂ ਵਾਲੀ ਕਾਹਤੇ ਹੈ? ਗੁਰੂ ਦੇ ਖਿਲਾਫ ਹੈ ਸਭ ਕੁਝ ਹੋ ਰਿਹਾ। ਜੋ ਗੁਰੂ ਦੇ ਖਿਲਾਫ ਲੜ ਰਹੇ ਨੇ, ਤੁਸੀਂ ਉਹਨਾਂ ਨੂੰ ਹਥਿਆਰ ਸਪਲਾਈ ਕਰ ਰਹੇ ਹੋ, ਪੈਸਾ ਸਪਲਾਈ ਕਰ ਰਹੇ ਹੋ।
ਤੇ ਤੁਸੀਂ ਗੁਰੂ ਦੋਖੀ ਨਹੀਂ। ਗੁਰੂ ਦੋਖੀਆਂ ਨਾਲ ਖੜੇ ਨੇ, ਗੁਰੂ ਦੋਖੀ ਨੇ। ਜਿਹੜੇ ਗੁਰੂ ਨਾਲ ਖੜੇ ਨੇ ਉਹ ਗੁਰੂ ਵਾਲੇ ਨੇ। ਬਸ ਜਿਹੜੇ ਤੁਹਾਡੇ ਕੋਈ ਮਰਜ਼ੀ ਹੋ ਜਾਓ, ਜੋ ਕਰੂਗਾ ਪਾਊਗਾ, ਜੋ ਮੈਂ ਕਿਹਾ ਸੋ ਮੈਂ ਪਾਇਆ। ਮਾੜੀ ਜਿਹੜਾ ਕਰੂਗਾ ਮਾੜੀ ਦਾ ਫਲ ਮਿਲੂਗਾ ਉਹਨੂੰ। ਫਲ ਖਾਣ ਲਈ ਵੀ ਤਿਆਰ ਰਹੇ ਮਾੜੀ ਦਾ ਜਿਹੜਾ ਹੁੰਦਾ ਹੈ। ਇਹ ਨਾ ਸੋਚੇ ਮੈਂ ਸਿੱਖਾਂ। ਸਿੱਖਾਂ ਜ਼ਿਆਦਾ ਸਜ਼ਾ ਦਾ ਹੱਕਦਾਰ ਹੈ, ਪੜਿਆ ਹੋਵੇ ਗੁਨਾਹਗਾਰ। ਜੋ ਕਹਿੰਦਾ ਸਿੱਖਾਂ ਵਿੱਚ ਸਜ਼ਾ ਦਾ ਜ਼ਿਆਦਾ ਹੱਕਦਾਰ ਹੈ। ਇੱਕ ਤਾਂ ਹੁੰਦਾ ਮੇਰੇ ਤੇ ਹੋ ਗਈ ਗਲਤੀ, ਇੱਕ ਗਲਤੀ ਮੈਂ ਜਾਣਬੁੱਝ ਕੇ ਕੀਤੀ। ਜਾਣਬੁੱਝ ਕੇ ਜਿਹੜੇ ਕਰਦੇ ਨੇ ਗਲਤੀ ਵੀ ਨਹੀਂ ਕਰਦੇ, ਹੰਕਾਰ ਵੀ ਕਰਦੇ ਨੇ, ਡਟੇ ਹੋਏ ਨੇ ਖਿਲਾਫ, ਉਹ ਤੋਂ ਵੱਡੀ ਕਿਸੇ ਦੀ ਸਜ਼ਾ ਹੀ ਨਹੀਂ ਹੈ। ਸਭ ਤੋਂ ਵੱਡੀ ਜ਼ਿਆਦਾ ਲੰਬੀ ਸਜ਼ਾ ਉਹਨਾਂ ਦੀ ਹੈ। ਜਿਵੇਂ ਆਪਾਂ ਕਹਿੰਦੇ ਕਤਲ ਦੀ ਸਜ਼ਾ, ਮੌਤ ਦੀ ਸਜ਼ਾ, ਉਹਨਾਂ ਨੇ ਪੂਰਾਂ ਦੇ ਪੂਰ ਡੋਬੇ ਨੇ, ਪੂਰਾਂ ਦੇ ਪੂਰਾਂ ਦੇ ਕਤਲ ਉਹਨਾਂ ਦੇ ਸਿਰ ਤੇ ਨੇ। ਇੰਨੀ ਪਬਲਿਕ ਦੇ ਕਤਲ ਜਿੰਨੇ ਉਹਨਾਂ ਨੇ ਡੋਬੀ ਹੈ, ਉਹਨਾਂ ਦੇ ਜੀਵਨ ਖਰਾਬ ਕਰਨ ਦੀ ਜ਼ਿੰਮੇਵਾਰੀ ਉਹਨਾਂ ਤੇ ਹੀ ਹੈ। ਹਾਂਜੀ, ਕਿੰਨਾ ਚਿਰ ਇਹ ਰਿਹਾ ਰੁਲਿਆ। ਹੁਣ ਕਬੀਰਪੰਥੀ ਆਪਣਾ ਦੇਖ, ਉਹਨਾਂ ਦਾ ਕੀ ਨਾ ਖਰਾਬ ਕੀਤਾ। ਉਹ ਵੀ ਸਾਨੂੰ ਇਹ ਦੇਖਣਾ ਪਊਗਾ। ਜਿਹੜੇ ਅੱਜ ਪ੍ਰਚਾਰ ਕਰਦੇ ਨੇ ਕਬੀਰ ਦਾ, ਉਹ ਸਾਰੇ ਹੀ ਦੂਏ ਪਾਸਿਓਂ ਆਏ ਹੋਏ ਨੇ। ਇਮਾਨਦਾਰੀ ਨਾ ਕਰਦੇ ਨੇ ਜਾਂ ਬੇਈਮਾਨੀ ਨਾ ਕਰਦੇ ਨੇ, ਉਹ ਹੁਣ ਪਤਾ ਲੱਗ ਜੂ ਉਹਨਾਂ ਦਾ। ਸੁਣ ਕੇ ਛੱਡ ਕੇ ਇੱਧਰ ਆਉਂਦੇ ਨੇ ਕਿ ਨਹੀਂ ਆਉਂਦੇ, ਹੁਣ ਪਤਾ ਲੱਗ ਜੂ। ਜਿਹੜਾ ਕਰਦੇ ਨੇ ਜੇ ਉਹੀ ਕਰਨਗੇ, ਫਿਰ ਉਹ ਸਾਡੇ ਵਾਲਿਆਂ ਦੇ ਨਾਲੇ 'ਚ ਖੜੇ ਹੋ ਜਾਣਗੇ ਜਾ ਕੇ। ਇਹ ਗੈਂਗ ਹੈ, ਸਾਡੇ ਵਾਲੇ ਨੇ ਗੈਂਗ ਇਹਦੇ ਨਾਲ ਨੇ ਉਹ ਅਟੈਚ ਸਾਰੀ। ਇਸ ਵਕਤ ਤਾਂ ਪ੍ਰਚਾਰ ਦੇ ਹਿਸਾਬ ਨਾਲ ਅਟੈਚ ਨੇ ਉਹ। ਕਿਉਂ 10 ਸਾਲ ਤਿਰਕੁਟੀ ਨਾਲ ਹੀ ਸਾਰੀ ਇੱਕੋ ਹੀ ਗੱਲ ਹੈ, ਕਾਸ਼ੀ ਵਾਲੀ। ਇਹੀ ਪੜ੍ਹਾਈ ਆ ਉਹਨਾਂ ਕੋਲ। ਹੁਣ ਗਾਹਾਂ ਕੀ ਹੁੰਦਾ, ਪਿਛਲਾ ਛੱਡਦੇ ਨੇ ਨਹੀਂ ਛੱਡਦੇ। ਕਬੀਰ ਵਾਲਾ ਲੈਂਦੇ ਨੇ ਨਹੀਂ ਲੈਂਦੇ। ਕਬੀਰ ਵਾਲਾ ਤਾਂ ਨਾਲੇ ਹੈ ਉਹ ਨਹੀਂ ਇਕੱਲੇ ਵਾਲਾ, ਹੁਣ ਤਾਂ ਇੱਕੋ ਹੀ ਧਰਮ ਹੈ, ਬੇਧਰਮ ਹੈ। ਕਬੀਰ ਦੇ ਬਾਅਦ ਹੋਰ ਕਿਹੜਾ ਭਗਤ ਨਹੀਂ ਹੈਗੇ, ਉਦੋਂ ਪਹਿਲੇ ਵੀ ਨੇ। ਇਹ ਤਾਂ ਵਿੱਚ ਹੀ ਸਮਾ ਜਾਣੇ ਸਾਰੇ। ਨਦੀਆਂ ਵਾਲੇ ਸਮੁੰਦਰ ਦੀ ਭਗਤੀ ਹੈ ਹੁਣ ਤਾਂ। ਵੇਦ ਤਾਂ ਸਮੁੰਦਰ ਹੈ, ਗੰਗਾ ਕਿਸੇ ਨਦੀ ਦਾ ਨਾਮ ਹੈ, ਉਹ ਸਮੁੰਦਰ ਜਾ ਕੇ ਮਿਲ ਜਾਂਦੀ ਆ। ਇਵੇਂ ਜਮਨਾ ਹੈ, ਉਹ ਵੀ ਕਿਸੇ ਨਦੀ ਦਾ ਨਾਮ ਹੈ। ਗੋਦਾਵਰੀ ਵੀ ਇੱਕ ਨਦੀ ਦਾ ਨਾਮ ਹੈ। ਹੁਣ ਤਾਂ ਸਮੁੰਦਰ ਦੀ ਭਗਤੀ ਸ਼ੁਰੂ ਹੈ ਜੀ, ਤੇ ਸਾਰੀਆਂ ਨਦੀਆਂ ਸਮਾ ਜਾਂਦੀਆਂ, ਸਾਰੀਆਂ ਨਿਕਲਦੀਆਂ ਨੇ। ਹੁਣ ਤਾਂ ਸਮੁੰਦਰ ਦੀ ਗੱਲ ਚੱਲੂਗੀ, ਕਿਸੇ ਨਦੀ ਦੀ ਵਿਚਾਰਧਾਰਾ ਦੀ ਗੱਲ ਨਹੀਂ ਚੱਲੂਗੀ। ਸਮੁੰਦਰ ਦੇ ਵਿੱਚ ਹੀ ਨਦੀ ਹੈ, ਸਮੁੰਦਰ ਦੇ ਵਿੱਚ ਹੀ ਚੱਲਦੀ ਹੈ, ਉਹਦੀ ਗੱਲ ਚੱਲੂਗੀ। ਸਮੁੰਦਰ ਦੇ ਵਿੱਚ ਵੀ ਨਦੀਆਂ ਚੱਲਦੀਆਂ ਹੁੰਦੀਆਂ ਨੇ, ਸਮੁੰਦਰ ਦੇ ਅੰਦਰ ਰਹਿੰਦੀਆਂ ਨੇ। ਪਰ ਉਹ ਇਹ ਅੰਦਰਲੀ ਗੱਲ ਅੰਦਰੇ ਰਹਿੰਦੀ ਹੈ, ਅੰਦਰੇ ਗੁਪਤ ਹੁੰਦੀ ਹੈ, ਅੰਦਰੇ ਪ੍ਰਗਟ ਹੁੰਦੀ ਹੈ। ਸਮੁੰਦਰ ਦੀ ਗੱਲ ਹੈ, ਅੰਦਰੇ ਹੈ। ਸਮੁੰਦਰ ਦਾ ਸਭ ਕੁਝ ਅੰਦਰ ਹੀ ਚੱਲਦਾ ਹੁੰਦਾ ਹੈ। ਸਮੁੰਦਰ ਦੀਆਂ ਨਦੀਆਂ ਵੀ ਸਮੁੰਦਰ ਦੇ ਅੰਦਰੇ ਚੱਲਦੀਆਂ ਨੇ, ਇਹ ਵਿਚਾਰਧਾਰਾ ਵੀ ਅੰਦਰੇ ਚੱਲਦੀ ਹੈ। ਉਹ ਗੱਲ ਚੱਲੂ ਇੱਥੇ ਤਾਂ। ਆਕਾਸ਼ ਮਿਆਂ ਨੇ ਲਹੰਗ ਦਰਿਆ, ਗੁਸਲ ਕਰਦਮ ਬੂਦ। ਉਹ ਤੀਰਥ ਉੱਥੇ ਅੰਦਰ ਹੀ ਹੈ। ਅੰਤਰਗਤ ਤੀਰਥ ਬਣ ਲਾਓ, ਅੰਤਰਗਤ ਅੰਦਰ ਦੇ ਅੰਤਰਮੁਖੀ ਹੋ ਕੇ ਮਨ ਧੋਤਾ ਜਾਊਗਾ। ਅੰਤਰਗਤ ਤੀਰਥ ਬਣਨਾ ਉਹ ਇਹੀ ਹੈ। ਨਹਾਉਣਾ ਤਾਂ ਅੰਦਰ ਹੈ, ਤੀਰਥ ਵੀ ਅੰਦਰ ਹੈ, ਨਦੀ ਵੀ ਅੰਦਰ ਹੈ, ਆਕਾਸ਼ ਦੇ ਵਿੱਚ ਹੈ। ਆਕਾਸ਼ ਮਿਆਂ ਨੇ ਲਹੰਗ ਦਰਿਆ, ਅੰਦਰ ਜਿਹੜਾ ਆਕਾਸ਼ ਉਹ ਜੀ ਦਰਿਆ ਚੱਲਦੀ ਹੈ। ਇਹ ਆਕਾਸ਼ਬਾਣੀ ਉਹ 'ਚ ਆ ਰਹੀ ਹੈ।
ਜਿਹੜੀ ਆਕਾਸ਼ਬਾਣੀ ਆ ਰਹੀ ਹੈ ਵਿਉਮ ਬਾਣੀ, ਉਹੀ ਹੈ ਨਮਕ ਦਰਿਆ। ਗੁਸਲ ਕਰਦਮ ਬੂਦ, ਉਹ ਜੇ ਗੁਸਲ ਕਰਨਾ, ਇਹ ਸਭ ਅੰਦਰ ਦੀ ਗੱਲ ਚੱਲੂਗੀ, ਸਮੁੰਦਰ ਦੀ ਗੱਲ ਚੱਲੂਗੀ, ਬਾਹਰ ਦੀ ਤਾਂ ਗੱਲ ਹੀ ਨਹੀਂ ਹੈ ਨਾ ਕਬੀਰ। ਉਹ ਬਾਹਰਲੀ ਗੱਲ ਸੀ ਜਿਹੜੀ ਉਹ ਜਾਂਦੇ ਸੀ ਠਾਕਰ ਦੁਆਰੇ ਚਲੇ ਗਏ, ਉਹ ਜੀ ਉੱਥੇ ਉਹ ਲੈ ਕੇ ਚੰਦਨ ਚੋਆ, ਉਹ ਤਾਂ ਬਾਹਰਲੀ ਭਗਤੀ ਹੈ, ਅੰਦਰਲੀ ਤਾਂ ਹੀ ਨਹੀਂ। ਉਹ ਦੱਸੋ ਕਿਹੜੀ ਅੰਦਰਲੀ ਭਗਤੀ ਹੈ ਇਹਨਾਂ ਚ? ਗੁਰਦੁਆਰੇ ਵਾਲੇ ਵੀ ਬਾਹਰਲੀ ਹੈ ਸਭ, ਬਾਹਰਲੇ ਪਦਾਰਥ ਮੰਗਦੇ ਨੇ, ਅੰਦਰਲੇ ਪਦਾਰਥ ਮੰਗੂਗਾ, ਬਾਹਰਲਾ ਬਾਹਰਲੇ ਪਦਾਰਥ ਮੰਗੂਗਾ। ਅੰਦਰ ਕੀ ਹੈ? ਬ੍ਰਹਮ ਗਿਆਨੀ ਦਾ ਭੋਜਨ, ਗਿਆਨ ਭੋਜਨ। ਨਾਮ ਕੀ ਹੈ? ਸੰਸਾਰ ਰੋਗੀ ਨਾਮ ਦਾਰੂ, ਉਹ ਵੀ ਅੰਦਰਲਾ ਹੀ ਹੈ। ਰੋਗ ਕੀ ਹੈ? ਹੋਮੇਦੀਰਕ ਰੋਗ ਹੈ। ਦਾਰੂ ਪੀ ਸਮਾ, ਇਹਦੇ ਵਿੱਚ ਦਾਰੂ ਹੈ ਲੱਗਦੀ ਕਾਦੀ? ਨਾਮ ਦੀ ਤਾਂ ਨਾਮ ਦਾਰੂ ਹੈ। ਗੁਣ ਗਾਵਤ ਤੇਰੀ ਉਤਰ ਸਮੈਲ, ਗੁਣ ਗਾਉਣ ਦੇ ਨਾਲ, ਬਾਣੀ ਗੁਣ ਗਾਇਨ ਹੈ, ਇਹਦੇ ਨਾਲ ਤੇਰੀ ਮੈਲ ਉਤਰ ਜਾਂਦੀ ਹੈ ਮਨ ਦੀ। ਬਿਰਜ ਜਾਏ ਹੋਮੇ ਵੇਖ, ਇਹਦੇ ਨਾਲ ਗਿਆਨਤਾ ਉਤਰ ਜਾਂਦੀ ਹੈ। ਹੋਮੇ ਜਿਹੜਾ ਫੈਲਿਆ ਜ਼ਹਿਰ ਹੈ, ਹੋਮੇ ਦਾ ਇਲਾਜ ਫਿਰ ਵੀ ਉੱਥੇ ਭਰਮ ਦਾ ਹੀ ਹੈ। ਗੁਣ ਗਾਵਤ ਤੇਰੀ ਉਤਰ ਸਮੈਲ, ਮੈਲ ਉਤਰਦੀ ਹੈ, ਭਰਮ ਉਤਰਦਾ ਮਨ ਨੂੰ, ਹੰਕਾਰ ਦਾ ਇਲਾਜ ਹੋ ਜਾਂਦਾ। ਜੜ ਚੋਂ ਇਲਾਜ ਉੱਤੇ ਨੂੰ ਕੀਤਾ ਹੋਇਆ। ਜਿਵੇਂ ਦਵਾਈ ਦਿੰਦੇ ਆ, ਪੀਨੇ ਆਪਾਂ, ਹਜਮ ਕਰਦੇ ਹਾਂ, ਹਜਮ ਕਰਕੇ ਖੂਨ ਚੜ੍ਹਦੀ ਹੈ, ਤਾਂ ਜਾ ਕੇ ਲੜਦੀ ਹੈ ਉੱਥੇ ਜਰਾਸੀਮ, ਤਾਂ ਉਹ ਜਾ ਕੇ ਬਿਮਾਰੀ ਦੂਰ ਹੁੰਦੀ ਹੈ। ਏਦਾਂ ਹੀ ਇਹ ਜੋ ਕੋ ਖਾਵੇ, ਜੋ ਕੋ ਪਹੁੰਚੇ, ਖਾ ਕੇ ਹਜ਼ਮ ਕਰਕੇ ਫੇਰ ਇਹਨੇ ਅਕਲ ਦੇ ਵਿੱਚ ਜਾ ਕੇ ਲੜਨਾ ਮੰਨੇ ਤੇ ਬਾਅਦ। ਮਹਾਨ ਦਾ ਅਰਥ ਜਿਹਦੇ ਵਿੱਚ ਹਾਨੀ ਨਹੀਂ ਹੁੰਦੀ, ਜਿੱਦੀ ਹੁਣ ਹਾਨੀ ਨਹੀਂ ਹੋ ਸਕਦੀ, ਥੱਲੇ ਨੂੰ ਨਹੀਂ ਜਾ ਸਕਦਾ, ਨਰਕ ਵੱਲ ਨੂੰ ਨਹੀਂ ਜਾ ਸਕਦਾ। ਹੁਣ ਉਹ ਹਾਨੀ ਕੀ ਹੁੰਦੀ ਹੈ? ਹਾਨ ਹੁੰਦਾ, ਹਾਨ ਮੰਮਾ ਕਰਦੀ ਹੈ, ਬਾਕੀ ਕਿਹਦੇ ਗਿਆ ਹਾਨ? ਹਾਨ ਲਾਭ ਨਹੀਂ ਹੁੰਦਾ, ਲਾਭ ਦਾ ਉਲਟਾ ਹਾਨ ਨਹੀਂ। ਆਪੇ ਹਾਨ ਨਹੀਂ ਹੈ ਜਿਹਦਾ ਹੁਣ ਨੁਕਸਾਨ ਨਹੀਂ ਹੋ ਸਕਦਾ, ਉਹ ਮਹਾਨ ਹੈ। ਮਹਾਨ ਆਤਮਾ ਪੂਰਨ ਬ੍ਰਹਮ ਕਹਿੰਦੇ ਨੇ ਅਸਲ ਚ। ਜਿਹੜਾ ਪੂਰਨ ਬ੍ਰਹਮ ਹੈ ਮਹਾਨ ਹੁੰਦਾ ਹੈ। ਜਿੰਨਾ ਚਿਰ ਪੂਰਨ ਨਹੀਂ ਹੈ, ਹਾਨੀ ਵੀ ਹੋ ਜਾਂਦੀ ਹੈ, ਲਾਭ ਵੀ ਹੋ ਜਾਂਦਾ ਹੈ। ਜੋਤ ਕਰਦੀ ਕਮਾਈ, ਕਦੇ ਘਟਾ ਲਈ, ਕਦੇ ਵਧਾ ਲਈ। ਜਾਂ ਪੂਰਨ ਹੋ ਗਿਆ ਨਾ, ਫੇਰ ਹਾਨੀ ਨਹੀਂ ਹੁੰਦੀ, ਫਿਰ ਉਹਨੂੰ ਪੂਰੀ ਸਮਝ ਹੋ ਜਾਂਦੀ ਹੈ, ਪੂਰੀ ਬੁੱਧ ਹੋ ਜਾਂਦੀ ਹੈ। ਜਿੰਨਾ ਚ ਪੂਰੀ ਬੁੱਧ ਨਹੀਂ, ਕੋਈ ਗਲਤੀ ਹੋ ਗਈ, ਨੁਕਸਾਨ ਹੋ ਗਿਆ, ਫਿਰ ਜਾਂ ਗਲਤੀ ਨਹੀਂ ਨਾ ਹੁੰਦੀ, ਸੰਭਾਵਨਾ ਹੋਣ ਦੀ, ਫਿਰ ਮਹਾਨ ਹੈ।